ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਮੋਹਿਤ ਰੂਬਲ। ਦੋਸਤੋ, ਇੱਕ ਵਾਰ ਫੇਰ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਇਲੈਕਸ਼ਨ ਆਰ ਤੁਹਾਡੇ ਸਾਹਮਣੇ ਲੈ ਕੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖੁੱਲ੍ਹ ਕੇ ਚਰਚਾ ਕਰਾਂਗੇ ਪੰਜਾਬ ਦੇ ਇੱਕ ਅਜਿਹੇ ਇਸ਼ੂ ਦੇ ਬਾਰੇ ਜੋ ਕਿ ਇੱਕ ਬਿਮਾਰੀ ਦੀ ਤਰ੍ਹਾਂ ਹੈ ਐਂਡ ਪੂਰੇ ਪੰਜਾਬ ਨੂੰ ਲੱਗਿਆ ਪਿਆ। ਮੈਂ ਗੱਲ ਕਰ ਰਿਹਾ ਦੋਸਤੋ ਬੇਰੁਜ਼ਗਾਰੀ ਦੀ, ਕਿਉਂਕਿ ਬੇਰੁਜ਼ਗਾਰੀ ਦਾ ਜਿਹੜਾ ਮੁੱਦਾ ਹੈ ਉਹ ਕਾਫੀ ਵੱਡਾ ਮੁੱਦਾ ਅਗਰ ਮੈਂ ਪੰਜਾਬ ਦੇ ਨੌਜਵਾਨਾਂ ਦੀ ਜੇਕਰ ਮੈਂ ਗੱਲ ਕਰਾਂ। ਸੋ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਜਿਹੜੇ ਐਕਸਪਰਟ ਨੇ, ਅਲੱਗ-ਅਲੱਗ ਪਾਰਟੀ ਤੋਂ ਜਿਹੜੇ ਪ੍ਰਵਕਤਾ ਨੇ ਜੁੜ ਚੁੱਕੇ ਨੇ। ਸੋ ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਨੇ ਗੌਰਵਦੀਪ ਸਿੰਘ ਵਲਟੋਹਾ ਜੀ, ਤੇ ਜੇਕਰ ਗੱਲ ਕਰਾਂ ਮੈਂ ਕਾਂਗਰਸ ਤੋਂ ਸਾਡੇ ਨਾਲ ਜੁੜੇ ਨੇ ਜਸਕਰਨ ਕਾਲੋ ਜੀ, ਐਂਡ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਤਜਿੰਦਰ ਸਿੰਘ ਰਾਮਪੁਰ ਜੀ। ਇਸ ਤੋਂ ਇਲਾਵਾ ਇਸ ਪੂਰੀ ਡਿਸਕਸ਼ਨ ਦੇ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਪਲਾਹੀ ਜੀ ਹਾਜ਼ਰ ਰਹਿਣਗੇ, ਜੋ ਕਿ ਆਪਣੀ ਜਿਹੜੀ ਐਕਸਪਰਟਿਸ ਨੇ ਉਸ ਦਾ ਯੂਜ਼ ਕਰਦੇ ਹੋਏ ਸਾਨੂੰ ਦੱਸਣਗੇ ਤੇ ਇੱਕ ਡਾਇਰੈਕਸ਼ਨ ਵਿੱਚ ਸਾਨੂੰ ਜਾਣ ਦੀ ਪੂਰੀ ਉਹਨਾਂ ਦੀ ਕੋਸ਼ਿਸ਼ ਰਹੇਗੀ ਤੇ ਐਂਡ ਵਿੱਚ ਸਿੱਟਾ ਦੱਸਣਗੇ ਕਿ ਕੀ ਸਿੱਟਾ ਇਸ ਡਿਸਕਸ਼ਨ ਦਾ ਪੂਰਾ ਨਿਕਲਦਾ। ਸੋ ਸਾਰਿਆਂ ਨੂੰ ਮੈਂ ਇੱਕ ਵਾਰ ਫਿਰ ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ। ਤੇ ਸਭ ਤੋਂ ਪਹਿਲਾਂ ਮੈਂ ਪਲਾਹੀ ਜੀ ਤੋਂ ਹੀ ਪੁੱਛਦਾ ਹਾਂ ਕਿ ਪਲਾਹੀ ਜੀ, ਜਿਹੜਾ ਬੇਰੁਜ਼ਗਾਰੀ ਦਾ ਜਿਹੜਾ ਮੁੱਦਾ ਹੈ ਉਹ ਕਰੰਟ ਸਿਚੁਏਸ਼ਨ ਕੀ ਹੈ ਤੇ ਪਿਛਲੇ ਕਾਫੀ ਕਿੰਨੇ ਲੰਬੇ ਸਮੇਂ ਤੋਂ ਸਿਚੁਏਸ਼ਨ ਜਿਹੜੀ ਹੈ ਚੱਲ ਰਹੀ ਹੈ, ਤੇ ਅਲੱਗ-ਅਲੱਗ ਜਿਹੜੀ ਪਾਰਟੀਆਂ ਜਿਹੜੀਆਂ ਇਲੈਕਸ਼ਨ ਦੇ ਦੌਰ ਦੇ ਵਿੱਚ ਜਿਹੜੇ ਵਾਅਦੇ ਕਰ ਰਹੀਆਂ ਨੇ ਉਹਨਾਂ ਵਿੱਚ ਕੀ ਜ਼ਿਕਰ ਹੈ ਬੇਰੁਜ਼ਗਾਰੀ ਨੂੰ ਦੂਰ ਕਰਨ ਦਾ? ਪਹਿਲੀ ਗੱਲ ਤਾਂ ਇਹ ਕਿ ਮੈਂ ਜਿੰਨੇ ਵੀ ਨੁਮਾਇੰਦੇ ਵੱਖ ਵੱਖਰੀਆਂ ਪਾਰਟੀਆਂ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਦੇਖੋ, ਦੇਸ਼ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਬਾਦੀ ਦੀ ਹੈ, ਪਰ ਆਬਾਦੀ ਦੇ ਨਾਲ ਨਾਲ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਜਿਹੜੀ ਹੈ ਉਹ ਬੇਰੁਜ਼ਗਾਰੀ ਦੀ ਹੈ। ਖਾਸ ਤੌਰ ਤੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨੇ ਇਸ ਹਾਲਤ ਤੱਕ ਨੌਜਵਾਨਾਂ ਨੂੰ ਪਰੇਸ਼ਾਨ ਕਰ ਦਿੱਤਾ ਕਿ ਪੰਜਾਬ ਵਿੱਚ ਪੰਜਾਬੀਆਂ ਦਾ ਜੀ ਲੱਗਣੋਂ ਹਟ ਗਿਆ ਤੇ ਉਹ ਪ੍ਰਵਾਸ ਦੇ ਰਾਹ ਤੇ ਪਏ ਹੋਏ। ਵੱਖੋ ਵੱਖਰੀਆਂ ਸਰਕਾਰਾਂ ਪਿਛਲੇ ਸਮੇਂ ਦੇ ਵਿੱਚ ਆਈਆਂ ਨੇ, ਉਹਨਾਂ ਨੇ ਆਪੋ ਆਪਣੇ ਪ੍ਰੋਗਰਾਮ ਰੁਜ਼ਗਾਰ ਦੇ ਸੰਬੰਧ ਦੇ ਵਿੱਚ ਦਿੱਤੇ ਨੇ। ਕੇਂਦਰ ਸਰਕਾਰ ਵੱਲੋਂ ਵੀ ਕੁਝ ਇਸ ਮਾਮਲੇ ਤੇ ਕੁਝ ਕਰਨ ਦਾ ਯਤਨ ਹੋਇਆ। ਮਨਰੇਗਾ ਵਰਗੀਆਂ ਸਕੀਮਾਂ ਉਹਨਾਂ ਵੱਲੋਂ ਚਾਲੂ ਕੀਤੀਆਂ ਗਈਆਂ ਨੇ। ਪੰਜਾਬ ਸਰਕਾਰ ਨੇ ਵੀ ਆਪਣੇ ਵੱਲੋਂ ਕਿਹਾ ਕਿ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ, ਪਰ ਕੀ ਪੰਜਾਬ ਦੇ ਲੋਕ ਇਹ ਸਾਰੀ ਸਥਿਤੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਏ ਨੇ? ਸੋ ਸਭ ਤੋਂ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਾਂਗਾ ਕਾਂਗਰਸ ਪਾਰਟੀ ਦੇ ਜਸਕਰਨ ਸਿੰਘ ਕਾਹਲੋਂ ਹੋਣਾ ਨੂੰ ਕਿ ਇਸ ਤੋਂ ਪਹਿਲਾਂ ਕਿ ਇਸ ਤੋਂ ਬਾਅਦ ਵਿੱਚ ਅਸੀਂ ਅਕਾਲੀ ਦਲ ਨੂੰ ਮੌਕਾ ਦਿਆਂਗੇ ਆਪਣੀ ਗੱਲ ਕਰਨ ਦਾ, ਕਿ ਇਹਨਾਂ 4 ਸਾਲਾਂ ਦੇ ਵਿੱਚ ਉਹਨਾਂ ਨੇ ਬੇਰੁਜ਼ਗਾਰੀ ਘਟਾਉਣ ਦੇ ਲਈ ਕਿਹੜੇ ਯਤਨ ਕੀਤੇ ਨੇ। ਕਿਉਂਕਿ ਬੇਰੁਜ਼ਗਾਰੀ ਇੱਕ ਇਹੋ ਜਿਹਾ ਮੁੱਦਾ ਸੀ ਜਿਹੜਾ ਪਿਛਲੀ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਸਾਡੇ ਸਾਹਮਣੇ ਆਇਆ ਸੀ, ਤੇ ਵੱਖੋ ਵੱਖਰੀਆਂ ਪਾਰਟੀਆਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਅਸੀਂ, ਕਿਸੇ ਨੇ ਕਿਹਾ ਘਰ ਘਰ ਰੁਜ਼ਗਾਰ ਦੇਵਾਂਗੇ, ਕਿਸੇ ਨੇ ਕਿਹਾ ਨੌਜਵਾਨਾਂ ਨੂੰ ਅਸੀਂ ਵਿਦੇਸ਼ ਦੇ ਮਜ਼ਦੂਰੀਆਂ ਜਿਹੜੀਆਂ ਉਹਨਾਂ ਦੀਆਂ ਮਜਬੂਰੀਆਂ ਨੇ ਵੱਖਰੇ ਅਸੀਂ 5 ਸਾਲ ਦੇ ਵਿੱਚ ਇਹ ਗੱਲ ਲਈ ਸਫਲ ਹੋ ਸਕੇ ਹਾਂ, ਕੋਈ ਪ੍ਰੋਜੈਕਟ ਅਸੀਂ ਲਾ ਸਕੇ ਹਾਂ। ਇਹ ਸਾਰੀ ਗੱਲ ਅੱਜ ਦੀ ਇਸ ਪਾਰਟੀ ਦੇ ਜੀ ਪਲਾਹੀ ਜੀ, ਤੁਹਾਡੀ ਆਵਾਜ਼ ਥੋੜੀ ਮਿਸ ਹੋ ਰਹੀ ਹੈ, ਪਰ ਜਿਹੜਾ ਸਵਾਲ ਤੁਹਾਡਾ ਹੈ ਬਿਲਕੁਲ ਸਾਫ਼ ਹੋ ਚੁੱਕਾ ਹੈ। ਸੋ ਜਸਕਰਨ ਕਾਲੋ ਜੋ ਕਿ ਕਾਂਗਰਸ ਦੇ ਪ੍ਰਵਕਤਾ ਸਾਡੇ ਨਾਲ ਜੁੜੇ ਨੇ ਸਮੇਂ ਦੇ ਦੌਰਾਨ ਜੀ। ਸੋ ਜਸਕਰਨ ਕਾਲੋ ਜੀ, ਤੁਹਾਡਾ ਇਸ ਮੁੱਦੇ ਬਾਰੇ ਕੀ ਕਹਿਣਾ ਹੈ? ਜਿਹੜੇ ਪਿਛਲੇ 4 ਸਾਲ ਜਿਹੜੇ ਲੰਘੇ ਨੇ, ਭਾਵੇਂ ਵਿੱਚੋਂ 1.5 ਸਾਲ ਜਿਹੜਾ ਹੈ ਕੋਵਿਡ ਦਾ ਲੰਘਿਆ ਹੈ, ਕੋਵਿਡ ਦਾ ਇੱਕ ਐਕਸਕਿਊਜ਼ ਬਹਾਨਾ ਜਿਹੜਾ ਹੈ ਉਹ ਹੈ, ਬਟ ਫਿਰ ਵੀ ਉਸ ਤੋਂ ਇਲਾਵਾ ਜੇਕਰ ਮੈਂ ਬੇਰੁਜ਼ਗਾਰੀ ਦੀ ਗੱਲ ਕਰਾਂ, ਉਸ ਸਮੱਸਿਆ ਨੂੰ ਹੱਲ ਕਰਨ ਲਈ ਤੁਸੀਂ ਕਿੰਨੀ ਕੁ ਕੋਸ਼ਿਸ਼ ਕੀਤੀ ਹੈ? ਮੋਹਿਤ ਜੀ, ਪਲਾਹੀ ਜੀ ਵੱਲੋਂ ਜਿਹੜਾ ਸਵਾਲ ਪੁੱਛਿਆ ਗਿਆ ਮੈਂ ਸਮਝਦਾ ਬੜਾ ਵਾਜਿਬ ਸਵਾਲ ਹੈ, ਕਿਉਂਕਿ ਮੈਂ ਕਾਂਗਰਸ ਪਾਰਟੀ ਦਾ ਨੁਮਾਇੰਦਾ ਹੋਣ ਦੇ ਨਾਤੇ ਅਸੀਂ 2016 ਦੇ ਵਿੱਚ ਜਦੋਂ ਆਪਣਾ ਮੈਨੀਫੈਸਟੋ, ਜਦੋਂ ਅਸੀਂ ਚੋਣ ਮੈਨੀਫੈਸਟੋ ਲੈ ਕੇ ਆਏ ਸੀ, ਉਹਦੇ ਵਿੱਚ ਅਸੀਂ ਘਰ ਘਰ ਰੋਜ਼ਗਾਰ ਦੇਣ ਦਾ ਜਿਹੜਾ ਵਾਅਦਾ ਅਸੀਂ ਲੋਕਾਂ ਦੇ ਨਾਲ, ਪੰਜਾਬ ਦੇ ਸਨਮਾਨਯੋਗ ਜਨਤਾ ਦੇ ਨਾਲ ਅਸੀਂ ਕੀਤਾ ਸੀ। ਤੇ ਮੈਂ ਤੁਹਾਡੀ ਜਾਣਕਾਰੀ ਲਈ, ਦਰਸ਼ਕਾਂ ਦੀ ਜਾਣਕਾਰੀ ਲਈ, ਔਰ ਜਿੰਨੇ ਵੀ ਪੈਨਲ ਦੇ ਉੱਤੇ ਇਸ ਡਿਸਕਸ਼ਨ 'ਚ ਬੈਠੇ ਨੇ ਨੁਮਾਇੰਦੇ ਅਲੱਗ-ਅਲੱਗ ਪਾਰਟੀਆਂ ਦੇ, ਬੜੇ ਸਨਮਾਨਯੋਗ ਨੇ ਸਾਰੇ, ਉਹਨਾਂ ਲਈ ਦੱਸ ਦਿਆਂ ਕਿ ਅੱਜ ਤੱਕ ਜਿਹੜਾ ਇਹ ਅਫੀਸ਼ੀਅਲ ਸਾਰੇ ਦਾ ਸਾਰਾ ਜਿਹੜਾ ਡੇਟਾ ਮੈਂ ਉਹਦੇ ਉੱਤੇ ਗੱਲ ਕਰਾਂਗਾ। ਅੱਜ ਤੱਕ ਅਸੀਂ 17,61,000 ਰੋਜ਼ਗਾਰ ਜਿਹੜਾ ਉਹ ਦੇ ਚੁੱਕੇ ਆ, ਜਿਹਦੇ ਵਿੱਚੋਂ 9,97,000 ਸਵੈ ਰੋਜ਼ਗਾਰ ਹੈ, ਜਿਹਨੂੰ ਅਸੀਂ ਸੈਲਫ ਇੰਪਲੋਇਮੈਂਟ ਕਹਿੰਦੇ ਆ, ਉਹਦੇ ਤਹਿਤ। ਤੇ ਉਸ ਤੋਂ ਇਲਾਵਾ
7 ਲੱਖ ਤੇ ਕੁਛ ਹਜ਼ਾਰ ਜਿਹੜਾ ਆ ਉਹ ਅਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬਸ ਦਿੱਤੀਆਂ ਨੇ, ਤੇ ਹੁਣ ਤੱਕ ਅਸੀਂ 62,743 ਜੌਬਸ ਜਿਹੜੀਆਂ ਨੇ, ਨੌਕਰੀਆਂ ਨੇ ਜਿਹੜੀਆਂ, ਉਹ ਅਸੀਂ ਗਵਰਨਮੈਂਟ ਸੈਕਟਰ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਜਿਹੜੀਆਂ ਨੇ ਹੁਣ ਤੱਕ ਜਿਹੜੇ ਇਸ ਆਪਣੇ ਸੂਬੇ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਏਮਪਲੋਇਮੈਂਟ ਵਜੋਂ ਅਸੀਂ ਦਿੱਤਾ ਹੈ। ਇਹ ਸਾਡਾ ਜਿਹੜਾ ਮੈਨੀਫੈਸਟੋ ਦਾ ਘਰ ਘਰ ਰੋਜ਼ਗਾਰ ਦਾ ਇੱਕ ਵਾਅਦਾ ਸੀਗਾ, ਅਸੀਂ ਉਹਨੂੰ ਪੂਰਾ ਕਰਨ ਵੱਲ ਕਦਮ ਦਰ ਕਦਮ ਵਧ ਰਹੇ ਹਾਂ। ਹਾਂ, ਇਹਦੇ ਵਿੱਚ ਥੋੜੀ ਜੀ ਇਹ ਖੜੋਤ ਕਿਉਂ ਆਈ? ਖੜੋਤ ਆਉਣ ਦੇ ਪਿੱਛੇ ਕਾਰਨ ਇੱਕ ਇਹ ਸੀਗਾ ਕਿ ਪੂਰਾ ਵਿਸ਼ਵ ਜਿਹੜੀ ਮਹਾਮਾਰੀ ਨਾਲ ਜੂਝ ਰਿਹਾ ਸੀ, ਪੰਜਾਬ ਵੀ ਉਹਦੇ ਤੋਂ ਛੂਟਾ ਨਹੀਂ ਰਿਹਾ। ਕਰੀਬ ਪਿਛਲੇ 1.5 ਸਾਲ ਤੋਂ ਲਗਾਤਾਰ ਮਤਲਬ ਜੇ ਆਪਾਂ ਕਹੀਏ ਤਾਂ ਪਹਿਲੀ ਪਿਛਲੀ ਵਾਰੀ ਮਾਰਚ ਦੇ ਵਿੱਚ ਲਾਕਡਾਊਨ ਲੱਗਾ, ਉਸ ਤੋਂ ਬਾਅਦ ਉਹ ਚੱਲਦਾ ਰਿਹਾ ਤੇ ਫਿਰ ਕੁਝ ਸਮੇਂ ਦੇ ਲਈ ਜਿਹੜੀ ਹੈ ਉਹ ਢਿੱਲ ਦਿੱਤੀ। ਸਾਰੇ ਕੰਮ ਜਿਹੜੇ ਨੇ, ਸਾਰੇ ਆਫਿਸਿਸ ਜਿਹੜੇ ਦੁਬਾਰਾ ਟਰੈਕ ਤੇ ਆਏ, ਚੱਲੇ। ਉਸ ਤੋਂ ਬਾਅਦ ਫਿਰ ਤੋਂ ਕਰੋਨਾ ਦਾ ਜਿਹੜੀ ਸੈਕੰਡ ਵੇਵ ਆਈ, ਉਹਨੇ ਵੀ ਸਾਨੂੰ ਦੁਬਾਰਾ ਦੱਬ ਲਿਆ ਤੇ ਫਿਰ ਤੋਂ ਹਾਲਾਤ ਉਦਾਂ ਦੇ ਬਣ ਗਏ ਕਿ ਕੋਈ ਵੀ ਜਿਹੜੇ ਦਫ਼ਤਰ ਸੀਗੇ ਜਾਂ ਕੋਈ ਵੀ ਜਿਹੜੇ ਡਿਪਾਰਟਮੈਂਟ ਸੀਗੇ ਉਹ ਚੰਗੇ ਤਰੀਕੇ ਦੇ ਨਾਲ ਆਪਰੇਟ ਨਹੀਂ ਕਰ ਰਹੇ ਸੀਗੇ। ਹੁਣ ਰਹੀ ਦੂਸਰੀ ਗੱਲ, ਪਲਾਈ ਸਾਹਿਬ ਨੇ ਜਿਹੜਾ ਵਿਸ਼ਾ ਚੁੱਕਿਆ ਜਾਂ ਜਿਹੜਾ ਤੁਸੀਂ ਅੱਜ ਵਿਸ਼ਾ ਚੁੱਕਿਆ, ਤੁਸੀਂ, ਮੈਂ ਸਮਝਦਾ ਕਿ ਮੈਂ ਤੁਹਾਡੀ ਇਸ ਚੀਜ਼ ਲਈ ਸਰਾਹਨਾ ਕਰਦਾ ਕਿ ਅੱਜ ਇਸ ਪੈਨਲ ਦੇ ਉੱਤੇ ਯੂਥ ਅਕਾਲੀ ਦਲ ਦੇ ਵੀ ਨੁਮਾਇੰਦੇ ਬੈਠੇ ਨੇ, ਯੰਗ ਨੇ, ਰਾਮਪੁਰ ਸਾਹਿਬ ਤੇ ਤਜਿੰਦਰ ਸਿੰਘ ਰਾਮਪੁਰ ਜੀ ਵੀ ਬੈਠੇ ਨੇ, ਇਹ ਵੀ ਯੰਗ ਨੇ, ਤੁਸੀਂ ਵੀ ਯੰਗ ਹੋ। ਪਲਾਈ ਸਾਹਿਬ ਸਾਡੇ ਬੜੇ ਸੀਨੀਅਰ ਪੱਤਰਕਾਰ ਨੇ, ਪਰ ਦੇਸ਼ ਦੀ ਆਬਾਦੀ ਜਿਹੜੀ ਹੈ ਉਹ 58 ਤੋਂ 60% ਜਿਹੜੀ ਹੈ ਨੌਜਵਾਨਾਂ ਦੀ ਹੈ ਜੀ। ਦੇਸ਼ ਦੀ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਹੈ ਤੇ ਸਾਡੇ ਸੂਬੇ ਦੇ ਵਿੱਚ ਵੀ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਡਿਮਾਂਡਸ ਨੇ। ਵਿਸ਼ੇਸ਼ ਰੂਪ ਦੇ ਉੱਤੇ ਜਿਹੜਾ ਹੈ ਰੋਜ਼ਗਾਰ ਹੀ ਸਭ ਤੋਂ ਵੱਡਾ ਜਿਹੜਾ ਇੱਕ ਵਿਸ਼ਾ ਹੈ, ਤੇ ਮੈਂ ਸਰਾਹਨਾ ਕਰਦਾ ਕਿ ਤੁਸੀਂ ਇਸ ਸੰਵੇਦਨਸ਼ੀਲ ਜਿਹੜੇ ਵਿਸ਼ੇ ਨੂੰ ਅੱਜ ਟੱਚ ਕੀਤਾ ਤੇ ਲੈ ਕੇ ਆਇਓ। ਤੇ ਬਾਕੀ ਸਾਡੇ ਕੋਲ ਤੇ ਬੜੀ ਲੰਮੀ ਫੇਰ ਲਿਸਟ ਹੈ ਕਿ ਅਸੀਂ ਜਿਹੜਾ ਵਾਅਦਾ ਕੀਤਾ ਸੀਗਾ ਰੋਜ਼ਗਾਰ ਵਾਲਾ, ਅਸੀਂ ਉਹ ਆਪਣਾ 100% ਜਿਹੜਾ ਹੈ ਉਹਨੂੰ ਪੂਰਾ ਕਰਾਂਗੇ। ਅਜੇ ਸਮਾਂ ਵੀ ਬਾਕੀ ਹੈ ਤੇ ਅਸੀਂ ਆਪਣੇ ਵਾਅਦੇ ਤੋਂ ਬਿਲਕੁਲ ਵੀ ਮੁਨਕਰ ਨਹੀਂ ਜੀ। ਬਟ ਫਿਰ ਵੀ ਜਿਹੜੇ ਓਪੋਜੀਸ਼ਨ ਜਿਹੜੀਆਂ ਪਾਰਟੀਆਂ ਨੇ ਉਹ ਜ਼ਰੂਰ ਜਿਹੜੇ ਐਲੀਗੇਸ਼ਨਸ ਜਿਹੜੀਆਂ ਨੇ ਉਹ ਲਗਾ ਰਹੀਆਂ ਨੇ। ਸੋ ਅਸੀਂ ਅਕਾਲੀ ਦਲ ਦਾ ਰੁਖ ਕਰਦੇ ਹਾਂ, ਗੌਰਵਦੀਪ ਜੀ ਤੋਂ ਉਹਨਾਂ ਦੇ ਬਿਆਨ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇਸ ਪੂਰੇ ਮੁੱਦੇ ਉੱਪਰ ਕੀ ਕਹਿਣਾ ਚਾਹੁੰਦੇ ਨੇ। ਦੇਖੋ ਮੋਹਿਤ ਜੀ, ਇਹਦੇ 'ਚ ਕੋਈ ਦੁਰਾਵਾਂ ਵਾਲੀ ਗੱਲ ਨਹੀਂ ਹੈ ਕਿ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਬਹੁਤ ਹੀ ਇੰਪੋਰਟੈਂਟ ਔਰ ਬਹੁਤ ਹੀ ਇੱਕ ਸੈਂਸਿਟਿਵ ਇੱਕ ਇਸ਼ੂ ਆ, ਜਿਸ ਨੂੰ ਆਪਾਂ ਹਾਈਲਾਈਟ ਕੀਤਾ ਵਾ, ਉਹ ਆ ਬੇਰੁਜ਼ਗਾਰੀ ਦਾ ਜਿਹੜਾ ਇਸ਼ੂ ਹੈ। ਔਰ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਪਲਾਹੀ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ, ਇਹਦੇ 'ਚ ਕੋਈ ਦੁਰਾਵਾਂ ਨਹੀਂ ਨੇ ਕਿ ਦੇਸ਼ ਦੀ ਆਬਾਦੀ ਵੀ ਵੱਧ ਵਾ, ਨਾਲ ਦੀ ਨਾਲ ਇੱਕ ਜਿਹੜੀ ਆਉਂਦੀ ਆ ਰੋਜ਼ਗਾਰ ਦੀ ਗੱਲ ਆਉਂਦੀ ਆ, ਰੋਜ਼ਗਾਰ ਦਾ ਜਿਹੜਾ ਮਸਲਾ ਵਾ ਇਹ ਰਹਿਣਾ ਵਾ। ਪਰ ਇਹਦੇ 'ਚ ਸਭ ਤੋਂ ਵੱਡੀ ਗੱਲ ਆਉਂਦੀ ਹੈ ਕਿ ਸਾਡੀ ਗਵਰਨਮੈਂਟਸ ਇੱਥੇ ਕੀ ਰੋਲ ਅਦਾ ਕਰਦੀਆਂ ਨੇ, ਸਾਡੇ ਗਵਰਨਮੈਂਟਸ ਇੱਥੇ ਕਿਹੜੇ ਵਾਅਦੇ ਕਰਦੀਆਂ ਨੇ, ਔਰ ਕੀ ਉਹ ਵਾਅਦੇ ਕੀਤੇ ਜਿਹੜੇ ਉਹਨਾਂ ਦੇ ਦੁਆਰਾ ਇਲੈਕਸ਼ਨਸ ਦੇ ਦੌਰਾਨ ਕੀ ਉਹਨਾਂ ਦੇ ਉੱਤੇ ਉਹ ਚੜ੍ਹਦੇ ਵੀ ਆ, ਉਹ ਵਾਅਦੇ ਪੂਰੇ ਕਰਦੇ ਵੀ ਆ ਕਿ ਨਹੀਂ ਕਰਦੇ। ਅੱਜ ਦੇਖੋ ਬੜੇ ਹੀ ਦੁੱਖ ਦੀ ਗੱਲ ਹੈ ਆਪਣੇ ਮੋਹਿਤ ਜੀ, ਅੱਜ ਮੌਜੂਦਾ ਸਮੇਂ ਦੇ ਵਿੱਚ ਕੀ ਹਾਲਾਤ ਹੈ ਕਿ ਪੋਲੀਟੀਕਲ ਪਾਰਟੀਜ਼ ਵੱਲੋਂ ਚਾਹੇ ਕੋਈ ਵੀ ਹੈ, ਉਹਨਾਂ ਨੂੰ ਵੀ ਪਤਾ, ਤੁਹਾਨੂੰ ਵੀ ਪਤਾ ਵਾ, ਤੁਸੀਂ ਵੀ ਪੱਤਰਕਾਰੀ ਨਾਲ ਸੰਬੰਧਿਤ ਹੋ, ਸਭ ਤੋਂ ਵੱਡਾ ਯੋਗਦਾਨ ਹਰੇਕ ਮੂਵਮੈਂਟ 'ਚ, ਚਾਹੇ ਉਹ ਪੋਲੀਟੀਕਲ ਹੋਵੇ, ਚਾਹੇ ਉਹ ਰਿਲੀਜੀਅਸ ਮੂਵਮੈਂਟ ਹੋਵੇ, ਚਾਹੇ ਕੋਈ ਵੀ ਐਜੀਟੇਸ਼ਨ ਮੌਜੂਦਾ ਸਮੇਂ ਦੇ ਵਿੱਚ, ਸਭ ਤੋਂ ਵੱਡਾ ਯੋਗਦਾਨ ਨੌਜਵਾਨਾਂ ਦਾ ਹੁੰਦਾ ਹੈ। ਕੋਈ ਵੀ ਜੇ ਮੂਵਮੈਂਟ ਕਾਮਯਾਬ ਹੁੰਦੀ ਹੈ ਤੇ ਨੌਜਵਾਨ ਕਾਮਯਾਬ ਕਰਦੇ ਨੇ। ਔਰ ਜਿੱਥੇ ਤੱਕ ਗੱਲ ਰਹੀ ਹੈ ਬੇਰੁਜ਼ਗਾਰੀ ਦੀ ਗੱਲ ਰਹੀ ਹੈ, 2016 ਦੇ ਵਿੱਚ 2017 ਦੀ ਇਲੈਕਸ਼ਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਔਰ ਇੱਕ ਬੜੀ ਵੱਡੀ ਸਹੁੰ ਖਾਧੀ ਸੀ ਕਿ ਜਿੱਥੇ ਨਸ਼ੇ ਦੇ ਮੁੱਦੇ ਤੇ ਉਹਨਾਂ ਨੇ ਗੱਲ ਕੀਤੀ ਸੀ, ਨਾਲ ਹੀ ਇੱਕ ਉਹਨਾਂ ਨੇ ਸਹੁੰ ਖਾਧੀ ਸੀ ਕਿ ਮੈਂ ਹਰ ਘਰ ਦੇ ਵਿੱਚ ਇੱਕ ਨੌਕਰੀ ਦਊਂਗਾ। ਠੀਕ ਹੈ ਜੀ। ਅੱਜ ਮੌਜੂਦਾ ਸਮੇਂ ਤੇ ਕੀ ਹਾਲਾਤ ਆ, ਅੱਜ ਬੜੇ ਹੀ ਦੁੱਖ ਦੀ ਗੱਲ ਵਾ ਕਿ ਅੱਜ ਵੀ ਮੌਜੂਦਾ ਸਮੇਂ ਤੇ ਕਿਸੇ ਨੂੰ ਕਿੰਨੀ ਕੁ ਨੌਕਰੀ ਦਿੱਤੀ ਗਈ, ਕਿੰਨੇ ਕੁ ਘਰਾਣਿਆਂ ਨੂੰ ਦਿੱਤੀ ਗਈ। ਅੱਜ ਜੇ ਆંકੜਿਆਂ ਦੇ ਹਿਸਾਬ ਨਾਲ ਗੱਲ ਕਰੀਏ, 55 ਲੱਖ ਇੱਥੇ ਜਿਹੜੇ ਹੈਗੇ ਆ ਟੋਟਲ ਪੰਜਾਬ ਦੇ ਵਿੱਚ ਆਬਾਦੀ ਆ, ਟੋਟਲ 55 ਲੱਖ ਇੱਥੇ ਘਰ ਹੈਗੇ, ਹਾਊਸ ਹੋਲਡ ਹੈਗੇ ਨੇ। ਠੀਕ ਹੈ। ਔਰ 55 ਲੱਖ ਦੇ ਵਿੱਚੋਂ ਸਤਿਕਾਰਯੋਗ ਸਾਡੇ ਮੇਰੇ ਵੀਰ ਕਾਲੋਂ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਅਸੀਂ ਤਕਰੀਬਨ 9 ਲੱਖ ਕੇ 10 ਲੱਖ ਆਪਾਂ ਨੌਕਰੀ ਦੇ ਦਿੱਤੀ ਹੈ। ਜੇ ਇੰਨੀ ਹੁੰਦੀ ਤੇ ਤੁਸੀਂ ਮੈਨੂੰ ਦੱਸੋ ਤੁਹਾਡੇ ਪਰਿਵਾਰ ਚੋਂ ਕਿਸੇ ਨੂੰ ਮਿਲੀ ਹੈ? ਮੇਰੇ ਪਰਿਵਾਰ ਚੋਂ ਮਿਲੀ ਹੈ? ਇੱਥੇ ਕਿਸੇ ਨੂੰ ਕੋਈ ਨਹੀਂ ਜੇ ਮਿਲਿਆ। ਅੱਜ ਕੇਵਲ ਤੇ ਕੇਵਲ ਇਹ ਝੂਠਾ ਪ੍ਰੋਪੇਗੈਂਡਾ ਹੈ। ਲੋਕਾਂ ਨੂੰ ਵੀ ਪਤਾ ਚੱਲ ਗਿਆ ਕਿ ਜ਼ਮੀਨੀ ਹਕੀਕਤ ਕੁਛ ਨਹੀਂ ਹੈ। ਨਾ ਕਾਂਗਰਸ ਨੇ ਕਿਸੇ ਨੂੰ ਕੋਈ ਨੌਕਰੀ ਦਿੱਤੀ ਹੈ,
ਕੋਈ ਕਿਸੇ ਤਰ੍ਹਾਂ ਦਾ ਕੋਈ ਕੰਮ ਕਾਜ ਨਹੀਂ ਕੀਤਾ ਗਿਆ। ਔਰ ਅਸਲ ਦੇ ਵਿੱਚ ਜਿਹੜੇ ਹੱਕਦਾਰ ਨੇ, ਅੱਜ ਇੱਕ ਬੜਾ ਹੀ ਵੱਡਾ ਔਰ ਇੱਕ ਸੰਵੇਦਨਸ਼ੀਲ ਇੱਕ ਮੁੱਦਾ ਆਉਂਦਾ, ਸਾਡੇ ETT ਟੀਚਰਸ ਵੱਲੋਂ ਕਿੰਨਾ ਵੱਡਾ ਪ੍ਰੋਟੈਸਟ ਕੀਤਾ ਗਿਆ ਔਰ ਤੁਹਾਡੇ ਨੌਲੇਜ ਵੀ ਹੋਣਾ ਵਾ, ਉੱਥੇ ਸੁਰਿੰਦਰ ਜਿਹੜੇ ਹੈਗੇ ਨੇ ETT ਟੀਚਰਸ ਵਾਲੇ, ਜਿਹੜੇ ਸੁਰਿੰਦਰਪਾਲ ਨੇ, ਉੱਥੇ ਟਾਵਰ ਤੇ ਚੜ੍ਹ ਕੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਹੈ, ਠੀਕ ਹੈ। ਔਰ ਅਜੇ ਤੱਕ ਕਈ ਵਾਰੀ ਕਾਂਗਰਸੀ ਨੁਮਾਇੰਦਿਆਂ ਦੇ ਨਾਲ, MLAs ਦੇ ਨਾਲ, ਇੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਕਾਇਦਾ ਗੱਲਬਾਤ ਵੀ ਹੋਈ ਇਹਨਾਂ ETT ਟੀਚਰਸ ਦੇ ਨਾਲ, ਕਈ ਵਾਰੀ VOTING ਵੀ ਇਹਨਾਂ ਤੋਂ ਪਾਈ ਗਈ, ਪਰ ਐਟ ਦੀ ਐਂਡ ਇਹਨਾਂ ਦਾ ਕੋਈ ਵੀ ਜਿਹੜੇ ਅਸਲ ਹੱਕਦਾਰ ਨੇ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ। ਘਰ ਨੌਕਰੀ ਤੇ ਫਿਰ ਵੀ ਦੂਰ ਦੀ ਗੱਲ ਵਾ। ਔਰ ਇਹ ਇੱਕ ਮੈਂ ਸਮਝਦਾ ਕਿ ਇੱਕ ਬੜਾ ਵੱਡਾ ਮਜ਼ਾਕ ਹੈ। ਲੋਕਾਂ ਨੂੰ ਪਤਾ ਚੱਲ ਗਿਆ ਕਿ ਅੱਜ ਕੀ ਕੁਝ ਹੋ ਰਿਹਾ ਵਾ। ਅੱਜ ਇੱਕ ਹੋਰ ਮੈਂ ਤੁਹਾਨੂੰ ਇੱਕ ਫੈਕਟ ਦੱਸਣਾ ਚਾਹੁੰਦਾ ਮੋਹਿਤ ਜੀ, ਘਰ ਨੌਕਰੀ ਦੀ ਗੱਲ ਕੀ ਆਉਣੀ ਸੀ ਕਿ ਆਲਰੇਡੀ ਜਿਹੜੇ ਇੱਥੇ MLA ਸਾਹਿਬਾਨ ਨੇ, MLA ਸਾਹਿਬਾਨ ਦਾ ਪਰਿਵਾਰ ਵਾ, ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ। ਇਹ ਤੇ ਸ਼ੁਕਰਗੁਜ਼ਾਰ ਸੀ ਸੋਸ਼ਲ ਮੀਡੀਆ ਦਾ, ਤੁਹਾਡਾ ਪ੍ਰਿੰਟਿੰਗ ਮੀਡੀਆ ਦਾ, ਔਰ ਜਿੰਨੇ ਵੀ ਆਪਣਾ TV ਦੀ ਜਿਹੜੀ ਮੀਡੀਆ ਵਾ ਉਹਨਾਂ ਦਾ ਸ਼ੁਕਰਗੁਜ਼ਾਰ ਆਪਾਂ ਕਰਦੇ ਹਾਂ ਕਿ ਇਹ ਮੁੱਦਾ ਬਹੁਤ ਹਾਈਲਾਈਟ ਹੋਇਆ, ਪੰਜਾਬ ਸਰਕਾਰ ਨੂੰ ਫਟਕਾਰ ਪਈ ਤੇ ਫਿਰ ਜਾ ਕੇ ਉਹਨਾਂ ਨੇ ਨੌਕਰੀਆਂ ਛੱਡੀਆਂ। ਅੱਜ ਇੱਕ ਬੜਾ ਵੱਡਾ ਐਕਸਕਿਊਜ਼ ਸਾਨੂੰ ਦਿੱਤਾ ਜਾ ਰਿਹਾ ਵਾ ਮੋਹਿਤ ਜੀ ਕਿ ਸਾਡਾ ਜੀ ਜਿਹੜਾ ਪੰਜਾਬ ਦਾ ਜਿਹੜਾ ਸਰਕਾਰੀ ਖਜ਼ਾਨਾ ਵਾ ਉਹ ਬਿਲਕੁਲ ਖਾਲੀ ਹੈ। ਪਰ ਮੈਨੂੰ ਤੁਸੀਂ ਦੱਸੋ, ਇੱਥੇ ਵੱਡੇ ਵੱਡੇ ਜਦੋਂ ਸਕੈਂਡਲ ਸਾਹਮਣੇ ਆਉਂਦੇ ਨੇ, ਜਦੋਂ ਰੇਤਾ ਦੇ ਸਕੈਂਡਲ ਆਉਂਦੇ ਨੇ, ਜਦੋਂ ਇਹਨਾਂ ਦੀ ਚਲੋ ਸਤਿਕਾਰਯੋਗ ਸਾਡੇ MLA ਸਾਹਿਬਾਨ ਜਦੋਂ ਵਿੱਚ ਆਉਂਦੇ ਨੇ, ਤੇ ਸਰਕਾਰੀ ਖਜ਼ਾਨਾ ਕਿੱਥੋਂ ਭਰ ਜੂ? ਐਟ ਦੀ ਐਂਡ ਟੈਕਸ ਕਿੱਥੋਂ ਜਾਊਗਾ ਤੇ ਐਟ ਦੀ ਐਂਡ ਕਿੱਥੇ ਨੌਕਰੀ ਹੋਊਗੀ? ਸੋ ਇਹ ਕੇਵਲ ਤੇ ਕੇਵਲ ਇਹ ਇੱਕ ਪ੍ਰੋਪੋਗੈਂਡਾ ਵਾ। ਲੋਕੀ ਹੁਣ ਐਤਕੀ ਕਾਂਗਰਸ ਦੀ ਗੱਲਾਂ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲਾਂ ਦੇ ਵਿੱਚ ਨਹੀਂ ਆਉਣ ਵਾਲੇ। ਔਰ ਹਕੀਕਤ ਤੌਰ ਤੇ ਤੁਸੀਂ ਵੀ ਜਾਣਦੇ ਹੋ, ਬੀਇੰਗ ਅ ਪੱਤਰਕਾਰ, ਔਰ ਹਰੇਕ ਤੁਸੀਂ, ਮੈਂ ਕਹਿੰਦਾ ਵਾਂ, ਇਹ ਕਹਿ ਰਹੇ ਆ ਕਿ ਅਸੀਂ ਜੀ 10 ਲੱਖ ਨੌਕਰੀ ਦਿੱਤੀ ਆ। ਸਤਿਕਾਰਯੋਗ ਵੱਡੇ ਵੀਰ ਨੇ ਜਿੱਦਾਂ ਜ਼ਿਕਰ ਕੀਤਾ ਹੈ ਕਾਲੋ ਸਾਹਿਬ, ਮੈਨੂੰ ਇੱਕ ਵਾਰੀ 10 ਲੱਖ ਜਾਣਿਆਂ ਦੀ ਇੱਕ ਵਾਰੀ ਲਿਸਟ ਤੇ ਦਿਓ, ਇੱਕ ਵਾਰੀ ਜਨਤਕ ਤੇ ਕਰੋ ਕਿ ਕੇਵਲ ਇਹ ਥੋੜੀ ਨਾ ਕਿ ਕੋਈ ਜ਼ੋਮੈਟੋ ਡਿਲੀਵਰੀ ਮੈਨ ਹੋ ਗਿਆ, ਕੋਈ ਸਵਿਗੀ ਵਾਲਾ ਵੈਲੇ ਲੱਗ ਗਿਆ ਤੇ ਉਸ ਨੂੰ ਵੀ ਤੁਸੀਂ ਸਰਕਾਰੀ ਨੌਕਰੀ ਦੇ ਵਿੱਚ ਕਰ ਰਹੇ ਹੋ। ਇੱਕ ਬੜੇ ਹੀ ਹਾਸੇ ਹੋਣੀ ਗੱਲ ਵਾ, ਔਰ ਬੜੀ ਹੀ ਨਾਲ ਸੰਜੀਦਾ ਗੱਲ ਵਾ ਜਿਹਦੇ ਉੱਤੇ ਸਿਆਸਤ ਹੋਈ ਜੀ। ਸੋ ਮੈਂ ਇਸ ਤੋਂ ਪਹਿਲਾਂ ਕਿ ਜਸਕਰਨ ਕਾਲੋ ਜੀ ਵੱਲ ਜਾਵਾਂ, ਮੈਂ ਆਮ ਆਦਮੀ ਪਾਰਟੀ ਦੇ ਤਜਿੰਦਰ ਸਿੰਘ ਰਾਮਪੁਰ ਉਹਨਾਂ ਦਾ ਬਿਆਨ ਲੈਣਾ ਚਾਹਾਂਗਾ। ਉਹਨਾਂ ਦਾ ਇਸ ਮੁੱਦੇ ਦੇ ਉੱਪਰ ਕੀ ਕਹਿੰਦੇ ਨੇ ਤੇ ਉਹਨਾਂ ਦੀ ਪਾਰਟੀ ਕੀ ਵਾਅਦੇ ਕਰਦੀ ਹੈ ਕਿ ਜੇਕਰ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਤਾਂ ਉਹ ਪੰਜਾਬ ਦੇ ਲਈ ਇਸ ਬੇਰੁਜ਼ਗਾਰੀ ਦੇ ਮੁੱਦੇ ਦੇ ਉੱਪਰ ਕੀ ਕੁਝ ਕਰਨਗੇ। ਸੋ ਤਜਿੰਦਰ ਸਿੰਘ ਰਾਮਪੁਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਦੇ ਉੱਪਰ? ਮੋਹਿਤ ਜੀ, ਧੰਨਵਾਦ ਤੁਹਾਡਾ ਬਹੁਤ-ਬਹੁਤ, ਤੁਸੀਂ ਡਿਬੇਟ ਵਿੱਚ ਆਉਣ ਲਈ ਸੱਦਾ ਦਿੱਤਾ ਆਮ ਆਦਮੀ ਪਾਰਟੀ ਨੂੰ ਜੀ। ਮੈਂ ਸੁਣ ਰਿਹਾ ਸੀ ਸਾਡੇ ਦੂਜੇ ਪੈਨਲਿਸਟ ਕਾਲੋਂ ਜੀ ਨੂੰ ਔਰ ਵਟੋਹਾ ਜੀ ਨੂੰ। ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਇਲੈਕਸ਼ਨ ਆਉਂਦੀਆਂ ਨੇ, 76 ਸਾਲ ਸਾਨੂੰ ਆਜ਼ਾਦ ਹੋਇਆ ਨੂੰ ਹੋ ਗਏ ਨੇ, ਸਿਰਫ ਇਹੀ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਹਰ ਵਾਰੀ ਕਿ ਆਹ ਕੀਤਾ ਜਾਏਗਾ, ਫਲਾਣੇ ਵਰਗ ਲਈ ਇਹ ਕੀਤਾ ਜਾਏਗਾ, ਇੰਨੇ ਰੁਜ਼ਗਾਰ ਦਿੱਤੇ ਜਾਣ। ਅਗਰ ਇਹ ਪ੍ਰੈਕਟੀਕਲੀ ਸਾਰਾ ਕੁਝ ਹੋਇਆ ਹੁੰਦਾ ਤੇ ਅੱਜ ਜਿਸ ਤਰ੍ਹਾਂ ਪਲਾਈ ਜੀ ਦੇ ਸਾਡੇ ਸਤਿਕਾਰਯੋਗ ਨੇ, ਜੋ ਪੰਜਾਬ ਦੀ ਅੱਜ ਹਾਲਾਤ, ਇੱਥੇ ਕਿਸਾਨੀ ਜਿਹੜੀ ਆ ਬਿਲਕੁਲ ਬਰਬਾਦ ਹੋ ਗਈ, ਇੱਥੋਂ ਦੀ ਇੰਡਸਟਰੀ ਪਲਾਇਨ ਕਰ ਗਈ ਹੈ, ਇੱਥੋਂ ਦੇ ਜਿੰਨੇ ਸਰਕਾਰੀ ਮਹਿਕਮੇ ਨੇ ਸਾਰੇ ਬਗੈਰ ਮੁਲਾਜ਼ਮਾਂ ਤੋਂ ਚੱਲ ਰਹੇ ਨੇ। ਔਰ ਮੈਨੂੰ ਹਾਸਾ ਵੀ ਆਉਂਦਾ ਇਸ ਚੀਜ਼ ਤੇ, ਤਰਸ ਵੀ ਆਉਂਦਾ ਸਾਡੇ ਪੈਨਲਿਸਟ ਮੇਰੇ ਸਤਿਕਾਰਯੋਗ ਨੇ ਵੀਰ, ਪਰ ਅਸੀਂ ਅੱਜ ਇੱਕ ਸੰਵੇਦਨਸ਼ੀਲ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ। ਅੱਜ ਪੰਜਾਬ ਦੀ ਜਿਹੜੀ ਤਸਵੀਰ ਹੈ, ਸਾਰੇ ਦੇਸ਼ਾਂ ਵਿਦੇਸ਼ਾਂ ਸਾਡਾ 75% ਸਾਡਾ ਨੌਜਵਾਨ ਜਿਹੜਾ ਇੱਥੋਂ ਪਲਾਇਨ ਕਰ ਗਿਆ, ਉਸਦੇ ਕੀ ਕਾਰਨ ਹੈ? ਅਗਰ ਇੱਥੇ ਸੈਲਫ ਇੰਪਲਾਇਮੈਂਟ ਹੁੰਦੀ, ਇੱਥੇ ਰੁਜ਼ਗਾਰ ਦੇ ਹੋਰ ਸਾਧਨ ਹੁੰਦੇ, ਸਾਰੇ ਜਿਹੜੇ ਸਰਕਾਰੀ ਮਹਿਕਮੇ ਦੇ ਵਿੱਚ ਜੌਬਸ ਹੁੰਦੀਆਂ, ਇੰਡਸਟਰੀ ਇੱਥੋਂ ਦੀ ਚੱਲਦੀ ਹੁੰਦੀ ਠੀਕ ਢੰਗ ਨਾਲ, ਖੇਤੀ ਸੈਕਟਰ ਠੀਕ ਤਰ੍ਹਾਂ ਚੱਲ ਰਿਹਾ ਹੁੰਦਾ, ਤੇ ਸ਼ਾਇਦ ਅੱਜ ਪੰਜਾਬ ਦੀ ਇਹ ਸਥਿਤੀ ਨਾ ਹੋ। ਸੋ ਆਮ ਆਦਮੀ ਪਾਰਟੀ ਜਿਹੜੀ ਹੈ, ਬੇਸ਼ੱਕ ਇਸ ਨੂੰ ਹੋਂਦ ਵਿੱਚ ਆਇਆ ਲਗਭਗ 8 ਸਾਲ ਹੋਏ ਨੇ, ਕਿਉਂਕਿ 76 ਸਾਲ ਦੇ ਲਗਭਗ ਆਜ਼ਾਦ ਸਾਨੂੰ ਹੋਇਆ ਨੂੰ ਹੋ ਗਏ ਨੇ, ਤੇ ਇਹਦੇ ਵਿੱਚੋਂ ਲਗਭਗ ਜਿਹੜਾ 64-65 ਸਾਲ ਦਾ ਸਮਾਂ ਇਹ ਦੋਨਾਂ ਪਾਰਟੀਆਂ ਨੇ ਲਗਭਗ ਇਹ ਤੇ ਰਾਜ ਕੀਤਾ। ਇਹ ਜ਼ਿੰਮੇਵਾਰੀ ਬਣਦੀ ਸੀ ਕਿ ਜਿਹੜਾ ਸਾਡਾ ਅਗਾਊਂ ਜਿਹੜੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਉਹਦੇ ਅਨੁਸਾਰ ਸਾਡਾ ਹਰ ਵਰਗ ਜਿਹੜਾ ਹਰ ਸੈਕਟਰ ਆ ਉਹਦਾ ਪ੍ਰੋਪਰ ਖਿਆਲ ਰੱਖਿਆ ਜਾਂਦਾ।
ਰਾਮਪੁਰ ਜੀ, ਇੱਥੇ ਤੁਹਾਨੂੰ ਮੈਂ ਰੋਕਣ ਦੀ ਕੋਸ਼ਿਸ਼ ਕਰ ਰਿਹਾ। ਚਲੋ ਠੀਕ ਹੈ, ਜੋ ਹੋਇਆ ਸੋ ਹੋਇਆ, ਜੋ ਬੀਤਾ ਸਮਾਂ ਹੋਇਆ। ਪਰ ਅਗਰ ਮੈਂ ਤੁਹਾਡੇ ਕੋਲ ਪੁੱਛਾਂ ਕਿ ਤੁਹਾਡੀ ਪਾਰਟੀ ਨੇ ਹਾਲੇ ਤੱਕ ਕਿਹੜਾ ਇਹੋ ਜਿਹਾ ਪਲਾਨ ਕੀਤਾ ਕਿ ਆਮ ਆਦਮੀ ਪਾਰਟੀ ਅਗਰ ਪੰਜਾਬ ਵਿੱਚ ਆਉਂਦੀ ਹੈ ਤਾਂ ਕੁਝ ਨਵਾਂ ਕਰੇਗੀ, ਲੋਕਾਂ ਲਈ ਰੋਜ਼ਗਾਰ ਪੈਦਾ ਕਰੇਗੀ? ਕਿਉਂਕਿ ਬੀਤੇ ਦਿਨ ਜੋ ਖਬਰਾਂ ਆਮ ਆਦਮੀ ਪਾਰਟੀ ਤੋਂ ਸਾਹਮਣੇ ਆਉਂਦੀਆਂ ਨੇ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਤਾਂ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਨੂੰ ਬੰਦ ਕਰਨ ਦਾ ਜ਼ਿਕਰ ਕਰਦੇ ਨੇ। ਸੋ ਇੱਕ ਤਰ੍ਹਾਂ ਦਾ ਇੰਪਲੋਇਮੈਂਟ ਉੱਥੇ ਹੋਰ ਜਿਹੜਾ ਹੈ ਖਰਾਬ ਹੋ ਜਾਂਦਾ ਹੈ, ਯਾਨੀ ਕਿ ਉਹਨਾਂ ਦੀ ਨੌਕਰੀ ਹੋਰ ਚਲੇ ਜਾਏਗੀ। ਸੋ ਤੁਹਾਡੇ ਵੱਲੋਂ ਕੀ ਪਲਾਨ ਕੀਤਾ ਜਾ ਰਿਹਾ? ਤੁਹਾਡੇ ਵੱਲੋਂ ਕੀ ਵਾਅਦੇ ਕੀਤੇ ਜਿਹੜੇ ਨੇ ਉਹ ਕੀਤੇ ਜਾਣਗੇ? ਤੁਹਾਡੇ ਵੱਲੋਂ ਤਾਂ ਸਿਰਫ ਹਜੇ ਤੱਕ ਬਿਜਲੀ ਮੁਫਤ ਦਾ ਜਿਹੜਾ ਹੈ ਐਲਾਨ ਕੀਤਾ ਗਿਆ, ਪਰ ਬੇਰੁਜ਼ਗਾਰੀ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਸਟੇਟਮੈਂਟ, ਕੋਈ ਵੀ ਜਿਹੜਾ ਇੱਕ ਪ੍ਰੋਮਿਸ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਨਹੀਂ ਕੀਤਾ ਗਿਆ। ਸੋ ਜੋ ਹੋਇਆ ਚਲੋ ਠੀਕ ਹੈ, ਪਰ ਆਉਣ ਵਾਲੀ ਜਨਤਾ ਹੁਣ ਆਉਣ ਵਾਲਾ ਸਮਾਂ ਦੇਖਣਾ ਚਾਹੁੰਦੀ ਹੈ, ਇੱਕ ਵਧੀਆ ਭਵਿੱਖ ਦੇਖਣਾ ਚਾਹੁੰਦੀ ਹੈ। ਉਹਨਾਂ ਲਈ ਤੁਹਾਡੀ ਪਾਰਟੀ ਕੀ ਸੋਚ ਰਹੀ ਹੈ? ਪਹਿਲੀ ਗੱਲ ਤਾਂ ਮੈਂ ਇਹ ਕਰਨੀ ਚਾਹੁੰਦਾ ਕਿ ਦਿੱਲੀ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਕਿਸੇ ਵੀ ਡਿਪਾਰਟਮੈਂਟ ਦੇ, ਚਾਹੇ ਟੀਚਰ ਹੋਣ, ਚਾਹੇ ਹਸਪੀਟਲ ਦਾ ਸਟਾਫ ਹੋਏ, ਕਿਸੇ ਨੇ ਵੀ ਅੱਜ ਤੱਕ ਕੋਈ ਸਟ੍ਰਾਈਕ ਨਹੀਂ ਕੀਤੀ। ਔਰ ਪੰਜਾਬ ਦੇ ਵਿੱਚ ਬੇਰੁਜ਼ਗਾਰ ਜਿਹੜੇ ਪੜ੍ਹੇ ਲਿਖੇ ਸਾਡੇ ਨੌਜਵਾਨ, ਉਹ ਹਰ ਵਰਗ ਦੇ ਨੌਜਵਾਨ ਜਿਹੜੇ ਅੱਜ ਕੱਲ੍ਹ ਸਟ੍ਰਾਈਕ ਤੇ ਨੇ ਕਿ ਸਾਨੂੰ ਰੁਜ਼ਗਾਰ ਮਿਲੇ। ਮੈਂ ਦੂਜੀ ਗੱਲ ਕਰਾਂ, ਪੰਜਾਬ ਦੇ ਵਿੱਚ ਦੇਖੋ, ਪੰਜਾਬ ਜਿਹੜੀ ਇੱਕ ਐਗਰੋ ਬੇਸਡ ਸਟੇਟ ਹੈ। ਇੱਥੇ ਜਿਹੜੇ ਵੱਧ ਤੋਂ ਵੱਧ ਜਿਹੜਾ ਉਦਯੋਗ ਹੈ ਐਗਰੋ ਬੇਸਡ ਲੱਗੇਗਾ, ਜਿਹੜਾ ਸਾਡੀ ਪਾਰਟੀ ਦਾ ਇੱਕ ਪਲਾਨ ਹੈ। ਇਸ ਤੋਂ ਇਲਾਵਾ ਜਿਹੜੀ ਇੱਥੇ ਮੈਂ ਗੱਲ ਕਰਨੀ ਚਾਹਾਂਗਾ, ਜਿੰਨੇ ਵੀ ਸਰਕਾਰੀ ਮਹਿਕਮੇ ਨੇ ਜਿਹੜੇ ਬਗੈਰ ਜਿਹੜੇ ਮੁਲਾਜ਼ਮਾਂ ਤੋਂ ਚੱਲ ਰਹੇ ਨੇ, ਉਹਨਾਂ ਦੇ ਵਿੱਚ ਭਰਤੀ ਕੀਤੀ ਜਾਵੇਗੀ। ਔਰ ਦੂਜੀ ਗੱਲ ਮੈਂ ਕਰਨੀ ਚਾਹਨਾ ਕਿ ਜਿਹੜੀ ਸੈਲਫ ਇੰਪਲਾਇਮੈਂਟ ਹੈ, ਦੇਖੋ ਇੱਕ ਸਭ ਤੋਂ, ਜਦੋਂ ਵੀ ਕਿਸੇ ਸਟੇਟ ਨੇ ਗਰੋਥ ਕਰਨਾ ਹੁੰਦਾ, ਬੇਸ਼ੱਕ ਉਹ ਸੀਮਿਤ ਹੁੰਦੀਆਂ ਨੇ ਬਾਕੀ ਜੌਬਸ, ਸਰਕਾਰੀ ਜੌਬਸ ਹੋਣ ਜਾਂ ਹੋਰ ਬਾਕੀ, ਪਰ ਜਿਹੜਾ ਸੈਲਫ ਇੰਪਲਾਇਮੈਂਟ ਲਈ ਸਭ ਤੋਂ ਵੱਧ ਜਿਹੜਾ ਲੋਕਾਂ ਨੂੰ ਰੁਜ਼ਗਾਰ ਸੈਲਫ ਇੰਪਲਾਇਮੈਂਟ ਰਾਹੀਂ ਦਿੱਤਾ ਜਾ ਸਕਦਾ, ਸਾਡੀ ਪਾਰਟੀ ਇਹ ਤੇ ਵੱਧ ਤੋਂ ਵੱਧ ਜ਼ੋਰ ਦੇਵੇ। ਜੀ, ਮੈਂ ਬਾਕੀ ਵੀ ਜਿਹੜੇ ਦੋਸਤ ਸਾਹਿਬਾਨ ਨੇ ਉਹਨਾਂ ਦਾ ਬਿਆਨ ਲੈਣਾ ਚਾਹਾਂਗਾ, ਪਰ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੁੱਕਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਜੁੜਦੇ ਹਾਂ। ਤੁਸੀਂ ਵੇਖਦੇ ਰਹੋ ਪ੍ਰੋਗਰਾਮ ਇਲੈਕਸ਼ਨ ਆਰ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ, ਤੇ ਅਸੀਂ ਇਸ ਬੜੇ ਇੱਕ ਅਹਿਮ ਮੁੱਦੇ ਦੇ ਉੱਪਰ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਮੁੱਦਾ ਹੈ ਜੀ ਬੇਰੁਜ਼ਗਾਰੀ ਦਾ। ਸੋ ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਤੇਜਿੰਦਰ ਸਿੰਘ ਰਾਮਪੁਰ ਹੋਣਾ ਦੇ ਨਾਲ, ਤੇ ਹੁਣ ਅਸੀਂ ਗੱਲਬਾਤ ਕਰਾਂਗੇ ਗੁਰਮੀਤ ਸਿੰਘ ਪਲਾਹੀ ਜੀ ਤੋਂ। ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤਿੰਨੋਂ ਨੁਮਾਇੰਦੇ ਜਿਹੜੇ ਅਲੱਗ-ਅਲੱਗ ਪਾਰਟੀ ਤੋਂ ਸਾਡੇ ਨਾਲ ਜਿਹੜੇ ਜੁੜੇ ਨੇ, ਉਹਨਾਂ ਨੇ ਆਪਣੀ ਆਪਣੀ ਗੱਲ ਰੱਖੀ ਹੈ। ਤੁਸੀਂ ਸੁਣ ਕੇ ਕੀ ਦੱਸਦੇ ਹੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਪੱਤਰਕਾਰਿਤਾ ਵਿੱਚੋਂ ਬਿਆਨਬਾਜ਼ੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ, ਪਰ ਅੱਜ ਦੀ ਇਸ ਡਿਬੇਟ ਦੇ ਵਿੱਚ ਜੇਕਰ ਮੁੱਦਾ ਛਿੜਿਆ ਤਾਂ ਤੁਸੀਂ ਕੀ ਸੋਚਦੇ ਹੋ? ਮੋਹਿਤ ਜੀ, ਤਿੰਨੇ ਸਤਿਕਾਰਯੋਗ ਨੁਮਾਇੰਦਿਆਂ ਨੇ ਆਪਣਾ ਪੱਖ ਰੱਖਿਆ ਹੈ। ਕਾਂਗਰਸ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਸਵੈ ਰੁਜ਼ਗਾਰ ਦੇ ਲਈ ਬੜੇ ਵੱਡੇ ਯਤਨ ਜਿਹੜੇ ਨੇ ਪਿਛਲੇ ਸਮੇਂ ਦੇ ਵਿੱਚ ਹੋਏ ਨੇ। ਅਕਾਲੀ ਦਲ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਕੁਝ ਕੀਤਾ, ਤੇ ਹੁਣ ਵਾਲਾ ਜਿਹੜਾ ਕਾਂਗਰਸ ਸਰਕਾਰ ਆ ਉਹਦੇ ਵੱਲੋਂ ਸਹੀ ਢੰਗ ਦੇ ਨਾਲ ਨੌਕਰੀਆਂ ਨਹੀਂ ਦਿੱਤੀਆਂ ਗਈਆਂ, ਜਿਹਦੇ ਕਾਰਨ ਨੌਜਵਾਨ ਜਿਹੜੇ ਨੇ ਸੜਕਾਂ ਤੇ ਨੇ। ਔਰ ਰਾਮਪੁਰ ਜੀ ਨੇ ਆਪਣਾ ਪੱਖ ਪੇਸ਼ ਕੀਤਾ ਕਿ ਮੈਨੀਫੈਸਟੋ ਦੇ ਵਿੱਚ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਜਿਹੜੀ ਹੈ ਕਰਾਂਗੇ, ਔਰ ਸਾਡਾ ਯਤਨ ਹੋਏਗਾ ਕਿ ਅਸੀਂ ਸਵੈ ਰੁਜ਼ਗਾਰ ਲਈ ਵੱਧ ਤੋਂ ਵੱਧ ਯਤਨ ਕਰਾਂਗੇ। ਇੱਥੇ ਮੈਂ ਇੱਕ ਪੱਖ ਅੱਗੋਂ ਰੱਖਣਾ ਚਾਹੁੰਦਾ ਕਿ ਤੇਜਿੰਦਰ ਸਿੰਘ ਰਾਮਪੁਰ ਜੀ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਉਹ ਸਵੈ ਰੁਜ਼ਗਾਰ ਦੇ ਉੱਤੇ ਜ਼ਿਆਦਾ ਜ਼ੋਰ ਦੇਣਗੇ, ਔਰ ਪਿੰਡਾਂ ਦੇ ਵਿੱਚ ਜਿਹੜੀ ਖੇਤੀ ਇੰਡਸਟਰੀ ਹੈ ਉਸ ਨੂੰ ਵਧਾ ਕੇ ਰੁਜ਼ਗਾਰ ਦੇਣ ਦੇ ਮਾਮਲੇ ਦੇ ਉੱਤੇ ਪਹਿਲ ਕਰਨੀ ਕਰਨਗੇ। ਪਰ ਇੱਥੇ ਜਾਣਨ ਵਾਲੀ ਗੱਲ ਇਹ ਹੈ ਕਿ ਕੀ ਪਿੰਡਾਂ ਦੇ ਵਿੱਚ ਹੱਥੀਂ ਕਿੱਤਾ ਸਿਖਲਾਈ ਦੇ ਜਿਹੜੇ ਪ੍ਰੋਗਰਾਮ ਹੁਣ ਚੱਲ ਰਹੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਚੱਲਣੇ ਨੇ, ਜਾਂ ਹੁਣ ਜਿਹੜੀਆਂ ਸਕੀਮਾਂ ਮਨਰੇਗਾ ਟਾਈਪ ਚੱਲ ਰਹੀਆਂ ਨੇ, ਕੀ ਉਹ ਰੁਜ਼ਗਾਰ ਦੇ ਮਾਮਲੇ ਦੇ ਉੱਤੇ ਕੋਈ ਚੰਗਾ ਕਰ ਸਕੀਆਂ ਨੇ ਜਾਂ ਨਹੀਂ ਕਰ ਸਕੀਆਂ ਨੇ? ਤੋ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਦਾ ਕਿਹੜਾ ਰੁਖ ਹੋਏਗਾ, ਔਰ ਇਸ ਤੋਂ ਅੱਗੇ ਅਸੀਂ ਹੋਰ ਅਗਲੀ ਬਹਿਸ ਜਿਹੜੀ ਹੈ ਛੇੜਾਂਗੇ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਆਈਆਂ, ਇਹਨਾਂ ਦੋਹਾਂ ਪਾਰਟੀਆਂ ਵੱਲੋਂ ਵੀ ਯਤਨ ਹੋਇਆ ਹੈ ਕਿ ਪ੍ਰਵਾਸ ਦੇ ਰਾਹ ਪਏ ਹੋਏ ਨੌਜਵਾਨਾਂ ਨੂੰ ਰੋਕਣ ਦਾ ਯਤਨ ਨਹੀਂ ਹੋਇਆ। ਅਕਾਲੀ ਦਲ ਵੇਲੇ ਵੀ ਯਤਨ ਇਹ ਹੋਇਆ ਸੀ ਕਿ ਜਿਸ ਵੇਲੇ ਨੌਜਵਾਨ ਪ੍ਰਵਾਸ ਦੇ ਰਾਹ ਤੁਰੇ ਸੀ ਤੇ ਉਹਨਾਂ ਨੇ ਇੱਕ NRI ਬੈਂਕ ਬਕਾਇਦਾ ਤੌਰ ਤੇ ਬਣਾਤਾ ਸੀ, ਜਿਹਦੇ ਰਾਹੀਂ ਨੌਜਵਾਨਾਂ ਨੂੰ ਸਹੀ ਢੰਗ ਦੇ ਨਾਲ ਵਿਦੇਸ਼ ਭੇਜਣ ਦੀ ਗੱਲ ਜਿਹੜੀ ਆ ਉਹਨਾਂ ਵੱਲੋਂ ਕੀਤੀ ਗਈ ਸੀ। ਹੁਣ ਵੀ ਰੁਜ਼ਗਾਰ ਦੇ ਲਈ ਯਤਨਾਂ ਨਾਲੋਂ ਵੱਧ ਬੱਚਿਆਂ ਨੂੰ ਪ੍ਰਵਾਸ ਤੇ ਰਾਹ ਪਾ ਕੇ ਕੀ
ਅਸੀਂ ਉਹਨਾਂ ਨੂੰ ਹੋਣ ਵਾਲੀਆਂ ਹਾਲਾਤ ਜਿਹੜੀਆਂ ਦਾ ਉਹ ਸਾਹਮਣਾ ਕਰ ਰਹੇ ਨੇ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਭਗੌੜੇ ਤੇ ਨਹੀਂ ਬਣਾ ਰਹੇ। ਬਿਲਕੁਲ, ਬਜਾਏ ਇਸ ਦੇ ਕਿ ਇੱਥੇ ਰਹਿ ਕੇ ਉਹ ਸਾਰੀ ਸਥਿਤੀ ਦਾ ਸਾਹਮਣਾ ਕਰਨ ਔਰ ਰਾਜਨੀਤਿਕ ਪਾਰਟੀਆਂ ਪੰਜਾਬ ਹਤੈਸ਼ੀ ਪ੍ਰੋਗਰਾਮ ਬਣਾ ਕੇ ਨੌਜਵਾਨਾਂ ਦੇ ਰੁਜ਼ਗਾਰ ਬਾਰੇ ਸਹੀ ਤੌਰ ਤੇ ਚੁੱਪੀ ਤੋੜਨ ਔਰ ਰੈਤਾਂ ਦੀ ਜਿਹੜੀ ਰਾਜਨੀਤੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਹਨੂੰ ਬੰਦ ਕਰਕੇ ਸਹੀ ਮਾਇਨਿਆਂ ਵਿੱਚ ਇਹੋ ਜਿਹੇ ਮੈਨੀਫੈਸਟੋ, ਇਹੋ ਜਿਹੇ ਕਾਰਜ ਸਾਡੇ ਸਾਹਮਣੇ ਲਿਆਉਣ ਜਿਨ੍ਹਾਂ ਨਾਲ ਪੰਜਾਬ ਦਾ ਨੌਜਵਾਨ ਕੋਈ ਰਾਹਤ ਮਹਿਸੂਸ ਕਰ ਸਕੇ ਔਰ ਪੰਜਾਬ ਦੇ ਵਿੱਚੋਂ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਪੰਜਾਬ ਦੇ ਵਿੱਚੋਂ ਮਨੀ ਜਿਹੜੀ ਡਰੇਨ ਹੋ ਰਹੀ ਹੈ ਉਹਦੇ ਉੱਤੇ ਕੋਈ ਰੋਕ ਲੱਗ ਸਕੇ। ਸੋ ਇਸ ਮਾਮਲੇ ਤੇ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਰਾਮਪੁਰ ਜੀ ਆਪਣਾ ਪੱਖ ਪੇਸ਼ ਕਰਨ ਕਿ ਉਹ ਆਪਣੇ ਮੈਨੀਫੈਸਟੋ ਵਿੱਚ ਜਿਹੜਾ ਚੋਣ ਮੈਨੀਫੈਸਟੋ ਉਹਨਾਂ ਨੇ ਰੱਖਣਾ ਹੈ ਉਹਦੇ ਮਾਮਲੇ ਦੇ ਉੱਤੇ ਉਹ ਵੋਕੇਸ਼ਨਲ ਸਿੱਖਿਆ ਬਾਰੇ ਔਰ ਪਿੰਡਾਂ ਦੇ ਵਿੱਚ ਜਿਹੜੇ ਖੇਤੀ ਉਦਯੋਗ ਨੇ ਉਹਨਾਂ ਮਾਮਲਿਆਂ ਦੇ ਬਾਰੇ ਕੀ ਸੋਚਦੇ ਨੇ। ਜੀ ਪਲਾਹੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹੈ। ਦੇਖੋ, ਤੁਸੀਂ ਜਿਹੜੇ ਸਾਡੇ ਬੱਚੇ ਵਿਦੇਸ਼ ਚਲੇ ਗਏ ਨੇ ਉਹਨਾਂ ਦਾ ਬਾਰ-ਬਾਰ ਤੁਸੀਂ 2-3 ਵਾਰੀ ਜ਼ਿਕਰ ਕੀਤਾ ਹੈ ਆਪਣੇ ਲਫ਼ਜ਼ਾਂ ਦੇ ਵਿੱਚ। ਮੈਂ ਸਭ ਤੋਂ, ਕਿਉਂਕਿ ਕਿਸੇ ਵੀ ਦੇਸ਼ ਦਾ, ਕਿਸੇ ਵੀ ਸਟੇਟ ਦੇ ਵਿੱਚ ਜਿੰਨਾ ਚਿਰ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ ਕੋਈ ਵੀ ਸਿਸਟਮ ਵਧੀਆ ਕੰਮ ਨਹੀਂ ਕਰ ਸਕਦਾ। ਸਭ ਤੋਂ ਜਿਹੜੀ ਪ੍ਰੈਫਰੈਂਸ ਹੈ ਆਮ ਆਦਮੀ ਪਾਰਟੀ, ਸਭ ਤੋਂ ਪਹਿਲਾਂ ਲਾਅ ਐਂਡ ਆਰਡਰ ਸੁਧਾਰਨਾ। ਸਾਰੇ ਜਿਹੜੇ ਮਹਿਕਮੇ ਨੇ ਜਿਹੜੇ ਕਿ ਕੁਝ ਸਰਕਾਰ ਚਲਾ ਰਹੀਆਂ ਧਿਰਾਂ ਦੇ ਅਨੁਸਾਰ ਕਾਨੂੰਨ ਤੋਂ ਹਟ ਕੇ ਕੰਮ ਕਰ ਰਹੇ ਨੇ, ਉਹਨਾਂ ਨੂੰ ਕਾਨੂੰਨ ਅਨੁਸਾਰ ਕੰਮ ਕਰਨ ਲਈ ਲਾਉਣਾ, ਕਿਉਂਕਿ ਤਾਂ ਜੋ ਵਿਦੇਸ਼ਾਂ ਵਿੱਚ ਸਾਡੇ ਨੌਜਵਾਨ ਜਾ ਰਹੇ ਨੇ ਸਿਰਫ ਇੱਕੋ ਕਾਰਨ ਨਹੀਂ, ਆਰਥਿਕਤਾ ਤੇ ਇੱਕ ਕਾਰਨ ਹੈ। ਅੱਜ ਬਹੁਤ ਸਾਰਾ ਸ਼ਹਿਰੀ ਵਰਗ ਜਿਹੜਾ ਵੈਲ ਸੈਟਲਡ ਨੇ ਇੱਥੇ ਉਹ ਵੀ ਵਿਦੇਸ਼ਾਂ ਵੱਲ ਕੂਚ ਕਰ ਰਹੇ ਜੀ। ਉਸਦਾ ਕੀ ਕਾਰਨ? ਕਿਉਂਕਿ ਉਹ ਲੋਕ ਇੱਥੇ ਜਿਹੜਾ ਇਸ ਸਿਸਟਮ ਤੋਂ ਇੰਨੇ ਤੰਗ ਨੇ ਔਰ ਇੰਨਾ ਡਰਾਉਣਾ ਮਾਹੌਲ ਬਣਿਆ ਕਿ ਇੱਥੇ ਦੀ ਇੰਡਸਟਰੀ ਭੱਜ ਰਹੀ ਹੈ, ਇੱਥੇ ਦਾ ਯੂਥ ਬਾਹਰ ਭੱਜ ਰਿਹਾ, ਇੱਥੋਂ ਦੇ ਆਮ ਵਪਾਰੀ ਬਾਹਰ ਭੱਜ ਰਹੇ ਨੇ। ਸੋ ਇੰਪਲਾਇਮੈਂਟ ਕਿੱਥੋਂ ਮਿਲੇਗੀ? ਜਦੋਂ ਇੰਪਲਾਇਮੈਂਟ ਦੇਣ ਵਾਲੇ ਲੋਕ ਖੁਦ ਬਾਹਰ ਜਾਣਗੇ ਤਾਂ ਇੰਪਲਾਇਮੈਂਟ ਕਿੱਥੋਂ ਜਾ ਸਕੇਗੀ? ਇਸ ਲਈ ਸਾਡੀ ਪਾਰਟੀ ਸੋਚਦੀ ਹੈ ਜਿੱਥੇ ਬਾਕੀ ਮੁੱਦਿਆਂ ਤੇ ਅਸੀਂ ਕੰਮ ਕਰਾਂਗੇ ਤਕੜੇ ਹੋ ਕੇ, ਸਾਡੇ ਜਿਹੜੇ ਸਪੈਸ਼ਲ ਨੇ, ਮਾਹਰ ਲੋਕ ਨੇ, ਉਹ ਸਾਰਾ ਕੁਝ ਦੇਣਗੇ। ਪਰ ਸਭ ਤੋਂ ਵੱਡੀ ਜਿਹੜੀ ਪ੍ਰੈਫਰੈਂਸ ਸਾਡੀ ਪਾਰਟੀ ਦੀ ਹੋਏਗੀ ਕਿ ਪੰਜਾਬ ਦੇ ਮਾਹੌਲ ਨੂੰ ਜਿਹੜਾ ਬਿਲਕੁਲ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕਰਨਾ ਔਰ ਆਮ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਕਿ ਤੁਸੀਂ ਇਸ ਦੇਸ਼ ਦੇ ਸਟੇਟ ਦੇ ਆਜ਼ਾਦ ਨਾਗਰਿਕ ਹੋ। ਤੁਹਾਡਾ ਜਿਹੜਾ ਇਹ ਆਪਣਾ ਦੇਸ਼ ਹੈ, ਸਾਡੇ ਜਿਹੜੇ ਖਾਸ ਕਰਕੇ ਮੈਂ ਇੱਥੇ ਗੱਲ ਹੋਰ ਐਡ ਕਰਨੀ ਚਾਹਾਂਗਾ, ਜਿੱਥੇ ਰੈਵਨਿਊ ਦੇ ਬਹੁਤ ਸਾਰੇ ਸੋਰਸ ਜਿਹੜੇ ਬਾਹਰੋਂ ਬਾਹਰ ਲੁੱਟੇ ਜਾ ਰਹੇ ਨੇ, ਉਹ ਵੀ ਇੱਕ ਅਨਐਮਪਲਾਇਮੈਂਟ ਦਾ ਵੱਡਾ ਕਾਰਨ ਹੈ। ਔਰ ਸਾਡਾ ਯੂਥ ਜੋ ਇੱਥੋਂ ਆਪਣੀ ਜ਼ਮੀਨ, ਆਪਣਾ ਪੈਸਾ ਬਾਹਰ ਲਿਜਾ ਰਿਹਾ, ਉਹ ਵੀ ਬਹੁਤ ਵੱਡਾ ਕਾਰਨ ਹੈ। ਅਗਰ ਅਸੀਂ ਮਾਹੌਲ ਠੀਕ ਦੇਵਾਂਗੇ ਤੇ ਸਾਡਾ ਯੂਥ ਇੱਥੇ ਆ ਕੇ ਇਨਵੈਸਟ ਕਰੇਗਾ ਔਰ ਪੰਜਾਬ 'ਚ ਇੰਪਲਾਇਮੈਂਟ ਵਧੇਗੀ, ਮਿਲੇਗੀ। ਜੀ ਆਪਾਂ ਹੁਣ ਗੱਲ ਕਰਦੇ ਹਾਂ ਜਿਸ ਕਾਰਨ ਕਾਲੋ ਜੀ ਦੇ ਨਾਲ। ਕਾਲੋ ਜੀ, ਤੁਹਾਡੇ ਪਾਰਟੀ ਦੇ ਉੱਪਰ ਕਿਤੇ ਨਾ ਕਿਤੇ ਐਲੀਗੇਸ਼ਨਸ ਲੱਗ ਰਹੇ ਨੇ ਕਿ ਲਾਅ ਐਂਡ ਆਰਡਰ ਨੂੰ ਤੁਸੀਂ ਸਹੀ ਢੰਗ ਨਾਲ ਨਹੀਂ ਕੰਟੀਨਿਊ ਕਰ ਪਾ ਰਹੇ, ਜਿਸ ਕਰਕੇ ਜਿਹੜੇ ਲੋਕ ਜਿਹੜੇ ਨੇ ਬਾਹਰ ਜਾਣ ਨੂੰ ਜ਼ਿਆਦਾ ਤਰਜੀਹ ਦੇ ਰਹੇ ਨੇ, ਜਾਂ ਫਿਰ ਜਿਹੜੇ ਹੋਰਾਂ ਜਿਹੜੀ ਇੰਡਸਟਰੀ ਜਿਹੜੀ ਹੈ ਪੰਜਾਬ 'ਚ ਆਉਣ ਨੂੰ ਫਿਰਦੀਆਂ ਨੇ ਉਹ ਨਹੀਂ ਆ ਪਾ ਰਹੀਆਂ। ਸੋ ਇਸ ਬਾਰੇ ਤੁਹਾਡਾ ਕੀ ਬਿਆਨ ਹੈ? ਮੋਹਿਤ ਜੀ, ਇਹ 3-4 ਅਲੱਗ-ਅਲੱਗ ਵਿਸ਼ੇ ਨੇ ਤੇ ਮੈਂ ਚਾਹੂੰਗਾ ਕਿ ਥੋੜਾ ਜਿਹਾ ਮੈਨੂੰ ਸਮਾਂ ਦਿਓ ਤਾਂ ਕਿ ਮੈਂ ਇਹਨਾਂ ਸਾਰਿਆਂ ਵਿਸ਼ਿਆਂ ਦੇ ਉੱਤੇ ਕੋਸ਼ਿਸ਼ ਕਰਾਂ ਕਿ ਮੈਂ ਆਪਣੀ ਗੱਲ ਰੱਖ ਸਕਾਂ, ਆਪਣੀ ਪਾਰਟੀ ਦਾ ਪੱਖ ਰੱਖ ਸਕਾਂ ਜਾਂ ਸਰਕਾਰ ਦਾ। ਬਿਲਕੁਲ। ਪਹਿਲੀ ਗੱਲ, ਜੇ ਹੁਣ ਆਪਾਂ ਪਲਾਈ ਸਾਹਿਬ ਦੀ ਗੱਲ ਨਾਲ ਸ਼ੁਰੂ ਕਰ ਲਈਏ ਤੇ ਉਹਨਾਂ ਨੇ ਇੱਕ ਬੜਾ ਵਧੀਆ ਮੁੱਦਾ ਇਹ ਚੁੱਕਿਆ ਕਿ ਜਿਹੜਾ ਸਾਡਾ ਬ੍ਰੇਨ ਡਰੇਨ ਹੋ ਰਿਹਾ ਤੇ ਜਿਹੜੇ ਸਾਡੇ ਫਾਈਨੈਂਸ਼ੀਅਲ ਜਿਹੜਾ ਅਸੀਂ ਵੀ ਡਰੇਨੇਜ ਹੋ ਰਹੀ ਹੈ ਸਾਡੀ ਵਿਦੇਸ਼ਾਂ ਦੇ ਵਿੱਚ ਜਿਹੜੀ ਆ ਬੱਚਿਆਂ ਦੀ ਹਾਇਰ ਐਜੂਕੇਸ਼ਨ ਦੀ ਜਾਂ ਐਜੂਕੇਸ਼ਨ ਦੀ ਬੱਚੇ ਜਿਹੜੇ ਵਿਦੇਸ਼ਾਂ ਜਾ ਰਹੇ ਨੇ। ਮੈਂ ਇਸ ਗੱਲ ਤੇ ਮੈਂ ਪਲਾਈ ਸਾਹਿਬ ਦੇ ਨਾਲ ਬਿਲਕੁਲ ਸਹਿਮਤ ਆ ਕਿ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਲਾਅ ਐਂਡ ਆਰਡਰ ਕਰਕੇ ਲੋਕ ਜਿਹੜਾ ਨੇ ਉਹ ਵਿਦੇਸ਼ਾਂ ਵੱਲ ਕੂਚ ਕਰ ਰਹੇ ਨੇ, ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਆ ਕਿ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਉਹਨਾਂ ਨੂੰ ਉਹ ਮਾਹੌਲ ਨਹੀਂ ਦੇ ਪਾ ਰਹੇ ਜਿਸ ਕਰਕੇ ਉਹ ਬਾਹਰ ਜਾ ਰਹੇ ਨੇ। ਰਾਮਪੁਰ ਸਾਹਿਬ ਇਸ ਗੱਲ ਨਾਲ ਮੇਰੀ ਨਾਲ ਸਹਿਮਤ ਹੋਣਗੇ ਔਰ ਸਾਰੇ ਪੈਨਲਿਸਟ ਹੋਣਗੇ ਕਿ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਪੰਜਾਬ ਦੇ ਵਿੱਚ ਚਲਨ ਹੈ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਣ ਦਾ। ਇਸ ਤੋਂ ਪਹਿਲਾਂ ਵੀ ਜੇ ਅੱਜ ਤੋਂ ਆਪਾਂ 35-40 ਸਾਲ ਪਹਿਲਾਂ ਵੀ ਜੇ ਝਾਤ ਮਾਰੀ ਹੈ ਤੇ ਉਸ ਸਮੇਂ ਵੀ ਜਿਹੜੇ ਸਾਡੇ ਪੰਜਾਬੀ ਸੀ ਉਹ ਬੜੀ ਵੱਡੀ ਤਾਦਾਦ ਦੇ ਵਿੱਚ ਪਲਾਇਨ ਕੀਤੇ ਵਿਦੇਸ਼ਾਂ ਦੇ ਵਿੱਚ। ਅੱਜ ਇੱਕ ਲੀਗਲ ਚੈਨਲ ਬਣ ਗਿਆ ਹੈ ਕਿ ਬੱਚੇ ਜਿਹੜੇ ਨੇ ਉਹ ਸਟੱਡੀ ਬੇਸ ਦੇ ਉੱਤੇ ਵਿਦੇਸ਼ਾਂ ਜਾਣਾ ਚਾਹੁੰਦੇ ਨੇ
ਤੇ ਮੇਰੇ ਖਿਆਲ ਨਾਲ ਕਿ ਇਹਦੇ 'ਚ ਮੈਂ ਇਹਨੂੰ ਬਿਲਕੁਲ ਗਲਤ ਨਹੀਂ ਮੰਨਦਾ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਨਾ, ਪਰ ਹਾਂ ਜਿੱਥੋਂ ਤੱਕ ਕਿ ਸਾਡੇ ਬੱਚਿਆਂ ਦਾ ਸਵਾਲ ਹੈ ਕਿ ਉਹ ਵਿਦੇਸ਼ਾਂ 'ਚ ਜਾ ਕੇ ਪੜ੍ਹਦੇ ਨੇ, ਤੇ ਮੇਰੀ ਇੱਕ ਉਮੀਦ ਹੈ ਉਹਨਾਂ ਬੱਚਿਆਂ ਤੋਂ ਕਿ ਜਦੋਂ ਉਹ ਆਪਣੀ ਐਜੂਕੇਸ਼ਨ ਪੂਰੀ ਕਰ ਲੈਣ ਤੇ ਇੱਕ ਕੋਸ਼ਿਸ਼ ਜ਼ਰੂਰ ਕਰਨ ਕਿ ਵਾਪਸ ਆ ਕੇ ਆਪਣੇ ਸੂਬੇ ਲਈ, ਆਪਣੇ ਦੇਸ਼ ਦੇ ਵਿੱਚ ਆ ਕੇ ਇੱਕ ਵਾਰੀ ਉਹ ਜਿਹੜੀ ਡਿਵੈਲਪਮੈਂਟ ਦਾ ਜਿਹੜਾ ਹਿੱਸਾ ਉਹ ਬਣ ਸਕਣ, ਕਿਉਂਕਿ ਉਹ ਬਾਹਰੋਂ ਬਹੁਤ ਐਕਸਪਲੋਰ ਕਰਕੇ ਆਉਂਦੇ ਨੇ, ਬਾਹਰੋਂ ਬਹੁਤ ਸਿੱਖ ਕੇ ਆਉਣਗੇ ਤੇ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਹਾਲਾਤ ਵੀ ਬਿਹਤਰ ਹੋਣਗੇ ਤਾਂ ਕਿ ਉਹ ਆ ਕੇ ਜਿਹੜਾ ਇੱਥੇ ਆਪਣੀ ਕੰਟਰੀਬਿਊਸ਼ਨ ਕਰ ਸਕਣ। ਹੁਣ ਦੂਸਰੀ ਗੱਲ, ਰਾਮਪੁਰ ਸਾਹਿਬ ਨੇ ਗੱਲ ਕਹੀ ਕਿ ਜਿਹੜਾ ਦਿੱਲੀ ਵਾਂਗੂ ਅਸੀਂ ਦਿੱਲੀ ਮਾਡਲ ਦੇ ਉੱਤੇ ਜਾਂ ਦਿੱਲੀ ਦੇ ਆਧਾਰ ਦੇ ਉੱਤੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਇੰਡਸਟਰੀ ਲੈ ਕੇ ਆਵਾਂਗੇ। ਰਾਮਪੁਰ ਸਾਹਿਬ, ਪੰਜਾਬ ਇੱਕ ਸਰਹੱਦੀ ਸੂਬਾ ਹੈ ਔਰ ਕਿਸੇ ਵੀ ਤਰੀਕੇ ਦਾ ਇੰਪੋਰਟ ਜਾਂ ਐਕਸਪੋਰਟ ਕਰਨ ਲਈ ਸਾਡੇ ਕੋਲ ਕੋਈ ਵੀ ਬੰਦਰਗਾਹ ਨਹੀਂ ਹੈ, ਔਰ ਜਿਹੜਾ ਮੇਜਰ ਜਿਹੜਾ ਸਾਡਾ ਇੰਪੋਰਟ ਜਾਂ ਐਕਸਪੋਰਟ ਦਾ ਜਿਹੜਾ ਬਿਜ਼ਨਸ ਹੁੰਦਾ ਹੈ ਉਹ ਹੁੰਦਾ ਹੈ ਬੰਦਰਗਾਹਾਂ ਦੇ ਮਾਧਿਅਮ ਦੇ ਰਾਹੀਂ। ਸੋ ਅਸੀਂ ਇੱਕ ਸਰਹੱਦੀ ਸੂਬਾ, ਜਿਹੜਾ ਸਾਡਾ ਫਰੈਟ ਹੈ, ਜਿਹੜਾ ਕਿਸੇ ਵੀ ਕੱਚੇ ਮਾਲ ਨੂੰ ਪੰਜਾਬ ਤੱਕ ਪਹੁੰਚਾਉਣ ਦਾ ਭਾੜਾ ਤੇ ਇਸ ਤੋਂ ਬਾਅਦ ਉਹਨੂੰ ਪ੍ਰੋਸੈਸ ਕਰਕੇ ਵਾਪਸ ਦੇਸ਼ ਦੇ ਦੂਜੇ ਕੋਨਿਆਂ 'ਚ ਜਾਂ ਵਿਦੇਸ਼ਾਂ 'ਚ ਭੇਜਣ ਦਾ ਜਿਹੜਾ ਉਹਦਾ ਜਿਹੜੇ ਕਾਸਟ ਆ ਜਾਂਦੀ ਹੈ ਜਿਹੜੀ ਇੰਡਸਟਰੀ ਦੇ ਉੱਤੇ, ਉਹ ਬਹੁਤ ਵੱਧ ਜਾਂਦੀ ਹੈ, ਜਿਸ ਕਰਕੇ ਪੰਜਾਬ ਜਿਹੜਾ ਹੈ ਉਹ ਇੰਡਸਟਰੀ ਤੋਂ ਕਿਤੇ ਨਾ ਕਿਤੇ ਇੰਡਸਟਰੀ ਇੱਥੋਂ ਪਲਾਇਨ ਕਰ ਰਹੀ ਹੈ। ਇੱਕ ਚੀਜ਼। ਦੂਸਰੀ ਚੀਜ਼ ਕਿ ਪੰਜਾਬ, ਕਿਉਂਕਿ ਪੰਜਾਬ ਕਦੀ ਵੀ ਇੰਡਸਟਰੀ ਲਈ, ਮੇਰੇ ਖਿਆਲ ਨਾਲ ਇੰਨੀ ਜ਼ਰਖੇਜ਼ ਸਾਡੀ ਧਰਤੀ ਹੈ, ਇੰਨੀ ਜ਼ਰਖੇਜ਼ ਸਾਡੀ ਮਿੱਟੀ ਹੈ, ਤੇ ਪੰਜਾਬ ਕਦੀ ਵੀ ਇੰਡਸਟਰੀ ਲਈ ਸਹੀ ਜਗ੍ਹਾ ਸੀ ਹੀ ਨਹੀਂ। ਹਾਂ, ਐਗਰੋ ਇੰਡਸਟਰੀ ਦੀ ਜਿਹੜੀ ਗੱਲ ਕਰਦੇ ਨੇ, ਐਗਰੋ ਇੰਡਸਟਰੀ ਲਈ ਅਸੀਂ ਬਿਲਕੁਲ ਪਰਫੈਕਟ ਅਸੀਂ ਸਟੇਟ ਆ, ਜਿਹਦੇ ਲਈ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਚਾਹੇ ਅਸੀਂ ਮਾਰਕਫੈਡ ਦੀ ਗੱਲ ਕਰ ਲਈਏ, ਚਾਹੇ ਅਸੀਂ ਪਨਗ੍ਰੇਨ ਦੀ ਗੱਲ ਕਰ ਲਈਏ ਜਾਂ ਪੰਜਾਬ ਐਗਰੋ ਦੀ ਗੱਲ ਕਰ ਲਈਏ, ਪੰਜਾਬ ਐਗਰੋ ਦੇ ਪਲਾਂਟ ਮਾਲਵੇ ਚੱਲ ਰਹੇ ਨੇ, ਪੰਜਾਬ ਐਗਰੋ ਦੇ ਪਲਾਂਟ ਸਾਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ, ਤੇ ਬਹੁਤ ਸਾਰੇ ਜਿਹੜਾ ਪ੍ਰੋਸੈਸ ਇੱਥੋਂ, ਚਾਹੇ ਅਸੀਂ ਟਮਾਟਰ ਦੀ ਗੱਲ ਕਰ ਲਈਏ, ਚਾਹੇ ਕਿੰਨੋ ਦੀ ਗੱਲ ਕਰ ਲਈਏ, ਸਾਰੇ ਦਾ ਸਾਰਾ ਜਿਹੜਾ ਇੱਥੋਂ ਤੱਕ ਕਿ ਟਮਾਟਰ ਦੀ ਇੰਨੀ ਡਿਮਾਂਡ ਹੋ ਜਾਂਦੀ ਹੈ ਕਿ ਜਿੰਨੀ ਸਾਡੀ ਪ੍ਰੋਡਕਸ਼ਨ ਹੈ ਅਸੀਂ ਉਹ ਵੀ ਪੂਰੀ ਨਹੀਂ ਕਰ ਪਾਉਂਦੇ ਕਈ ਵਾਰੀ ਪਲਾਂਟਾਂ ਦੇ ਉੱਤੇ। ਸੋ ਐਗਰੋ ਇੰਡਸਟਰੀ ਕੰਮ ਕਰ ਰਹੀ ਹੈ ਔਰ ਸਾਨੂੰ ਇਹਦੇ ਉੱਤੇ ਹੋਰ ਕੰਮ ਕਰਨਾ ਚਾਹੀਦਾ ਹੈ। ਇਹਦੇ ਤੇ ਮੈਂ ਰਾਮਪੁਰ ਸਾਹਿਬ ਨਾਲ ਸਹਿਮਤ ਹਾਂ। ਇਸ ਤੋਂ ਪਹਿਲਾਂ ਗੌਰਵ ਜੀ ਨੇ ਇੱਕ ਸਵਾਲ ਚੁੱਕਿਆ ਸੀਗਾ ਕਿ ਜਿਹੜੀ ਸਟੇਟ ਨੂੰ ਇਹਨਾਂ ਨੇ ਦੱਸਿਆ ਸੀਗਾ ਕਿ ਸਟੇਟ ਜਿਹੜੀ ਹੈ ਕਾਂਗਰਸ ਕਹਿੰਦੀ ਹੈ ਕਿ ਖਜ਼ਾਨਾ ਖਾਲੀ ਹੈ। ਮੈਂ ਗੌਰਵ ਜੀ ਲਈ ਵੈਸੇ ਤਾਂ ਬੜੇ ਇੰਟੈਲੀਜੈਂਟ ਨੇ, ਪਰ ਮੈਂ ਇਹਨਾਂ ਦੀ ਜਾਣਕਾਰੀ ਲਈ ਦੱਸ ਦਿਆਂ ਔਰ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿਆਂ, ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਨੇ ਸੱਤਾ ਸੰਭਾਲੀ ਸੀ, ਸਰਕਾਰ ਨੇ ਸਹੁੰ ਚੁੱਕ ਕੇ ਤੇ ਸਰਕਾਰ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ। ਜਾਂਦੇ ਜਾਂਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਉਸ ਸਮੇਂ ਦੇ ਡਿਪਟੀ ਸੀਐਮ ਵੀ ਸਨ, ਤੇ ਉਹਨਾਂ ਜਾਂਦਿਆਂ ਨੇ 31,000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸਾਡੀ ਹੁੰਦੀ ਹੈ ਕ੍ਰੌਪਸ ਦੇ ਉੱਤੇ ਮਿਲਦੀ ਹੈ, ਸੀਸੀਐਲ ਲਿਮਿਟ ਜਿਹੜੀ ਕੇਂਦਰ ਜਿਹੜੀ ਹੈ ਸੂਬੇ ਨੂੰ ਦਿੰਦਾ ਹੈ, ਉਹਦਾ ਇੱਕ ਜਾਂਦਿਆਂ ਉਹਨਾਂ ਨੇ ਉਹਨੂੰ ਕਨਵਰਟ ਕਰ ਦਿੱਤਾ ਸੀਗਾ, ਜਿਹਦੇ ਅਸੀਂ ਹਰ ਆਏ ਸਾਲ ਜਿਹੜਾ ਜਿਹਦਾ ਅਸੀਂ ਵਿਆਜ, ਮੂਲ ਨਹੀਂ, ਵਿਆਜ ਜਿਹੜਾ 3-4 ਹਜ਼ਾਰ ਕਰੋੜ ਦੇ ਰੂਪ ਦੇ ਵਿੱਚ ਜਿਹੜਾ ਅਸੀਂ ਵਿਆਜ ਹੀ ਜਿਹੜਾ ਉਹਦਾ ਅਸੀਂ ਚੁਕਾ ਰਹੇ ਹਾਂ। ਸੋ ਖਜ਼ਾਨਾ ਬਿਲਕੁਲ ਖਾਲੀ ਕਰਕੇ ਗਏ ਸੀ 4 ਸਾਲਾਂ ਦੇ ਵਿੱਚ। ਪਹਿਲੀ ਵਾਰੀ ਮਤਲਬ ਇਹ ਕਦੀ ਨਹੀਂ ਹੋਇਆ ਪਿਛਲੇ ਤਕਰੀਬਨ 2 ਸਾਲ ਤੋਂ ਕਿ ਕਦੀ ਵੀ ਜਿਹੜੀ ਸਾਡੀ ਕੋਈ ਵੀ ਕਿਸ਼ਤ, ਚਾਹੇ ਉਹ ਕੇਂਦਰ ਨੂੰ ਜਾਣ ਵਾਲੇ ਕਿਸੇ ਵੀ ਲੋਨ ਦੀ ਕਿਸ਼ਤ ਹੋਵੇ, ਚਾਹੇ ਉਹ ਵਰਲਡ ਬੈਂਕ ਦੀ ਹੋਵੇ, ਕੋਈ ਵੀ ਲੋਨ ਦੀ ਕਿਸ਼ਤ ਜਿਹੜੀ ਹੈ ਅਸੀਂ ਡਿਫਾਲਟ ਨਹੀਂ ਕੀਤੀ। ਦੂਸਰੀ ਆ, ਸਾਡਾ ਸੂਬਾ ਜਿਹੜਾ ਹੈ, ਸਾਡੇ ਸੂਬੇ ਦੇ ਵਿੱਚ ਜਿਹੜੀ ਵੈਲਫੇਅਰ ਸਕੀਮਸ ਜਿਹੜੀਆਂ ਚੱਲ ਰਹੀਆਂ ਨੇ, ਕੇਂਦਰ ਵੱਲੋਂ ਸਾਨੂੰ ਕੋਈ ਬਹੁਤ ਜ਼ਿਆਦਾ ਹੁੰਗਾਰਾ ਪਿਛਲੇ ਲੰਮੇ ਸਮੇਂ ਤੋਂ ਨਹੀਂ ਮਿਲਿਆ, ਜਦੋਂ ਕਿ ਪੰਜਾਬ ਨਾਲ ਕੇਂਦਰ ਵੱਲੋਂ ਲਗਾਤਾਰ ਇੱਕ ਜਿਹੜਾ ਮਤਰੇਆ ਜਿਹੜਾ ਸਾਡੇ ਨਾਲ ਉਹਨਾਂ ਵੱਲੋਂ ਰਿਹਾ ਹੈ, ਉਹਨਾਂ ਦਾ ਜਿਹੜਾ ਰੁਝਾਨ ਰਿਹਾ ਹੈ। ਜੀ। ਦੂਸਰੀ ਗੱਲ, ਅੱਜ ਅਸੀਂ ਜਦੋਂ ਗੱਲ ਕਰਦੇ ਹਾਂ ਅਨਇੰਪਲੋਇਮੈਂਟ ਦੀ, ਬੇਰੁਜ਼ਗਾਰੀ ਦੀ, ਤੇ ਮੈਨੂੰ ਤੁਹਾਡੇ ਨਾਲ ਰਾਂਝਾ ਮੋਹਿਤ ਜੀ ਕਿ ਜਦੋਂ ਅੱਜ ਅਸੀਂ ਇਹ ਡਿਬੇਟ ਕਰ ਰਹੇ ਸਾਂ ਤੇ ਇਹ ਸਿਰਫ ਪੰਜਾਬ ਦਾ ਮੁੱਦਾ ਨਹੀਂ, ਅਨਇੰਪਲੋਇਮੈਂਟ ਸਾਡੇ ਦੇਸ਼ ਦਾ ਬਹੁਤ ਵੱਡਾ ਮੁੱਦਾ ਹੈ। ਤੁਸੀਂ ਜ਼ਰੂਰ, ਤੁਹਾਨੂੰ ਬੀਜੇਪੀ ਦੇ ਨੁਮਾਇੰਦੇ ਨੂੰ ਸੱਦਣਾ ਚਾਹੀਦਾ ਸੀ, ਕਿਉਂਕਿ ਉਹਨਾਂ ਦੀ ਪਾਰਟੀ ਨੇ 2013 ਦੇ ਉਹਨਾਂ ਦਾ ਚੋਣ ਮੈਨੀਫੈਸਟੋ ਚੁੱਕ ਕੇ ਵੇਖ ਲਓ, ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਦੂਸਰੇ ਵਾਰ ਬਣੇ ਨੇ, ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ 2 ਕਰੋੜ ਰੋਜ਼ਗਾਰ ਹਰ ਸਾਲ ਦੇਵਾਂਗੇ। 7 ਸਾਲ ਹੋ ਗਏ ਨੇ, 14 ਕਰੋੜ ਰੋਜ਼ਗਾਰ ਜਿਹੜੇ ਆ ਉਹ ਮਿਲਣੇ ਚਾਹੀਦੇ ਸੀ। ਹੋਇਆ ਉੱਥੇ ਕੀ, 2 ਕਰੋੜ ਰੋਜ਼ਗਾਰ ਦੇਣ ਦੀ ਬਜਾਏ ਆਏ ਸਾਲ 2.5 ਕਰੋੜ ਲੋਕ ਜਿਹੜੇ ਨੇ ਉਹ ਬੇਰੁਜ਼ਗਾਰ ਹੋਏ ਨੇ। ਨੈਸ਼ਨਲ ਡੇਟਾ ਜਿਹੜਾ ਹੈ ਜੌਬ ਅਨਇੰਪਲੋਇਮੈਂਟ ਦਾ, ਜੇ ਤੁਸੀਂ ਉਹਨੂੰ ਚੁੱਕ ਕੇ ਵੇਖ ਲਓ, ਪਿਛਲੇ 45 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਅਨਇੰਪਲੋਇਮੈਂਟ ਦੀ ਰੇਸ਼ੋ ਅਗਰ ਆਈ ਹੈ ਤੇ ਉਹ ਇਹਨਾਂ ਸਾਲਾਂ ਦੇ ਵਿੱਚ ਆਈ ਹੈ। ਸੋ ਇਹ ਜਿਹੜੀ ਖੜੋਤ ਆਈ ਹੈ ਜਾਂ ਜਿਹੜੀ ਗਿਰਾਵਟ ਆਈ ਹੈ, ਇਹ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਜਿਹੜੀ ਹੈ ਆਈ ਹੈ। ਸੂਬਾ ਸਰਕਾਰ ਆਪਣੇ ਵੱਲੋਂ ਹਰ ਹੀਲਾ ਕਰ ਰਹੀ ਹੈ, ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ।
ਜਸਕਰਨ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜੇ ਵਾਅਦੇ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕੀਤੇ ਸੀਗੇ ਚੋਣਾਂ ਤੋਂ ਪਹਿਲਾਂ, ਸੋ ਜ਼ਰੂਰ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਆਪਾਂ ਜ਼ਰੂਰ ਮਤਲਬ ਉਹਨਾਂ ਨੂੰ ਟਾਰਗੇਟ ਕਰਾਂਗੇ, ਸਵਾਲ ਪੁੱਛਾਂਗੇ। ਪਰ ਫਿਲਹਾਲ ਮੁੱਦਾ ਚੱਲ ਰਿਹਾ ਪੰਜਾਬ ਦੇ ਇਲੈਕਸ਼ਨਸ ਦਾ, ਤੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੇ ਨਾਲ ਹੀ ਇੱਕ ਜਿਹੜਾ ਮੁੱਦਾ ਇਹ ਵੀ ਹੈ ਕਿ ਜਿਹੜੇ ਕਾਫੀ ਸਾਰੇ ਵਰਗ ਦੇ ਜਿਹੜੇ ਲੋਕ ਨੇ ਜਿਹੜੇ ਠੇਕਿਆਂ ਦੇ ਭਰਤੀ ਕੀਤੇ ਜਾਂਦੇ ਨੇ, ਤੇ ਉਹ ਮੁਲਾਜ਼ਮ ਵਰਗ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਹੜਤਾਲਾਂ ਤੇ ਬੈਠਾ ਹੋਇਆ। ਸੋ ਗੌਰਵ ਜੀ, ਤੁਸੀਂ ਵੀ ਪਹਿਲਾਂ ਉਸ ਤੋਂ ਪਹਿਲਾਂ ਗੱਲ ਕੀਤੀ ਸੀਗੀ ਕਿ ਉਹਨਾਂ ਦੇ ਉੱਪਰ ਜਿਹੜੀਆਂ ਪਾਣੀ ਦੀਆਂ ਬੁਛਾੜਾਂ ਵਰਾ ਦੇਣੀਆਂ ਜਾਂ ਫਿਰ ਡੰਡੇ ਉਹਨਾਂ ਨੂੰ ਮਾਰਨੇ, ਜਾਂ ਫਿਰ ਜਿਹੜੇ ਬੰਦੇ ਜਿਹੜੇ ਆਪਣੀ ਟੈਂਕੀ ਤੇ ਚੜੇ ਹੁੰਦੇ ਨੇ, ਤੁਸੀਂ ਉਹਨਾਂ ਬਾਰੇ ਗੱਲਬਾਤ ਕੀਤੀ। ਪਰ ਗੌਰਵ ਜੀ, ਮੈਂ ਤੁਹਾਡੇ ਕੋਲ ਇਸ ਮਸਲੇ ਦੇ ਉੱਪਰ ਤੁਹਾਡੇ ਕੋਲ ਵੀ ਸਵਾਲ ਪੁੱਛਣਾ ਚਾਹਾਂਗਾ ਕਿ ਸੇਮ ਕੰਡੀਸ਼ਨ ਅਕਾਲੀ ਜਦੋਂ ਸੀਗੇ ਪਾਵਰ ਵਿੱਚ 10 ਸਾਲ ਦੇ, ਉਦੋਂ ਵੀ ਸੇਮ ਕੰਡੀਸ਼ਨ ਸੀਗੀ। ਉਦੋਂ ਤੁਹਾਡੀ ਪਾਰਟੀ ਨੇ ਤਾਂ ਕੋਈ ਜਿਹੜਾ ਬਿਆਨ ਹੈ ਨਹੀਂ ਜਾਰੀ ਕੀਤਾ। ਹੁਣ ਕਾਂਗਰਸ ਦੇ ਵੇਲੇ ਹੋ ਰਿਹਾ, ਨੋ ਡਾਊਟ ਉਦੋਂ ਵੀ ਇਹ ਗੱਲ ਮੰਦਭਾਗੀ ਸੀ, ਅੱਜ ਦੇ ਸਮੇਂ ਵੀ ਮੰਦਭਾਗੀ ਹੀ ਹੈ ਕਿ ਜਿਹੜਾ ਬੰਦਾ ਜਿਹੜਾ ਟੀਚਰ ਸਾਨੂੰ ਪੜ੍ਹਾਉਣ ਦਾ ਇੱਕ ਫਿਊਚਰ ਤਿਆਰ ਕਰਦਾ ਹੈ ਇੱਕ ਸੂਬੇ ਦਾ, ਉਹਨਾਂ ਨੂੰ ਡੰਡੇ ਵਰਾਉਣੇ, ਉਹਨਾਂ ਦੇ ਉੱਪਰ ਪਾਣੀ ਦੀ ਬੁਛਾੜਾ ਪਾਣੀਆਂ। ਪਰ ਮੇਰਾ ਸਵਾਲ ਇਹ ਹੈ ਕਿ ਜਦੋਂ ਤੁਹਾਡੀ ਪਾਰਟੀ ਪਾਵਰ ਦੇ ਵਿੱਚ ਸੀਗੀ, ਉਦੋਂ ਤੁਸੀਂ ਕਿੱਥੇ ਸੀਗੇ? ਉਦੋਂ ਕੀ ਹੱਲ ਕੱਢਿਆ ਗਿਆ ਜੋ ਤੁਸੀਂ ਹੁਣ ਸਵਾਲ ਪੁੱਛ ਰਹੇ ਹੋ? ਦੇਖੋ ਮੋਹਿਤ ਜੀ, ਜਿੱਥੇ ਗੱਲ ਆਉਂਦੀ ਹੈ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵਾ ਕਿ ਟੀਚਰਸ ਬਾਰੇ ਜ਼ਿਕਰ ਕੀਤਾ ਕਿ ਅਖੀਰਕਾਰ ਸਾਡੇ ਬੱਚਿਆਂ ਦਾ ਫਿਊਚਰ ਸਾਡੇ ਟੀਚਰਸ ਹੀ ਹੁੰਦੇ ਨੇ, ਇਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ। ਪਰ ਮੈਂ ਦੱਸਣਾ ਚਾਹੁੰਦਾ, ਇੱਕ ਨਾ ਟਾਈਮ ਪੀਰੀਅਡ ਸੀ, ਠੀਕ ਹੈ। ਹੁਣ ਤਕਰੀਬਨ ਜਦੋਂ ਕੋਈ ਨਵਾਂ ਹੁੰਦਾ ਵਾ, ਕੋਈ ਤੁਸੀਂ ਕਹਿ ਲਓ ਕਿ ਕੱਚਾ ਕੋਈ ਭਰਤੀ ਹੁੰਦਾ ਵਾ, ਇੱਕ ਟਾਈਮ ਪੀਰੀਅਡ ਹੁੰਦਾ ਕਿ ਵਿਦਿਨ ਸਮ ਪੁਆਇੰਟ ਆਫ ਟਾਈਮ ਜਿਹੜੇ ਆਲੇ ਹੈਗੇ ਨੇ ਇਸ ਸੰਬੰਧਿਤ ਮਹਿਕਮੇ ਦੇ ਜਿਹੜੇ ਵਿਅਕਤੀ ਆ, ਜਿਹੜੇ ਕੱਚੇ ਨੇ, ਉਹਨਾਂ ਨੂੰ ਵਿਦਿਨ ਸਮ ਪੁਆਇੰਟ ਆਫ ਟਾਈਮ ਪੱਕਿਆ ਕਰ ਦਿੱਤਾ ਜਾਵੇਗਾ। ਲਾਸਟ ਡੇਜ਼ 'ਚ ਜਦੋਂ ਵੀ ਸਾਨੂੰ ਇਹ ਪ੍ਰੋਬਲਮ ਆਈ, ਤੇ ਉਸ ਤੋਂ ਬਾਅਦ ਆ ਨਵੀਂ ਹੀ ਸਰਕਾਰ ਆ ਗਈ ਸੀ। ਔਰ ਗੱਲ ਇਹ ਆਉਂਦੀ ਹੈ ਕਿ ਅੱਜ ਟੈਨਿਓਰ ਕਿੰਨਾ ਹੋ ਗਿਆ ਵਾ, ਤਕਰੀਬਨ 7 ਸਾਲ ਦਾ ਸਮਾਂ ਹੋ ਚੱਲਿਆ ਵਾ। 7 ਸਾਲ ਵੀ ਤੁਸੀਂ ਕਹਿ ਸਕਦੇ, 6 ਸਾਲ ਦਾ ਸਮਾਂ ਹੋ ਚੱਲਿਆ ਵਾ। ਅਜੇ ਤੱਕ ਇਸ ਚੀਜ਼ ਦਾ ਕੋਈ ਸੈਟਿਸਫੈਕਟਰੀ ਗੱਲ ਨਹੀਂ ਆਈ। ਜਦੋਂ ਆ ਸਾਰਾ ਕੁਝ ਹੋਇਆ, ਜਦੋਂ ਆ ਟੀਚਰਸ ਵਾਲਾ ਮੁੱਦਾ ਆਇਆ, ਕਈ ਵਾਰੀ ਤੁਸੀਂ ਦੇਖਿਆ ਵਾ ਕਿ ਕੈਪਟਨ ਸਾਹਿਬ ਵੱਲੋਂ ਬਕਾਇਦਾ ਇਸ ਚੀਜ਼ ਦੇ ਉੱਤੇ ਪ੍ਰੈਸ ਕਾਨਫਰੰਸਿਸ ਦੇ ਵਿੱਚ ਬਿਆਨ ਵੀ ਦਿੱਤੇ ਗਏ ਕਿ ਪਹਿਲ ਦੇ ਆਧਾਰ ਤੇ ਸਾਰਾ ਕੁਝ ਕੀਤਾ ਜਾਊ। ਇੱਕ ਮੈਂ ਚੀਜ਼ ਪਲੀਜ਼ ਐਡ ਆਨ ਕਰਨਾ ਚਾਹੂੰਗਾ। ਮੇਰੇ ਵੱਡੇ ਵੀਰ ਜਸਕਰਨ ਜੀ ਨੇ ਇੱਕ ਦੋ ਗੱਲਾਂ ਕੀਤੀਆਂ ਨੇ ਕਿ ਇੱਥੇ ਪੰਜਾਬ ਦੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਸੀ, ਜਾਂ ਆਪਣਾ ਉਹਨਾਂ ਨੇ ਚਲੋ ਆਪਣਾ ਵਿਊ ਪੁਆਇੰਟ ਰੱਖਿਆ ਵਾ। ਮੈਂ ਉਸ ਚੀਜ਼ ਦੇ ਵਿੱਚ ਐਡ ਆਨ ਕਰਨਾ ਚਾਹੁੰਦਾ ਵਾਂ ਕਿ ਜਦੋਂ ਇਲੈਕਸ਼ਨ ਤੋਂ ਕੁਝ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਰੈਲੀ ਕਰਦੇ ਨੇ, ਜਦੋਂ ਮੈਨੀਫੈਸਟੋ ਤਿਆਰ ਕੀਤਾ ਜਾਂਦਾ ਵਾ, ਜਦੋਂ ਬਾਅਦ ਵਿੱਚ ਮਨਪ੍ਰੀਤ ਬਾਦਲ ਜੀ ਦੀ ਵੀ ਸ਼ਮੂਲੀਅਤ ਕੀਤੀ ਜਾਂਦੀ ਆ, ਕਿ ਉਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਪੰਜਾਬ ਦੇ ਉੱਤੇ ਇੰਨਾ ਕਰਜ਼ਾ ਵਾ, ਕਿ ਉਦੋਂ ਇਹ ਗੱਲਾਂ ਸਾਹਮਣੇ ਨਹੀਂ ਸੀ ਆਈਆਂ। ਅੱਜ ਦੇ ਸਮੇਂ ਦੇ ਵਿੱਚ ਦੇਖੋ ਮੋਹਿਤ ਜੀ, ਆਈ ਐਮ ਸੌਰੀ ਟੂ ਸੇ, ਇਹ ਕੇਵਲ ਚਲੋ ਮੇਰੇ ਸਤਿਕਾਰਯੋਗ ਨੇ, ਸਾਰੇ ਵੱਡੇ ਨੇ, ਪਰ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਕੇਵਲ ਇੱਕ ਇਹ ਲੇਮ ਐਕਸਕਿਊਜ਼ ਦੀ ਤਰ੍ਹਾਂ ਲੱਗਦਾ ਪਿਆ ਵਾ। ਦੂਜੀ ਗੱਲ, ਅੱਜ ਇੱਕ ਮੈਂ ਫੈਕਟ ਰਾਈਟ ਕਰਨਾ ਚਾਹੁੰਦਾ ਆਪਣੇ ਵੱਡੇ ਵੀਰ ਦਾ, ਕਿ ਅੱਜ ਜੇ ਪਿੰਡਾਂ ਦੇ ਵਿੱਚ ਵੇਖੀਏ, ਰੂਰਲ ਏਰੀਆਜ਼ ਦੇ ਵਿੱਚ ਵੇਖੀਏ, ਮੇਰਾ ਆਪਣਾ ਹਲਕਾ ਬਿਲਕੁਲ ਬਾਰਡਰ ਦੇ ਉੱਤੇ ਪੈਂਦਾ ਵਾ, ਤੇ ਬਿਲਕੁਲ ਆਪਾਂ ਰੂਰਲ ਹਲਕੇ ਦੇ ਨਾਲ ਕੰਸਰਨਡ ਵਾ। ਅੱਜ ਪੰਜਾਬ ਸਰਕਾਰ ਨੂੰ ਸਿਰਫ ਤੇ ਸਿਰਫ ਮਨਰੇਗਾ ਦੇ ਹੀ ਪੈਸੇ ਮਿਲ ਰਹੇ ਆ ਡਿਵੈਲਪਮੈਂਟ ਦੇ, ਔਰ ਪੰਚਾਇਤੀ ਵਿਭਾਗ ਦੇ ਵਿੱਚ ਕੋਈ 1 ਰੁਪਈਆ ਨਹੀਂ ਹੈਗਾ ਕਿ ਇਹ ਲੋਕਾਂ ਦੇ ਉੱਤੇ ਲਾ ਸਕਣ। ਅੱਜ ਦੇ ਸਮੇਂ ਦੇ ਵਿੱਚ ਸਾਡੇ ਆਪ ਦੇ ਬਲਾਕ ਬਲਟੋਏ ਦੇ ਕਈ ਸਰਪੰਚ ਨੇ, ਉਹ ਮਤਲਬ ਇੱਕ ਹਿਸਾਬ ਦੀਆਂ ਚੀਕਾਂ ਮਾਰ ਰਹੇ ਨੇ ਕਿ ਅੱਜ ਹਾਲਾਤ ਕਿਹੋ ਜਿਹੇ ਪੈਦਾ ਹੋਏ ਕਿ ਪੰਚਾਇਤੀ ਵਿਭਾਗ ਚੋਂ ਤੁਹਾਨੂੰ ਕੋਈ ਨਹੀਂ ਮਿਲ ਰਿਹਾ। ਔਰ ਇੱਥੋਂ ਤੱਕ ਹੁਣ ਕਰਪਸ਼ਨ ਦੀ ਗੱਲ ਆਉਂਦੀ ਹੈ, ਮੌਜੂਦਾ ਹਲਕਾ ਵਿਧਾਇਕ ਇੱਥੋਂ ਤੱਕ ਕਿ ਇਹਨਾਂ ਦੇ ਆਪਦੇ ਜਿਹੜੇ ਸਰਪੰਚ ਸਾਹਿਬਾਨ ਨੇ, ਉਹ ਗੱਲ ਕਰਦੇ ਪਏ ਨੇ, ਮੌਜੂਦਾ ਹਲਕਾ ਵਿਧਾਇਕ ਵੀਡੀਓ ਦੇ ਨਾਲ ਰਲ ਕੇ ਸਾਰੇ ਪੈਸੇ ਆਪਦੇ ਤੌਰ ਤੇ ਹੀ ਕਢਾ ਰਹੇ ਨੇ। ਮੈਂ ਤੁਹਾਨੂੰ ਆਪਣੇ ਕਨਸਟੀਟੂਐਂਸੀ ਦੀ ਐਗਜ਼ਾਮਪਲ ਦੇਣਾ, ਇਹ ਮੈਂ ਨਹੀਂ ਕਹਿ ਰਿਹਾ, ਇਹਨਾਂ ਦੇ ਖੁਦ ਦੇ ਸਰਪੰਚ ਸਾਹਿਬਾਨ ਕਹਿ ਰਹੇ। ਮੋਰ ਓਵਰ ਈਟੀਟੀ ਅਧਿਆਪਕ ਹੀ ਨਹੀਂ, ਮੈਂ ਤੁਹਾਨੂੰ ਹੋਰ ਦੱਸ ਦੇਣਾ, ਅੱਜ ਤੁਸੀਂ ਦੇਖੋ ਕੋਈ ਇੱਕ ਕਾਨੂੰਗੋ ਹੋਵੇ, ਕੋਈ ਪਟਵਾਰੀ ਹੋਵੇ, ਕਿੰਨੇ ਸਰਕਲ ਸਾਂਭਦਾ? ਕੋਈ ਇੱਕ ਬੰਦਾ ਇੱਕ ਸਰਕਲ ਸਾਂਭ ਲੇ ਨਾ, ਅਸੀਂ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਨੂੰ, ਜਾਂ ਕੰਸਰਨਡ ਰੈਵਨਿਊ ਵਿਭਾਗ ਦੇ ਕੋਈ ਵੀ ਜਦੋਂ ਕੋਈ ਕਲਾਇੰਟ ਆਉਂਦਾ, ਉਹਨਾਂ ਦੀਆਂ ਸਮੱਸਿਆ ਨੂੰ ਹੱਲ ਕਰਦੇ ਬੜਾ ਸਮਾਂ ਲੱਗ ਜਾਂਦਾ। ਜਿਹੜਾ ਇੱਕ ਕਾਨੂੰਗੋ ਕਈ ਸਰਕਲ ਸਾਂਭਦਾ ਪਿਆ, ਸਾਡੇ ਕੋਲ ਤੇ ਉਹ ਵੀ ਨਹੀਂ ਹੈਗੇ ਬੰਦੇ। ਪਟਿਆਲੇ ਦੇ ਵਿੱਚ ਜਿਹੜੇ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਪੈਂਦਾ ਵਾ, ਜ਼ਿਲ੍ਹਾ ਪੈਂਦਾ ਵਾ, ਉੱਥੋਂ ਦੇ ਕਾਨੂੰਗੋਜ਼ ਨੇ ਆਪ ਦੇ ਤੌਰ ਤੇ ਇਹ ਬਿਆਨ ਤੱਕ ਦੇ ਦਿੱਤੇ ਕਿ ਸਾਨੂੰ ਜੀ ਨੌਕਰੀ ਛੱਡਣੀ ਮਨਜ਼ੂਰ ਆ, ਪਰ ਇੰਨਾ ਆਪਾਂ ਹੈਡੇਕ, ਇੰਨਾ ਆਪਾਂ ਬੋਝ ਨਹੀਂ ਲੈ ਸਕਦੇ। ਸੋ ਕਹਿਣ ਤੋਂ ਭਾਵ ਕਿ ਹੁਣ ਤਕਰੀਬਨ 6 ਮਹੀਨੇ ਰਹਿ ਗਏ ਨੇ। ਤਕਰੀਬਨ 6 ਮਹੀਨਿਆਂ ਦਾ ਜੇ ਸਮਾਂ ਰਹਿ ਗਿਆ ਵਾ, ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੇ ਗੱਲਾਂ ਦੇ ਵਿੱਚ ਨਹੀਂ ਆਉਣਾ, ਲੋਕਾਂ ਨੇ ਕਿਸੇ ਇਹ ਝੂਠੇ ਵਾਅਦੇ ਦੇ ਵਿੱਚ ਨਹੀਂ ਆਉਣਾ।
ਅਸਲੀਅਤ ਕੀ ਹੈ ਉਹ ਲੋਕਾਂ ਦੇ ਸਾਹਮਣੇ ਹੈ। ਅਸਲੀਅਤ ਕੀ ਹੈ ਕਿ ਸਿਰਫ ਤੇ ਸਿਰਫ ਪ੍ਰੋਪੋਗੈਂਡਾ ਕੀਤਾ ਗਿਆ, ਹਮੇਸ਼ਾ ਹੀ ਲੋਕਾਂ ਦੇ ਇਮੋਸ਼ਨਸ ਦੇ ਨਾਲ ਖੇਡਿਆ ਗਿਆ ਵਾ। ਔਰ ਕਾਂਗਰਸ ਪਾਰਟੀ ਨੇ 2017 ਦੇ ਵਿੱਚ ਲੋਕਾਂ ਦੀਆਂ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਆਪਾਂ ਜੀ ਬੇਰੁਜ਼ਗਾਰੀ ਭੱਤੇ ਦੇ ਦਾਂਗੇ, ਅਸੀਂ ਕਰ ਨੌਕਰੀ ਦੇ ਦਾਂਗੇ, ਔਰ ਇਮੋਸ਼ਨਲ ਹੋ ਕੇ ਹਰ ਨੌਜਵਾਨ ਨੇ ਉਸ ਚੀਜ਼ ਦੇ ਮਗਰ ਲੱਗ ਗਿਆ ਔਰ ਅਖੀਰਕਾਰ ਉਸ ਦਾ ਸਿੱਟਾ ਸੀ 2017 ਦੇ ਵਿੱਚ ਕੈਪਟਨ ਸਾਹਿਬ ਨੂੰ ਸੱਤਾ ਦੇ ਵਿੱਚ ਲਿਆਂਦਾ। ਪਰ ਅੱਜ ਦੀ ਡੇਟ ਦੇ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਔਰ ਜੀ, ਸੋ ਦੋਨੋਂ ਪਾਰਟੀ ਜਿਹੜੀ ਨੇ ਕਾਂਗਰਸ ਤੇ ਅਕਾਲੀ ਦਲ ਨੇ ਆਪਣਾ ਆਪਣਾ ਜਿਹੜਾ ਪੁਆਇੰਟ ਹੈ ਬੇਰੁਜ਼ਗਾਰੀ ਦੇ ਉੱਪਰ ਹੋਰ ਐਡ ਔਨ ਕੀਤਾ। ਮੈਂ ਹੁਣ ਤਜਿੰਦਰ ਸਿੰਘ ਰਾਮਪੁਰ ਜੀ ਤੋਂ ਸਵਾਲ ਪੁੱਛਾਂਗਾ, ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕ ਲਵਾਂਗੇ ਐਂਡ ਬ੍ਰੇਕ ਤੋਂ ਬਾਅਦ ਦੁਬਾਰਾ ਜ਼ਰੂਰ ਜੁੜਾਂਗੇ। ਫਿਰ ਤਜਿੰਦਰ ਸਿੰਘ ਰਾਮਪੁਰ ਹੋਣਾ ਤੋਂ ਉਹਨਾਂ ਦਾ ਵਿਊ ਪੁਆਇੰਟ ਲਵਾਂਗੇ ਤੇ ਉਹਨਾਂ ਦੀ ਪਾਰਟੀ ਕੀ ਕਹਿੰਦੀ ਇਸ ਮੁੱਦੇ ਬਾਰੇ ਉਹ ਜਾਣਾਂਗੇ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਇਲੈਕਸ਼ਨ ਆਰ ਤੇ ਇਲੈਕਸ਼ਨ ਆਰ ਦੇ ਵਿੱਚ ਜਿਹੜਾ ਮੁੱਦਾ ਛਿੜਿਆ ਹੋਇਆ ਹੈ, ਜਿਹੜਾ ਪੱਖਿਆ ਮੁੱਦਾ ਛਿੜਿਆ ਹੈ ਪੰਜਾਬ ਦਾ, ਉਹ ਹੈ ਬੇਰੁਜ਼ਗਾਰੀ ਦਾ। ਸੋ ਹੁਣ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤਜਿੰਦਰ ਸਿੰਘ ਰਾਮਪੁਰ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦਾ ਕੀ ਵਿਊ ਪੁਆਇੰਟ ਇਸ ਪੂਰੇ ਮੁੱਦੇ ਦੇ ਉੱਪਰ। ਬਹੁਤ ਬਹੁਤ ਧੰਨਵਾਦ ਜੀ। ਸਾਥੀ ਪੈਨਲਿਸਟ ਗੌਰਵਜੀਤ ਕਾਲੋਂ ਜੀ, ਵਟੋਆ ਜੀ, ਸੌਰੀ ਕਾਲੋਂ ਜੀ, ਕਿਉਂਕਿ ਦੋਨੋਂ ਹੀ ਯੂਥ ਨੇ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਾਡੇ ਭਵਿੱਖ ਦੇ ਪੰਜਾਬ ਲਈ ਇਹ ਸਾਡੇ ਯੂਥ ਵਜੋਂ ਆਗੂ ਵਜੋਂ ਉੱਭਰ ਕੇ ਇਹਨਾਂ ਨੇ ਪੰਜਾਬ ਨੂੰ ਸੰਭਾਲਣਾ। ਪਰ ਮੈਂ ਨਾਲ ਦੀ ਨਾਲ ਗੱਲ ਇੱਥੇ ਕਰਨੀ ਚਾਹਾਂਗਾ ਕਿਉਂਕਿ ਅੱਜ ਜਿਹੜੇ ਮੁੱਦੇ ਤੇ ਅਸੀਂ ਗੱਲ ਕਰ ਰਹੇ ਹਾਂ ਬੜਾ ਹੀ ਸੰਵੇਦਨਸ਼ੀਲ ਮੁੱਦਾ ਹੈ। ਅਸੀਂ ਪਾਰਟੀ ਪੱਖ ਤੋਂ ਮੈਂ ਸਮਝਾਂਗਾ ਉੱਪਰ ਉੱਠ ਕੇ ਅੱਜ ਸਾਨੂੰ ਸੋਚਣ ਦੀ ਲੋੜ ਹੈ। ਸਿਰਫ ਪੋਲੀਟੀਕਲ ਲਾਈਨ ਤੇ ਅਸੀਂ ਬੋਲੀ ਜਾਵਾਂਗੇ ਮੇਰਾ ਖਿਆਲ ਜ਼ਿਆਦਾ, ਕਿਉਂਕਿ ਇਹ ਇਸ ਤਰ੍ਹਾਂ ਬੋਲਦੇ ਆ ਸਾਨੂੰ ਬਹੁਤ ਲੰਬਾ ਸਮਾਂ ਹੋ ਗਿਆ। ਅੱਜ ਸਾਨੂੰ ਇੱਕ ਸਾਂਝੀ ਸੋਚ ਅਪਣਾਉਣ ਦੀ ਲੋੜ ਹੈ ਤਾਂ ਜੋ ਪੰਜਾਬ ਵਾਕਿਆ ਹੀ, ਇਹ ਤਾਂ ਸਾਰੇ ਮੰਨ ਰਹੇ ਨੇ ਕਿ ਪੰਜਾਬ ਅੱਜ ਬਹੁਤ ਪਿੱਛੇ ਚਲੇ ਗਿਆ, ਚਾਹੇ ਨੌਜਵਾਨਾਂ ਦੀ ਗੱਲ ਹੋਵੇ, ਇੰਡਸਟਰੀ ਦੀ ਗੱਲ ਹੋਵੇ, ਕਿਸਾਨੀ ਦੀ ਗੱਲ ਹੋਵੇ। ਸੋ ਅੱਜ ਸਾਨੂੰ ਰਲ ਮਿਲ ਕੇ ਹਮਲਾ ਮਾਰਨ ਦੀ ਲੋੜ ਹੈ। ਔਰ ਆਮ ਆਦਮੀ ਪਾਰਟੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਸਭ ਤੋਂ ਪਹਿਲਾਂ ਜਿਹੜਾ ਸਟੇਟ ਦੇ ਵਿੱਚ ਨਿਆਂ ਦਾ ਰਾਜ ਦੇਵੇਗੀ ਔਰ ਜਿਹੜੇ ਲੋਕ ਇੱਥੋਂ ਕਿਸੇ ਨਾ ਕਿਸੇ ਕਾਰਨ ਬਾਹਰ ਜਾ ਚੁੱਕੇ ਨੇ, ਇੰਡਸਟਰੀ ਬਾਹਰ ਜਾ ਚੁੱਕੀ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਪੰਜਾਬ ਵਿੱਚ ਲਿਆਉਣਾ ਔਰ ਇੱਥੇ ਇਨਵੈਸਟਮੈਂਟ ਕਰਨੀ, ਇਹ ਸਾਡਾ ਮੁੱਖ ਮੁੱਦਾ ਹੋਏਗਾ। ਨਾਲ ਦੀ ਨਾਲ ਜੋ ਮੈਂ ਪਹਿਲਾਂ ਗੱਲ ਕੀਤੀ, ਜੋ ਰੈਵਨਿਊ ਖਜ਼ਾਨੇ ਦੇ ਵਿੱਚ ਆਉਣਾ ਚਾਹੀਦਾ, ਸਰਕਾਰ ਦੇ ਖਜ਼ਾਨੇ ਦੇ ਵਿੱਚ ਆਉਣਾ ਚਾਹੀਦਾ, ਜਿੰਨਾ ਚਿਰ ਉਹ ਨਹੀਂ ਆਏਗਾ ਉਹਨਾਂ ਚਿਰ ਕੋਈ ਵੀ ਡਿਵੈਲਪਮੈਂਟ ਕਿਸੇ ਤਰ੍ਹਾਂ ਦੀ ਵੀ ਸੰਭਵ ਨਹੀਂ। ਉਹਦੇ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ, ਜਿਹੜੇ ਕਰਪਸ਼ਨ ਰਹਿਤ ਜਿਹੜਾ ਸਟੇਟ ਬਣਾਇਆ ਜਾਏਗਾ ਔਰ ਜਿੰਨੇ ਰੈਵਨਿਊ ਦੇ ਸਾਧਨ ਨੇ ਉਹਨਾਂ ਸਾਰਿਆਂ ਨੂੰ ਫਿਰ ਦੁਬਾਰਾ ਹੋਰ ਹੱਲ ਕੀਤਾ ਜਾਏਗਾ ਤਾਂ ਜੋ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਸਕੇ। ਇੱਥੋਂ ਦੀ ਇੰਡਸਟਰੀ, ਇੱਥੋਂ ਦੀ ਕਿਸਾਨੀ, ਇੱਥੇ ਨੌਜਵਾਨ, ਇੱਥੋਂ ਦੇ EMPLOYEES ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲ ਸਕੇ। ਜੀ, ਮੈਂ ਹੁਣ ਗੁਰਮੀਤ ਸਿੰਘ ਪਲਾਹੀ ਜੀ ਤੋਂ ਸਵਾਲ ਪੁੱਛਾਂਗਾ ਕਿ ਪਲਾਹੀ ਜੀ, ਬਾਰ-ਬਾਰ ਜ਼ਿਕਰ ਕੀਤਾ ਜਾ ਰਿਹਾ ਪੰਜਾਬ ਦੇ ਖਜ਼ਾਨਿਆਂ ਦਾ ਕਿ ਪੰਜਾਬ ਦੇ ਜਿਹੜੇ ਖਜ਼ਾਨੇ ਨੇ ਬਿਲਕੁਲ ਖਾਲੀ ਨੇ, ਪਰ ਮੈਨੂੰ ਲੱਗਦਾ ਕਿ ਇਸ ਮੁੱਦੇ ਦੇ ਉੱਪਰ ਤੁਹਾਡੇ ਕੋਲ ਕਾਫੀ ਨੌਲੇਜ ਹੈ, ਫੈਕਟਫੁਲ ਤੁਹਾਡੇ ਕੋਲ ਨੌਲੇਜ ਹੈ, ਤੁਸੀਂ ਕਾਫੀ ਕੁਝ ਦੱਸ ਸਕਦੇ ਹੋ ਕਿ ਕਿਵੇਂ ਖਾਲੀ ਨੇ ਤੇ ਕਿਉਂ ਖਾਲੀ ਨੇ। ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਖਾਲੀ ਦਾ ਹਵਾਲਾ ਬਾਰ-ਬਾਰ ਦਿੱਤਾ ਜਾ ਰਿਹਾ, ਪਰ ਕਾਫੀ ਸਾਰੇ ਪ੍ਰੋਜੈਕਟ ਸੇਮ ਟਾਈਮ ਤੇ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਉਦਘਾਟਨ ਕਹਿ ਲਓ ਕਿ ਉਹਨਾਂ ਦਾ ਕੀਤਾ ਜਾ ਰਿਹਾ ਕਿ ਇਲੈਕਸ਼ਨ ਆ ਰਹੇ ਨੇ, ਚੋਣਾਂ ਆ ਰਹੀਆਂ ਨੇ। ਸੋ ਕੀ ਵਰਗਲਾਉਣ ਦਾ ਜਿਹੜਾ ਕੰਮ ਉਹ ਚੱਲ ਰਿਹਾ ਹੈ ਜਾਂ ਕੀ ਚੱਲ ਰਿਹਾ, ਜਾਂ ਇੱਕ ਪਾਸੇ ਝੂਠ ਬੋਲਿਆ ਜਾ ਰਿਹਾ? ਕਿਉਂਕਿ ਇੱਕ ਪਾਸੇ ਤਾਂ ਵਾਕਈ ਝੂਠ ਬੋਲਿਆ ਜਾ ਰਿਹਾ, ਜਾਂ ਫਿਰ ਜਿਹੜੇ ਮੰਗ ਕਰ ਰਹੇ ਨੇ ਉਹਨਾਂ ਨੂੰ ਝੂਠ ਬੋਲਿਆ ਜਾ ਰਿਹਾ, ਜਾਂ ਫਿਰ ਜਿਹੜੇ ਉਦਘਾਟਨ ਜਿਹੜੇ ਦਿਖਾਏ ਜਾ ਰਹੇ ਨੇ ਉਹ ਝੂਠ ਹੈ। ਸੋ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸਲ ਵਿੱਚ ਜਿਸ ਢੰਗ ਦੇ ਨਾਲ ਅੱਗੋਂ ਬਹਿਸ ਇਸ ਮਾਮਲੇ ਤੇ ਤੁਰੀ ਹੋਈ ਸੀ, ਬੜੀ ਅੱਛੀ ਗੱਲ ਲੱਗ ਰਹੀ ਸੀ ਵੀ ਪਾਰਟੀ ਪਰ ਉੱਠ ਕੇ ਬੇਰੋਜ਼ਗਾਰੀ ਦਾ ਜੋ ਮਸਲਾ ਹੈ ਉਸ ਨੂੰ ਹੱਲ ਕਰਨ ਲਈ ਯਤਨ ਕਰੀਏ। ਸਾਡੇ ਮਾਨਯੋਗ ਕਾਲਾ ਸਾਹਿਬ ਨੇ ਬੜਾ ਅੱਛਾ ਸਵਾਲ ਵੀ ਕੀਤਾ ਔਰ ਜਵਾਬ ਵੀ ਬੜੇ ਅੱਛੇ ਢੰਗ ਨਾਲ ਦਿੱਤਾ ਕਿ ਭਾਜਪਾ ਜਿਹਨੂੰ 2 ਕਰੋੜ ਨੌਕਰੀਆਂ ਹਰ ਬਾਰੇ ਦੇਣ ਦੀ ਗੱਲ ਉਹਨਾਂ ਨੇ ਕੀਤੀ ਸੀ, ਉਹਨਾਂ ਦੇ ਨੁਮਾਇੰਦੇ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਸੀ, ਕਿਉਂਕਿ ਸੈਂਟਰ ਦਾ ਜੋ ਪੱਖ ਹੈ ਉਹ ਵੀ ਇਸ ਮਾਮਲੇ ਤੇ ਆਉਣਾ ਚਾਹੀਦਾ ਸੀ। ਕਿਉਂਕਿ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਪੰਜਾਬ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਬੜਾ ਦੁਪਰਿਆਰਾ ਸਲੂਕ ਜਿਹੜਾ ਹੈ ਕੀਤਾ ਜਾ ਰਿਹਾ। ਇਹ ਗੱਲ ਇਕੱਲੀ ਕਾਂਗਰਸ ਨਹੀਂ ਕਹਿੰਦੀ, ਇਹ ਗੱਲ ਇਕੱਲੀ ਆਮ ਆਦਮੀ ਪਾਰਟੀ ਨਹੀਂ ਕਹਿੰਦੀ, ਇਹ ਗੱਲ ਇਕੱਲੀ ਅਕਾਲੀ ਦਲ ਵਾਲੇ ਨਹੀਂ ਕਹਿੰਦੇ, ਹੁਣ ਤਾਂ ਸਾਰੇ ਕਹਿਣ ਲੱਗ ਪਏ ਨੇ। ਪੰਜਾਬ ਦੇ ਪਲੇਟਫਾਰਮ ਦਾ ਮਸਲਾ ਇਹ
ਇਸ ਨੂੰ ਕਈ ਸਾਂਝੇ ਹਮਲੇ ਮਾਰਨ ਦੀ ਜ਼ਰੂਰਤ। ਉਹਦੇ ਲਈ ਜਿਹੜੀ ਕਾਲਮ ਸਾਹਿਬ ਨੇ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਪੇਂਡੂ ਸੀ ਹੈ, ਖੇਤੀ ਨਾਲ ਜੁੜੀ ਹੋਈ ਇੰਡਸਟਰੀ ਹੈ, ਉਸ ਦੇ ਮਾਮਲੇ ਦੇ ਉੱਤੇ ਹੋਰ ਬਹੁਤ ਸਾਰਾ ਕੰਮ ਦੀ ਜ਼ਰੂਰਤ ਹੈ। ਇੱਥੇ ਇੱਕ ਗੱਲ ਕਰਨੀ ਬਣਦੀ ਹੈ ਵੀ ਇਹ ਵੀ ਗੱਲ ਕੇਂਦਰ ਦੀ ਸਕੀਮਾਂ ਦੇ ਨਾਲ ਜੁੜੀ ਹੋਈ ਹੈ। ਕੇਂਦਰ ਦੀ ਸਰਕਾਰ ਕਦੇ ਵੀ ਪੰਜਾਬ ਦੇ ਵਿੱਚ ਕਿਸੇ ਵੱਡੀ ਇੰਡਸਟਰੀ ਲਾਉਣ ਨਹੀਂ ਹੋਈ। ਬਹੁਤ ਸਮਾਂ ਪਹਿਲਾਂ ਤਾਂ ਉਹਨਾਂ ਵੱਲੋਂ ਯਤਨ ਹੁੰਦੇ ਰਹੇ ਨੇ ਕਾਂਗਰਸ ਦੀਆਂ ਸਰਕਾਰਾਂ ਵੱਲੇ, ਪਰ ਭਾਜਪਾ ਸਰਕਾਰ ਵੱਲੋਂ ਕਿਉਂਕਿ ਆਪਣੇ ਤੋਂ ਉਲਟ ਸਰਕਾਰਾਂ ਇੱਥੇ ਬਣਦੀਆਂ ਰਹੀਆਂ ਨੇ, ਕੋਈ ਵੀ ਇਸ ਕਿਸਮ ਦਾ ਯਤਨ ਨਹੀਂ ਹੋਇਆ। ਸੋ ਇਹ ਮਾਮਲੇ ਦੇ ਉੱਤੇ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਉਹ ਬੜੀਆਂ ਲਾਹੇਵੰਦ ਸਾਬਤ ਹੋ ਸਕਦੀਆਂ ਨੇ ਜੇ ਅਸੀਂ ਕਾਲੂ ਸਾਹਿਬ ਦੇ ਪੱਖ ਨੂੰ ਆਪਣੇ ਸਾਹਮਣੇ ਲਈਏ। ਅਕਾਲੀ ਦਲ ਵੱਲੋਂ ਵੀ ਗੱਲ ਕੀਤੀ ਗਈ ਹੈ ਕਿ ਵਿਭਾਗ ਜਿਹੜੇ ਵੱਖੋ ਵੱਖਰੇ ਢੰਗ ਨਾਲ ਸਹੀ ਕੰਮ ਨਹੀਂ ਕਰ ਰਹੇ, ਪੰਜਾਬ ਸਰਕਾਰ ਕੋਲ ਪੈਸਾ ਹੈ ਨਹੀਂ, ਪੰਜਾਬ ਸਰਕਾਰ ਇਹ ਕਹਿੰਦੀ ਹੈ ਵੀ ਖਜ਼ਾਨੇ ਖਾਲੀ ਨੇ। ਲੋਕਾਂ ਦੇ ਵਿੱਚ ਇਸ ਗੱਲ ਦੀ ਵੀ ਚਰਚਾ ਹੈ ਕਿ ਜੇ ਖਜ਼ਾਨੇ ਖਾਲੀ ਨੇ ਤੇ ਹੁਣ ਵਾਲੀ ਸਰਕਾਰ ਆਪਣਾ ਸਾਰਾ ਕੰਮਕਾਰ ਕਿਵੇਂ ਚਲਾ ਰਹੀ ਹੈ। ਨਵਾਂ ਪ੍ਰੋਜੈਕਟ ਜਿਹੜਾ ਕੋਈ ਲੱਗਣਾ ਉਹਦੇ ਲਈ ਪੈਸੇ ਆ ਜਾਂਦੇ ਨੇ, ਰਿਆਇਤਾਂ ਦੇ ਜਿਹੜੇ ਪੈਸੇ ਆ ਜਾਂਦੇ ਨੇ, ਪਰ ਰਿਆਇਤਾਂ ਦੀ ਰਾਜਨੀਤੀ ਤੋਂ ਸਾਰੀਆਂ ਪਾਰਟੀਆਂ ਗਰੇਜ਼ ਕਿਉਂ ਨਹੀਂ ਕਰਦੀਆਂ? ਉਹ ਕਿਉਂ ਨਹੀਂ ਇੱਕ ਇਹੋ ਜਿਹਾ ਪਲੇਟਫਾਰਮ ਸਾਡੇ ਸਾਹਮਣੇ ਲਿਆ ਕੇ ਰੱਖਦੀਆਂ, ਇਹੋ ਜਿਹਾ ਨੀਤੀਗਤ ਫੈਸਲੇ ਸਾਡੇ ਸਾਹਮਣੇ ਲਿਆਉਂਦੀਆਂ ਵੀ ਅਸੀਂ ਤਾਂ ਮੁੱਖ ਤੌਰ ਤੇ ਪੰਜਾਬ ਦੇ ਮੁੱਦਿਆਂ, ਮਸਲਿਆਂ, ਸਮੱਸਿਆਵਾਂ ਦੇ ਨਾਲ ਖੜੇ ਹਾਂ, ਸਿਰਫ ਅਸੀਂ ਰਿਆਇਤਾਂ ਦੀ ਰਾਜਨੀਤੀ ਦੇ ਨਾਲ ਵੋਟਾਂ ਨਹੀਂ ਬਟੋਰਨਾ ਚਾਹੁੰਦੇ। ਇਹ ਗੱਲ ਠੀਕ ਹੈ ਕਿ ਕੁਝ ਇੱਕ ਰਿਆਇਤਾਂ ਦੇਣ ਦੀ ਗੱਲ ਆਮ ਵਰਗ ਦੇ ਵਿੱਚ ਚਾਹੀਦੀ ਹੈ, ਪਰ ਇਹਨੂੰ ਵਿਸ਼ਾ ਇਸ ਢੰਗ ਦੇ ਨਾਲ ਨਹੀਂ ਲੈਣਾ ਚਾਹੀਦਾ। ਦੂਜੀ ਗੱਲ ਇਹ ਆ ਵੀ ਇਹ ਵੀ ਸਵਾਲ ਬਹੁਤੀ ਵਾਰੀ ਉੱਠਦੇ ਨੇ, ਮੈਂ ਜਾਣਨਾ ਚਾਹਾਂਗਾ ਵੀ ਜਦ MLAs ਦੀਆਂ ਐਡੀਆਂ ਵੱਡੀਆਂ ਪੈਨਸ਼ਨਾਂ ਨੇ, 3-3 4-4 ਪੈਨਸ਼ਨਾਂ ਉਹ ਲੈ ਰਹੇ ਨੇ, ਉਹਨਾਂ ਦਾ ਖਰਚਾ ਵੀ ਉਹਨਾਂ ਦੇ ਉੱਤੇ ਪੈਂਦਾ, ਤੇ ਆਮ ਲੋਕ ਵੀ ਸਵਾਲ ਕਰਨ ਲੱਗ ਪੈਂਦੇ ਨੇ ਵੀ ਐਡੇ ਵੱਡੇ ਖਰਚੇ, ਐਕਸਚੈਕਰ ਜਿਹੜਾ ਉਹਨਾਂ ਦੇ ਉੱਤੇ ਪੈਂਦਾ, ਉਹਦੇ ਮੁਕਾਬਲੇ ਦੇ ਉੱਤੇ ਜਦੋਂ ਮੁਲਾਜ਼ਮ ਮੰਗ ਕਰਦੇ ਨੇ ਵੀ ਉਹਨਾਂ ਨੂੰ ਪੈਸੇ ਦਿੱਤੇ ਜਾਣ ਤੇ ਉਸ ਗੱਲ ਤੋਂ ਕੰਨੀ ਕਤਰਾਈ ਜਾਂਦੀ ਹੈ। ਤੇ ਲੋਕ ਜਿਹੜੇ ਚਾਹੁੰਦੇ ਨੇ ਵੀ ਸਾਨੂੰ ਵੀ ਸਹੀ ਢੰਗ ਦੇ ਨਾਲ ਰੁਜ਼ਗਾਰ ਮਿਲੇ, ਸਾਨੂੰ 1-2 ਰੁਪਏ ਦੀ ਕਣਕ ਵਾਲੀ ਗੱਲ ਨਾ ਮਿਲੇ, ਰੁਜ਼ਗਾਰ ਦੇਣ ਦੀ ਗੱਲ ਸਾਡੇ ਸਾਹਮਣੇ ਆਵੇ। ਸੋ ਇਹ ਕੁਛ ਇੱਕ ਪੱਖ ਨੇ ਜਿਹੜੇ ਇੱਥੇ ਵਿਚਾਰਨਯੋਗ ਨੇ। ਮੈਂ ਇਹ ਕਦੇ ਨਹੀਂ ਸਮਝਿਆ ਵੀ ਖਜ਼ਾਨਾ ਖਾਲੀ ਹੈ, ਖਜ਼ਾਨਾ ਸਦਾ ਭਰਿਆ ਹੀ ਰਹਿੰਦਾ। ਇਹ ਵੱਖਰੀ ਗੱਲ ਹੈ ਵੀ ਉਹਦਾ ਸਹੀ ਢੰਗ ਦੇ ਨਾਲ ਵਰਤੋਂ ਨਹੀਂ ਹੁੰਦੀ। ਕਈ ਵਾਰੀ ਏਦਾਂ ਵੀ ਹੋ ਜਾਂਦਾ ਵੀ ਸਾਡੇ ਕੋਲ ਏਡੇ ਵੱਡੇ ਸਕੱਤਰ ਪੱਧਰ ਦੇ ਲੋਕ ਨੇ, ਪਰ ਅਸੀਂ ਸਰਕਾਰਾਂ ਦੇ ਵਿੱਚ, ਅਕਾਲੀ ਸਰਕਾਰ ਵੇਲੇ ਵੀ ਤੇ ਹੁਣ ਵੀ, ਪਤਾ ਨਹੀਂ ਅਗਲੀਆਂ ਸਰਕਾਰਾਂ ਵੇਲੇ ਵੀ 10-10 12-12 ਸਲਾਹਕਾਰ ਰੱਖੇ ਹੋਏ ਨੇ, ਔਰ ਉਹਨਾਂ ਦੇ ਖਰਚੇ ਜਿਹੜੇ ਨੇ ਆਮ ਲੋਕਾਂ ਦੇ ਉੱਤੇ ਪੈਂਦੇ ਨੇ। ਇਹ ਕੁਝ ਸਵਾਲ ਨੇ ਜਿਹੜੇ ਪੰਜਾਬੀ ਆਮ ਤੌਰ ਤੇ ਪੁੱਛਦੇ ਨੇ, ਔਰ ਪੰਜਾਬ ਐਸੀ ਲੋਕ ਆਮ ਕਰਕੇ ਇਸ ਗੱਲ ਦਾ ਸਵਾਲ ਕਰਦੇ ਨੇ। ਸੋ ਮੈਂ ਚਾਹਾਂਗਾ ਕਿ ਖਾਸ ਤੌਰ ਤੇ ਕਾਲੂ ਸਾਹਿਬ ਇਸ ਮਾਮਲੇ ਤੇ ਆਪਣੀ ਗੱਲ ਜ਼ਰੂਰ ਕਰਨ। ਜੀ ਕਾਲੂ ਸਾਹਿਬ, ਮੈਂ ਇੱਕ ਹੋਰ ਸਵਾਲ ਵਿੱਚ ਐਡ ਆਨ ਕਰਨਾ ਚਾਹਾਂਗਾ ਕਿ ਜੇਕਰ ਅਸੀਂ ਅਧਿਆਪਕ ਜਿਹੜੇ ਨੇ, ਜਿਹੜੇ ਹੜਤਾਲਾਂ ਦੇ ਉੱਪਰ ਬੈਠੇ ਨੇ, ਉਹਨਾਂ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਜਿੰਨੀ ਚਿਰ ਤਾਂ ਉਹ 90 ਤੋਂ ਭਾਵੇਂ 95 ਦਿਨ ਭਾਵੇਂ ਟੈਂਕੀ ਦੇ ਚੜੇ ਰਹਿਣ, ਤੁਹਾਡੀ ਸਰਕਾਰ ਵੱਲੋਂ ਕੋਈ ਵੀ ਜਿਹੜਾ ਹੈ ਯਤਨ ਨਹੀਂ ਕੀਤਾ ਜਾਂਦਾ। ਪਰ ਜਦੋਂ ਕਿਸੇ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਨੇ ਤਾਂ ਉਹਨਾਂ ਨੂੰ ਲਾਠੀਆਂ ਮਿਲਦੀਆਂ ਨੇ, ਉਹਨਾਂ ਨੂੰ ਪਾਣੀ ਦੀ ਬੁਛਾੜਾਂ ਦਾ ਫੇਸ ਕਰਨਾ ਪੈਂਦਾ ਹੈ। ਸੋ ਉਹ ਵੀ ਸਵਾਲ ਜਿਹੜਾ ਹੈ ਮੇਰਾ ਵਿੱਚ ਐਡ ਆਨ ਤੁਸੀਂ ਸਮਝੋ, ਤੇ ਦੋਵਾਂ ਗੱਲਾਂ ਦਾ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ? ਮੋਹਿਤ ਜੀ, ਗੱਲ ਏਦਾਂ ਹੈ ਕਿ ਜਿੱਥੋਂ ਤੱਕ ਗੱਲ ਹੈ ਪਲਾਈ ਸਾਹਿਬ ਦੇ ਸਵਾਲਾਂ, ਪਲਾਈ ਸਾਹਿਬ ਦੇ ਜਿਹੜੇ ਸਵਾਲ ਨੇ ਕਿ ਸਰਕਾਰਾਂ ਦੇ ਖਜ਼ਾਨੇ ਕਦੀ ਖਾਲੀ ਨਹੀਂ ਹੁੰਦੇ। ਦੇਖੋ ਪਲਾਈ ਸਾਹਿਬ, ਤੁਸੀਂ ਬੜੇ ਸੀਨੀਅਰ ਹੋ, ਔਰ ਮੈਂ ਸਮਝਦਾ ਕਿ ਸ਼ਾਇਦ ਇੱਥੇ ਜਿੰਨੇ ਵੀ ਪੈਨਲ ਤੇ ਬੈਠੇ ਨੇ, ਸਾਡੀ ਇੰਨੀ ਉਮਰ ਨਹੀਂ ਜਿੰਨਾ ਤੁਹਾਡਾ ਤਜਰਬਾ ਹੈ ਜੀ। ਸੋ ਗੱਲ ਏਦਾਂ ਹੈ ਕਿ ਜੇ ਸਰਕਾਰਾਂ ਦੇ ਖਜ਼ਾਨੇ ਖਾਲੀ ਨਹੀਂ ਤੇ ਪਰ ਸਰਕਾਰਾਂ ਦੇ ਉੱਤੇ ਬੋਝ ਵੀ ਬਹੁਤ ਜ਼ਿਆਦਾ। ਸਰਕਾਰ ਜਿਹੜੀ ਸਾਨੂੰ ਵਿਰਾਸਤ ਦੇ ਵਿੱਚ ਜਿਹੜਾ ਕਰਜ਼ਾ ਜਿਹੜਾ ਹੈ ਉਹ ਇਹ ਟ੍ਰਾਂਸਫਰ ਹੋ ਜਾਂਦਾ ਹੈ ਇੱਕ ਤੋਂ ਦੂਜੀ ਸਰਕਾਰ, ਉਹਦਾ ਵੀ ਇੱਕ ਜਿਹੜਾ ਬੋਝ ਹੁੰਦਾ ਹੈ ਨਾ ਸਰਕਾਰ ਦੇ ਉੱਤੇ, ਉਹ ਬਹੁਤ ਇੱਕ ਜ਼ਿਆਦਾ ਹੁੰਦਾ ਹੈ। ਦੂਸਰਾ, ਜੇ ਅਸੀਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ, ਪੰਜਾਬ ਦੇ ਰੈਵਨਿਊ ਦੇ ਸੋਰਸਿਸ ਦੀ ਗੱਲ ਕਰੀਏ, ਪੰਜਾਬ ਇੱਕ ਸਰਹੱਦੀ ਸੂਬਾ ਹੈ, ਉਹ ਉਸ ਪੱਖ ਤੋਂ ਵੇਖੀਏ। ਗੌਰਵ ਜੀ ਨੇ ਇੱਕ ਗੱਲ ਕਹੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਕੋਲ ਜਾਂ ਪੰਚਾਇਤੀ ਵਿਭਾਗ ਕੋਲ ਪੈਸਾ ਨਹੀਂ ਹੈ। ਗੌਰਵ ਜੀ, ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦਾ 1750 ਕਰੋੜ ਦਾ RDF ਰੂਰਲ ਡਿਵੈਲਪਮੈਂਟ ਫੰਡ ਜਿਹੜਾ ਉਹ ਰੋਕ ਲਿਆ। ਪੇਂਡੂ ਵਿਕਾਸ ਲਈ, ਚਾਹੇ ਉਹ ਸਾਡੀਆਂ ਸੜਕਾਂ ਬਣਨੀਆਂ ਹੋਣ, ਨਾਲੀਆਂ ਬਣਨੀਆਂ ਹੋਣ, ਗਲੀਆਂ ਬਣਨੀਆਂ ਹੋਣ, ਚਾਹੇ ਉਹ ਸਾਡੇ ਛੱਪੜਾਂ ਦਾ ਕੰਮ ਹੋਵੇ,
ਚਾਹੇ ਪਿੰਡ 'ਚ ਸਟਰੀਟ ਲਾਈਟਾਂ ਦਾ ਕੰਮ ਹੋਵੇ, ਇਹ ਸਾਰਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਤੋਂ ਹੁੰਦਾ। ਤੁਸੀਂ ਬਿਹਤਰੀਨ ਜਾਣਦੇ ਹੋ ਕਿਉਂਕਿ ਤੁਹਾਡੇ ਤੇ ਪਿਤਾ ਜੀ ਜਿਹੜੇ ਨੇ ਉਹ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਨੇ ਔਰ ਸਰਕਾਰ ਵੀ ਉਹਨਾਂ ਨੇ ਹੰਢਾਈ ਹੈ ਜੀ। ਸੋ ਇਹ ਜਿਹੜਾ ਸਾਰਾ ਰੂਰਲ ਡਿਵੈਲਪਮੈਂਟ ਦਾ ਪੈਸਾ ਹੈ ਇਹ ਸਾਡਾ ਰੋਕ ਲਿਆ ਗਿਆ। ਸੋ ਪੰਜਾਬ, ਕਿਉਂਕਿ ਅਸੀਂ ਸਾਡਾ ਜਿਹੜਾ ਸਾਨੂੰ ਇੱਕ ਰੈਵਨਿਊ ਦਾ ਸੋਰਸ ਸੀ, ਜਿਹੜੇ ਕਿ ਅਸੀਂ 3 ਬਿੱਲਾਂ ਦੀ ਜਿਹੜੀ ਲੜਾਈ ਅਸੀਂ ਕੇਂਦਰ ਦੇ ਨਾਲ ਪੰਜਾਬ ਦਾ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਮੁੱਖ ਰੂਪ ਦੇ ਵਿੱਚ ਲੜ ਰਹੀਆਂ ਨੇ, ਉਹਦੇ ਵਿੱਚ ਇੱਕ ਬਿੰਦੂ ਸਭ ਤੋਂ ਵੱਡਾ ਇਹ ਹੈ ਕਿ ਪੰਜਾਬ ਨੂੰ ਜਿਹੜਾ ਰੈਵਨਿਊ ਆਉਂਦਾ ਸੀ ਸਰਕਾਰ ਨੂੰ, ਉਹ ਸਾਡੀਆਂ ਮੰਡੀਆਂ ਦੇ ਉੱਤੋਂ ਸਾਡਾ ਸਭ ਤੋਂ ਵੱਡਾ ਜਿਹੜਾ ਇੱਕ ਰੈਵਨਿਊ ਆਉਂਦਾ ਸੀ, ਜਾਂ ਜਿੰਨੇ ਸਾਡੇ ਯਾਰਡ ਸੀਗੇ, ਜਿੱਥੇ ਵੇਅਰ ਹਾਊਸਿਸ ਸੀਗੇ, ਜਿੱਥੇ ਸਟਾਕ ਹੁੰਦੀ ਸੀਗੀ ਜਿਹੜੀ ਸਾਡੀਆਂ ਵਣਜਾਂ, ਉਹਦੇ ਤੋਂ ਸਾਨੂੰ ਇੱਕ ਬਹੁਤ ਵੱਡਾ ਰੈਵਨਿਊ ਜਿਹੜਾ ਆਉਂਦਾ ਸੀਗਾ। ਤੇ ਕੇਂਦਰ ਸਰਕਾਰ ਪੰਜਾਬ ਨੂੰ ਆਰਥਿਕ ਰੂਪ ਦੇ ਵਿੱਚ ਕਮਜ਼ੋਰ ਕਰਨ ਵੱਲ ਤੁਰ ਪਈ ਹੈ, ਪੰਜਾਬ ਨੂੰ ਆਰਥਿਕ ਰੂਪ ਚ ਮਾਰਨਾ ਚਾਹੁੰਦੀ ਹੈ। ਇਸ ਕਰਕੇ ਵੀ ਪੰਜਾਬ ਦਾ ਇਸ ਸਮੇਂ ਜਿਹੜਾ ਹੈ ਉਹ ਆਰਥਿਕ ਹਾਲਾਤ ਦੇ ਨੇ ਉਹ ਥੋੜੇ ਡਗਮਗਾਏ ਨੇ, ਪਰ ਫਿਰ ਵੀ ਸੂਬਾ ਸਰਕਾਰ ਦੀ ਇਹ ਨਿਰੰਤਰ ਕੋਸ਼ਿਸ਼ ਹੈ ਕਿ ਪਿੰਡਾਂ ਦੇ ਵਿਕਾਸ ਲਈ, ਸ਼ਹਿਰਾਂ ਦੇ ਵਿਕਾਸ ਲਈ ਜਿਹੜਾ ਹੈ ਉਹ ਫੰਡ ਮੁਹੱਈਆ ਕਰਾਈ ਜਾਣ, ਔਰ ਕਰਵਾਏ ਵੀ ਜਾ ਰਹੇ ਨੇ। ਜੇ ਤੁਸੀਂ ਪਿੱਛੇ ਗੱਲ ਕਰੋ ਤੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ਜਾਂ ਸ਼ਹਿਰਾਂ ਦੇ ਵਿਕਾਸ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਫੰਡ ਉਹ ਦਿੱਤੇ ਨੇ। ਜੇ ਅਸੀਂ ਕੱਲੇ ਜਿਹੜੇ ਥਾਪਰ ਮਾਡਲ ਦੇ ਛੱਪੜਾਂ ਦੀ ਗੱਲ ਕਰਨੀ ਹੈ, ਜੇ ਅਸੀਂ ਸਿਰਫ ਥਾਪਰ ਮਾਡਲ ਦੇ ਛੱਪੜਾਂ ਦੀ ਗੱਲ ਕਰੀਏ ਤੇ ਬਹੁਤ ਵੱਡੇ ਨੇ। ਸਿਰਫ ਮੇਰੇ ਜ਼ਿਲ੍ਹੇ ਦੀ ਜੇ ਮੈਂ ਗੁਰਦਾਸਪੁਰ ਦੀ ਗੱਲ ਕਰਾਂ, ਮੇਰੀ ਵਿਧਾਨ ਸਭਾ ਬਟਾਲਾ, ਸੋ ਮੈਂ ਜੇ ਇਧਰ ਦੇ ਏਰੀਏ ਦੀ ਗੱਲ ਕਰਾਂ ਤੇ ਸਾਡੇ 119 ਜਿਹੜੇ ਥਾਪੜ ਮਾਡਲ ਦੇ ਜਿਹੜੇ ਛੱਪੜ ਨੇ ਪਿੰਡਾਂ ਦੇ, ਉਹ ਤਿਆਰ ਹੋ ਰਹੇ ਨੇ। ਦੂਸਰੀ ਗੱਲ, ਜਿਹੜੀ ਪਲਾਈ ਸਾਹਿਬ ਗੱਲ ਕਰਦੇ ਨੇ, ਪਲਾਈ ਸਾਹਿਬ ਦੀਆਂ ਗੱਲਾਂ ਬੜੀਆਂ ਵਾਜਬ ਨੇ, ਪਰ ਗੱਲ ਇਹ ਹੈ ਕਿ ਸਰਕਾਰ ਜਦੋਂ ਇੱਕ ਸਿਸਟਮ ਚੱਲਦਾ ਹੈ ਤੇ ਉਹਨੂੰ ਸਿਰਫ ਇੱਕ ਬਿੰਦੂ ਦੇ ਉੱਤੇ ਆਧਾਰਿਤ ਨਹੀਂ ਆਪਾਂ ਰੱਖ ਸਕਦੇ। ਪੂਰੇ ਸੂਬੇ ਦੀ ਸੁਹਿਰਦਤਾ ਨੂੰ ਲੈ ਕੇ, ਵਿਕਾਸ ਕਾਰਜਾਂ ਨੂੰ ਲੈ ਕੇ, ਵੈਲਫੇਅਰ ਸਕੀਮਸ ਨੂੰ ਲੈ ਕੇ, ਹਰ ਚੀਜ਼ ਨੂੰ ਮੁੱਖ ਰੱਖਦੇ ਹੋਏ ਜਿਹੜਾ ਉਹ ਸਰਕਾਰਾਂ ਜਿਹੜਾ ਨੇ ਆਪਣਾ ਕੰਮ ਕਰਦੀਆਂ ਨੇ। ਰਾਮਪੁਰ ਸਾਹਿਬ ਨੇ ਵੀ ਬੜੀ ਸਕਾਰਾਤਮਕ, ਮੈਨੂੰ ਚੰਗਾ ਲੱਗਾ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਕਸਰ ਆਉਂਦੇ ਨਹੀਂ ਹੁੰਦੇ, ਮੈਂ ਤਾਂ ਲਗਭਗ ਹੀ ਡਿਬੇਟ ਦੇ ਵਿੱਚ ਮਤਲਬ ਹਰ ਦੂਸਰੇ ਤੀਸਰੇ ਦਿਨ ਜਾਣਾ, ਉਹ ਇਸ ਤਰ੍ਹਾਂ ਦੀ ਗੱਲ ਕਦੀ ਨਹੀਂ ਰੱਖਦੇ। ਇਲਜ਼ਾਮ ਤਰਾਸ਼ੀ ਦੇ ਉੱਤੇ ਜ਼ਿਆਦਾ ਅਸੀਂ ਧਿਆਨ ਰੱਖਦੇ ਹਾਂ। ਸੋ ਇਲਜ਼ਾਮ ਤਰਾਸ਼ੀ ਨਹੀਂ, ਸਾਨੂੰ ਹੱਲ ਵੱਲ ਤੁਰਨਾ ਪੈਣਾ ਹੈ, ਸਾਨੂੰ ਇਹਦੇ ਆਲਟਰਨੇਟਿਵ ਕੋਈ ਸੋਲੂਸ਼ਨ ਲੱਭਣੇ ਪੈਣੇ ਨੇ। ਬਿਲਕੁਲ ਇਹਨਾਂ ਦੀ ਗੱਲ ਠੀਕ ਹੈ। ਹਾਂ, ਜਿੱਥੋਂ ਤੱਕ ਰਹੀ ਗੱਲ ਕਿ ਜਿਹੜੀ ਤੁਸੀਂ ਕੀਤੀ ਹੈ ਮੋਹਿਤ ਜੀ, ਕਿ ਬੇਰੁਜ਼ਗਾਰ ਜਿਹੜੇ ਨੇ ਉਹ ਟੈਂਕੀਆਂ ਤੇ ਚੜੇ ਨੇ, ਚਾਹੇ ਉਹ ਸਾਡਾ ਭਰਾ ਸੁਰਿੰਦਰਪਾਲ ਜਿਹੜਾ ਲੰਬੇ ਸਮੇਂ ਤੋਂ ਟੈਂਕੀ ਦੇ ਉੱਤੇ ਜਿਹੜਾ ਆਪਣਾ ਸੰਘਰਸ਼ ਕਰ ਰਿਹਾ, ਆਪਣਾ ਪ੍ਰੋਟੈਸਟ ਰਜਿਸਟਰ ਕਰਾ ਰਿਹਾ। ਦੇਖੋ, ਇਹ ਮੰਦਭਾਗਾ ਹੈ, ਕਿਸੇ ਵੀ ਸਰਕਾਰ ਲਈ ਮੰਦਭਾਗਾ ਹੈ, ਉਹ ਸਾਡੇ ਲਈ ਵੀ ਮੰਦਭਾਗਾ ਹੈ। ਉਹ ਵੀ ਸਾਡੇ ਹੀ ਭੈਣ ਭਰਾ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਜਿਨ੍ਹਾਂ ਤੇ ਲਾਠੀ ਚਾਰਜ ਹੋ ਰਿਹਾ, ਉਹ ਸਾਡੇ ਹੀ ਭੈਣ ਭਰਾ ਨੇ। ਦੇਖੋ, ਸੰਵਿਧਾਨ ਦੀ ਧਾਰਾ 19 ਸਾਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਉਹਨੇ ਦਿੱਤਾ ਹੈ, ਤੇ ਪ੍ਰੋਟੈਸਟ ਕਰਨ ਦੀ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਅਸੀਂ ਸਰਕਾਰ 'ਚ ਹੁੰਦਿਆਂ ਹੋਇਆਂ ਵੀ ਕਈ ਵਾਰੀ ਅਸੀਂ ਜਦੋਂ ਕਿਸਾਨੀ ਬਿੱਲਾਂ ਨੂੰ ਲੈ ਕੇ ਪ੍ਰੋਟੈਸਟ ਕੀਤੀ ਹੈ, ਚਾਹੇ ਅਸੀਂ ਉਹ ਚੰਡੀਗੜ੍ਹ 'ਚ ਕੀਤੀ ਹੈ, ਤੇ ਪਾਣੀ ਦੀਆਂ ਬੁਛਾਰਾਂ ਸਾਡੇ ਤੇ ਵੀ ਚੱਲੀਆਂ ਨੇ, ਲਾਠੀਚਾਰਜ ਸਾਡੇ ਤੇ ਵੀ ਹੋਇਆ। ਇਸ ਕਿਸਾਨੀ ਅੰਦੋਲਨ ਦੇ ਵਿੱਚ 3 ਵਾਰੀ ਤੇ ਮੈਂ ਗ੍ਰਿਫਤਾਰੀ ਦੇ ਚੁੱਕਿਆ ਖੁਦ। ਸੋ ਇਹ ਇਸ ਤਰ੍ਹਾਂ ਇਹ ਜਿਹੜਾ ਪ੍ਰਸ਼ਾਸਨ ਦਾ ਕੰਮ ਜਿਹੜਾ ਉਹ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੁੰਦਾ, ਔਰ ਜਿਹੜਾ ਸਾਡਾ ਅਧਿਕਾਰ ਹੈ ਜਿਹੜਾ ਪ੍ਰੋਟੈਸਟ ਕਰਨ ਦਾ, ਉਹ ਸਾਨੂੰ ਸਾਡਾ ਸੰਵਿਧਾਨ ਦਿੰਦਾ ਹੈ। ਤੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਵੀ ਵਿਚਾਰ ਅਧੀਨ ਨੇ, ਚਾਹੇ ਉਹ ਈਟੀਟੀ ਟੀਚਰਸ ਦੀ ਗੱਲ ਹੋਵੇ, ਸਾਰਿਆਂ ਦੀਆਂ ਮੰਗਾਂ ਵਿਚਾਰ ਅਧੀਨ ਨੇ। ਸਰਕਾਰ ਬੜੀ ਹੀ ਸੁਹਿਰਦਤਾ ਦੇ ਨਾਲ ਉਹਨਾਂ ਦੇ ਉੱਤੇ ਵਿਚਾਰ ਕਰ ਰਹੀ ਹੈ, ਔਰ ਮੈਂ ਸਮਝਦਾ ਕਿ ਛੇਤੀ ਹੀ ਅਸੀਂ ਇੱਕ ਬੜਾ ਕੋਈ ਉਹਨਾਂ ਲਈ ਪੋਜ਼ਿਟਿਵ ਜਿਹੜਾ ਸੋਲੂਸ਼ਨ ਅਸੀਂ ਲੈ ਕੇ ਆਵਾਂਗੇ। ਜੀ, ਮੈਂ ਹੁਣ ਗੌਰਵਦੀਪ ਸਿੰਘ ਵਲਟੋਹਾ ਜੀ ਵੱਲ ਤੁਰਾਂਗਾ, ਕਿਉਂਕਿ ਉਹਨਾਂ ਵੱਲੋਂ ਰੈਗੂਲਰ ਜਿਹੜੀਆਂ, ਅਗਰ ਮੈਂ ਸੋਸ਼ਲ ਮੀਡੀਆ ਦੀ ਜੇਕਰ ਗੱਲ ਕਰਾਂ ਤਾਂ ਰੈਗੂਲਰ ਪੋਸਟ ਪਾਈਆਂ ਜਾ ਰਹੀਆਂ ਨੇ ਅਲੱਗ-ਅਲੱਗ ਮੁੱਦਿਆਂ ਨੂੰ ਉੱਪਰ ਲੈ ਕੇ। ਸੋ ਗੌਰਵਦੀਪ ਜੀ, ਤੁਸੀਂ ਇਸ ਪੂਰੇ ਜਿਹੜਾ ਮੁੱਦਾ ਹੈ ਉਹਨੂੰ ਤੁਸੀਂ ਚਲੋ ਆਪਣੇ ਸੋਸ਼ਲ ਮੀਡੀਆ ਤੇ ਟਾਰਗੇਟ ਕਰ ਹੀ ਰਹੇ ਹੋ, ਬਟ ਪਰਸਨਲੀ ਜੇ ਮੈਂ ਤੁਹਾਨੂੰ ਪੁੱਛਾਂ, ਤੁਸੀਂ ਕੀ ਸੋਚਦੇ ਹੋ ਕਿ ਤੁਹਾਡੀ ਪਾਰਟੀ ਜਿਹਾ ਕੀ ਕਰੇਗੀ ਕਿ ਇਸ ਦਾ ਪੋਜ਼ਿਟਿਵ ਜਿਹੜਾ ਹੈ ਨਤੀਜਾ ਜਿਹੜਾ ਹੈ ਉਹ ਲਿਆਇਆ ਜਾਏਗਾ? ਬਿਲਕੁਲ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕੋਈ ਵੀ ਜਿਹੜਾ ਇਸ਼ੂ ਹੁੰਦਾ ਵਾ, ਮੈਂ ਆਪਣੇ ਤੌਰ ਤੇ ਆਪ ਹੀ ਚਲੋ ਜਿੱਦਾਂ ਐਕਟਿਵ ਰਹਿਣਾ ਵਾ, ਔਰ ਆਪਣੇ ਤੌਰ ਤੇ ਕੋਸ਼ਿਸ਼ ਇਹੀ ਕਰੀਦੀ ਕਿ ਉਸ ਚੀਜ਼ ਨੂੰ ਵੱਧ ਤੋਂ ਵੱਧ ਹਾਈਲਾਈਟ ਕੀਤਾ ਜਾਵੇ। ਮੋਹਿਤ ਜੀ, ਮੈਂ ਤੁਹਾਡੇ ਨੌਲੇਜ ਲਿਆਉਣਾ ਚਾਹੁੰਦਾ ਵਾ ਕਿ ਬਕਾਇਦਾ ਅੰਕੜੇ ਨੇ ਮੇਰੇ ਕੋਲ 2.5 ਲੱਖ, ਮਤਲਬ 2.5 ਲੱਖ ਜਿਹੜੇ ਹਾਊਸ ਹੋਲਡਸ ਆ, ਉਹਨੂੰ ਸਾਡੀ ਟੈਨਿਓਰ ਦੇ ਟਾਈਮ ਉਦੋਂ ਨੌਕਰੀ ਦਿੱਤੀ ਗਈ ਸੀ। ਸਭ ਤੋਂ ਵੱਡੀ ਪੰਜਾਬ ਪੁਲਿਸ ਦੀ ਭਰਤੀ, ਚਾਹੇ ਤੁਸੀਂ ਰੈਵਨਿਊ ਡਿਪਾਰਟਮੈਂਟ ਚਲਾ ਲਓ, ਟੀਚਿੰਗ ਡਿਪਾਰਟਮੈਂਟ ਚਲਾ ਲਓ, ਉਹ ਸ਼੍ਰੋਮਣੀ ਅਕਾਲੀ ਦਲ ਦੇ ਗਵਰਨਮੈਂਟ ਦੇ ਟਾਈਮ ਕੀਤੀ ਗਈ ਸੀ, ਬਕਾਇਦਾ ਸਰਕਾਰੀ। ਔਰ ਇਸ ਚੀਜ਼ ਨੂੰ ਲੈ ਕੇ ਦੇਖੋ, ਸਾਡੀ ਪਾਰਟੀ ਬਿਲਕੁਲ ਹੀ ਸੰਜੀਦਾ ਹੈ, ਸਾਡੀ ਪਾਰਟੀ ਬਿਲਕੁਲ ਇਸ ਚੀਜ਼ ਪ੍ਰਤੀ ਸੀਰੀਅਸ ਹੈ, ਔਰ ਵੱਧ ਤੋਂ ਵੱਧ ਜਿੰਨਾ ਹੋ ਸਕੇ ਆਪਣਾ ਯੋਗਦਾਨ ਪਾਉਂਦੇ ਹੋਏ ਇਸ ਪ੍ਰਤੀ ਜਿੰਨੀ ਵੀ, ਦੇਖੋ ਬੇਰੁਜ਼ਗਾਰੀ ਦੀ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਵਾ ਜੀ, ਔਰ ਕੇਵਲ ਇੱਕ ਬਿਆਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ।
ਪ੍ਰੈਕਟੀਕਲ ਤੌਰ ਤੇ ਇਸ ਚੀਜ਼ ਨੂੰ ਇੰਪਲੀਮੈਂਟ ਕਰਾਂਗੇ। ਇੱਕ ਮੈਂ ਤੁਸੀਂ ਫਿਰ ਕਹਿਣਾ ਕਿ ਮੋੜ ਕੋੜ ਕੇ ਤੁਸੀਂ ਫਿਰ ਉਸੇ ਗੱਲ ਵੱਲ ਆਉਂਦੇ ਨੇ। ਮੇਰੇ ਵੱਡੇ ਵੀਰ ਜਸਕਰਨ ਜੀ ਨੇ ਜ਼ਿਕਰ ਕੀਤਾ ਵਾ, ਦੇਖੋ ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ, ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਮੋਹਿਤ ਜੀ, ਜਾਂ ਸਾਡੇ ਪਲਾਹੀ ਸਾਹਿਬ ਦੀ ਜ਼ਿੰਮੇਵਾਰੀ ਨਹੀਂ ਹੈ, ਇਹ ਗਵਰਨਮੈਂਟ ਦਾ ਫਰਜ਼ ਬਣਦਾ। ਅਸੀਂ ਟੈਕਸਿਸ ਕਾਹਦੇ ਲਈ ਦੇਣੇ? ਅਖੀਰਕਾਰ ਕੋਈ ਵੀ ਜਦੋਂ ਸਾਨੂੰ ਜੇ ਸਹੂਲਤ ਮਿਲਣੀ ਹੈ, ਸਾਡੇ ਲਈ ਜੇ ਪੈਸਾ ਆਉਣਾ ਵਾ, ਸਾਡੇ ਆਮ ਲੋਕਾਂ ਦੀ ਵੈਲਫੇਅਰ ਦੇ ਲਈ ਜੇ ਸਕੀਮਸ ਆਉਣੀਆਂ ਨੇ, ਇਹ ਫਰਜ਼ ਬਣਦਾ ਸਿਰਫ ਗਵਰਨਮੈਂਟ ਦਾ। ਹੁਣ ਪਿੰਡ ਪੱਧਰ ਤੇ ਇਹਨਾਂ ਨੇ RDF ਦੀ ਗੱਲ ਕੀਤੀ ਜਾਂ ਹੋਰ ਜਿਹੜੀ ਗੱਲ ਕੀਤੀ, ਸਿਰਫ ਉਹੀ ਨਹੀਂ, ਹੋਰ ਜਿੱਦਾਂ ਤੁਸੀਂ ਲਾ ਲਓ ਮੰਡੀਕਰਨ ਦਾ ਜਿੰਨਾ ਰੈਵਨਿਊ ਉਹ ਵਧੀਆ ਪ੍ਰੋਵਾਈਡ ਕਰ ਦਿੰਦਾ, ਮੰਡੀਕਰਨ ਤੋਂ ਬੜੀ ਵਧੀਆ ਇੱਕ ਉਸ ਦੀ ਵੱਖਰੀ ਸੈਪਰੇਟ ਗ੍ਰਾਂਟ ਹੁੰਦੀ ਆ। ਸੋ ਜਿੱਦਾਂ ਮੈਂ ਜ਼ਿਕਰ ਕੀਤਾ ਆਪਣੇ ਮੋਹਿਤ ਜੀ, ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਕਿ ਮੰਡੀਕਰਨ ਦਾ ਅਲੱਗ ਇੱਕ ਜਦੋਂ ਆਪਾਂ ਟੈਕਸ ਕਰਦੇ ਹਾਂ ਉਸ ਦਾ ਇੱਕ ਵੱਖਰਾ ਰੈਵਨਿਊ ਜਨਰੇਟ ਹੁੰਦਾ ਵਾ, ਪੰਚਾਇਤੀ ਪੈਲੀਆਂ ਦਾ ਇੱਕ ਵੱਖਰਾ ਰੈਵਨਿਊ ਜਨਰੇਟ ਹੁੰਦਾ ਜਦੋਂ ਆਪਾਂ ਉਸ ਦੀਆਂ ਬੋਲੀਆਂ ਲਗਾਉਂਦੇ ਹਾਂ, ਠੀਕ ਹੈ। ਇਸ ਤੋਂ ਇਲਾਵਾ ਹਰੇਕ ਬਲਾਕ ਦੇ ਵਿੱਚ ਵੱਖਰਾ ਇੱਕ ਡਿਵੈਲਪਮੈਂਟ ਦਾ ਜਿਹੜਾ ਹੁੰਦਾ ਵਾ ਉਹ ਵੱਖ-ਵੱਖ ਮਤਲਬ ਸਰਕਾਰ ਕੋਲ ਕਾਫੀ ਸਾਧਨ ਨੇ। ਐਂਡ ਗੱਲ ਇਹ ਆਉਂਦੀ ਆ ਕਿ ਅੱਜ 4.5 ਸਾਲ ਦਾ ਸਮਾਂ ਹੋ ਗਿਆ, ਜੇ ਹੁਣ ਜਾ ਕੇ ਸਰਕਾਰ ਦਾ ਕੋਈ ਜੇ ਹੁਣ ਜਾ ਕੇ ਇਹਨਾਂ ਦਾ ਸਰਕਾਰੀ ਖਜ਼ਾਨਾ ਨਹੀਂ ਭਰਨਾ ਤੇ ਫਿਰ ਕਦੋਂ ਭਰਨਾ ਵਾ? ਐਟ ਦੀ ਐਂਡ ਵੀ ਆਰ ਜਸਟ ਲੈਫਟ ਵਿਦ 6 months, 6 ਮੰਥ ਦਾ ਪੀਰੀਅਡ ਵਾ, ਤੇ ਅਜੇ ਤੱਕ ਇਹ ਚੀਜ਼, ਇਹ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ। ਇਹ ਕੇਵਲ ਤੇ ਕੇਵਲ ਇੱਕ ਬੜਾ ਵੱਡਾ ਐਕਸਕਿਊਜ਼ ਆ। ਮੈਨੀਫੈਸਟੋਸ ਦੇ ਦੌਰਾਨ ਇਹ ਚੀਜ਼ ਸਾਹਮਣੇ ਕਿਉਂ ਨਹੀਂ ਸੀ ਆਈ? ਮੈਨੀਫੈਸਟੋਸ ਦੇ ਦੌਰਾਨ ਇਹ ਗੱਲ ਹਾਈਲਾਈਟ ਕਿਉਂ ਨਹੀਂ ਕੀਤੀ ਗਈ? ਅੱਜ ਜਿੰਨੇ ਸਾਡੇ ਦੇਖੋ ETT ਟੀਚਰਸ ਦਾ ਤੁਸੀਂ ਜ਼ਿਕਰ ਕੀਤਾ, ਇਹ ਸਾਡੇ ਟਾਈਮ ਵੀ ਇਹ ਮਸਲਾ ਚੱਲਦਾ ਹੋਊਗਾ, ਪਰ ਮੋਹਿਤ ਜੀ ਮੈਂ ਇੱਕ ਗੱਲ ਦੱਸਾਂ ਨਾ, ਕਦੀ ਵੀ ਇੰਨੀ ਨੌਬਤ ਨਹੀਂ ਆਈ ਕਿ ਅੱਜ ਦੇ ਟਾਈਮ ਜਿੱਦਾਂ ਕੈਪਟਨ ਸਰਕਾਰ ਦੇ ਟਾਈਮ ਹੋ ਰਿਹਾ ਵਾ, ਸਤਿਕਾਰਯੋਗ ਧੀਆਂ ਭੈਣਾਂ ਨੂੰ ਕਿੱਦਾਂ ਜਲੀਲ ਕੀਤਾ ਜਾ ਰਿਹਾ ਵਾ, ਰੋ ਰਹੀਆਂ ਨੇ, ਔਰ ਕਦੀ ਏਦਾਂ ਦੀ ਗੱਲ ਆਈ ਕਿ ਕਿਸੇ ਬੰਦੇ ਨੇ ਉੱਪਰ ਇੱਕ ਟਾਵਰ ਦੇ ਉੱਪਰ ਚੜ ਕੇ ਉਹ ਇੱਕ ਭੁੱਖ ਹੜਤਾਲ ਤੇ ਬੈਠਿਆ ਹੋਵੇ? ਅੱਜ ਬੜੀ ਇੱਕ ਤਰਾਸ ਦੀ ਹਾਲਤ ਬਣੀ ਪਈ ਹੈ ਇਸ ਚੀਜ਼ ਪ੍ਰਤੀ। ਅਜੇ ਵੀ ਟਾਈਮ ਹੈਗਾ, 6 ਮਹੀਨਿਆਂ ਦਾ ਇੱਕ ਬੜਾ ਵੱਡਾ ਪੀਰੀਅਡ ਹੁੰਦਾ ਵਾ। ਇਸ ਚੀਜ਼ ਨੂੰ ਮੈਨੇਜ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਫਰਜ਼ ਬਣਦਾ, ਜਿਹਦੇ ਤੋਂ ਕਿ ਬਿਲਕੁਲ ਕੈਪਟਨ ਸਰਕਾਰ ਦੂਰ ਜਾ ਰਹੀ ਜੀ। ਸੋ ਮੈਂ ਅਖੀਰ ਵਿੱਚ ਸਾਰਿਆਂ ਕੋਲ 2-2 ਮਿੰਟ ਹੀ ਮੈਂ ਰਿਕੁਐਸਟ ਕਰਾਂਗਾ ਕਿ 2-2 ਮਿੰਟ ਸਾਰਿਆਂ ਕੋਲ ਨੇ। ਸੋ ਮੈਂ ਹੁਣ ਪਹਿਲਾਂ ਰਾਮਪੁਰ ਜੀ ਤੋਂ, ਫਿਰ ਕਾਲੋ ਜੀ ਤੋਂ, ਤੇ ਐਂਡ ਵਿੱਚ ਪਲਾਹੀ ਜੀ ਤੋਂ ਬਿਆਨ ਲੈਣਾ ਚਾਹਾਂਗਾ। ਰਾਮਪੁਰ ਜੀ, ਇਸ ਪੂਰੇ ਡਿਬੇਟ ਦੇ ਵਿੱਚ ਤੁਸੀਂ ਹੁਣ ਲਾਸਟ 2 ਮਿੰਟ ਕੀ ਕਹਿਣਾ ਚਾਹੁੰਦੇ ਹੋ, ਕੀ ਸਕਾਰਾਤਮਕ ਸੋਚ ਦੇਣਾ ਚਾਹੁੰਦੇ ਹੋ ਤਾਂ ਜੋ ਪੰਜਾਬ ਨੂੰ ਇੱਕ ਵਧੀਆ ਭਵਿੱਖ ਦਿਖ ਸਕੇ? ਬਹੁਤ ਵਧੀਆ ਡਿਬੇਟ ਚੱਲ ਰਹੀ ਹੈ ਅੱਜ, ਔਰ ਬੜਾ ਸੰਵੇਦਨਸ਼ੀਲ ਮੁੱਦਾ, ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ, ਪਰ ਇਸ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਯਤਨ ਕਰਨ ਦੀ ਲੋੜ ਆ। ਅੱਜ ਇਹ ਗੱਲ ਸਾਨੂੰ ਜਿੰਨਾ ਚਿਰ ਅਸੀਂ ਐਕਸੈਪਟ ਵੀ ਕਰਦੇ ਸਾਰੇ ਕਿ ਪੰਜਾਬ ਵਾਕਿਆ ਪਿੱਛੇ ਚਲੇ ਗਿਆ, ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ, ਇਸ ਨੂੰ ਕਿਸ ਤਰ੍ਹਾਂ ਅੱਗੇ ਵਧਾਉਣਾ, ਜਿੰਨਾ ਚਿਰ ਅਸੀਂ ਇਸ ਮੁੱਦੇ ਤੇ ਨਹੀਂ ਆਉਂਦੇ, ਇਸ ਸੋਚ ਤੇ ਨਹੀਂ ਆਉਂਦੇ, ਸ਼ਾਇਦ ਉਹਨਾਂ ਚਿਰ ਇਹ ਪੋਸੀਬਲ ਨਹੀਂ ਕਿ ਅਸੀਂ ਸਾਰਾ ਸਿਸਟਮ ਨੂੰ ਸੁਧਾਰ ਸਕੀਏ। ਤੇ ਇਸ ਦੇ ਨਾਲ ਮੈਂ ਇੱਕ ਸ਼ੇਅਰ ਦੇ ਨਾਲ ਸਮਾਪਤੀ ਕਰਾਂਗਾ। ਹਰ ਸੀਨਾ ਤੁਖਦਾ ਹੈ, ਸੋਚਾਂ ਵਿੱਚ ਜਵਾਲਾ ਹੈ, ਇੱਕ ਚੀਜ਼ ਬਦਲਿਆ ਨਹੀਂ ਸਰਨਾ, ਇਹ ਢਾਂਚਾ ਬਦਲਣ ਵਾਲਾ। ਕਿਆ ਬਾਤ, ਬਹੁਤ ਖੂਬ ਰਾਮਪੁਰ ਜੀ। ਸੋ ਮੈਂ ਹੁਣ ਕਾਲੋ ਜੀ ਤੋਂ 2 ਮਿੰਟ ਲਵਾਂਗਾ, ਐਂਡ ਵਿੱਚ ਪਲਾਹੀ ਜੀ ਨੂੰ ਕਵਾਂਗਾ ਸਮੇਟਣ ਦੇ ਲਈ। ਸੋ ਕਾਲੋ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਤੇ ਇੱਕ ਹੋਰ ਲਾਸਟ ਜਾਂਦੇ ਫਿਰ ਐਲੀਗੇਸ਼ਨਸ ਲੱਗਾ ਹੈ ਕਿ ਤੁਹਾਡਾ ਹੀ ਫਰਜ਼ ਬਣਦਾ ਸੀਗਾ ਖਜ਼ਾਨੇ ਨੂੰ ਸੰਭਾਲਣ ਦਾ, ਉਸ ਨੂੰ ਮੇਨਟੇਨ ਕਰਨ ਦਾ। ਬਿਲਕੁਲ ਜੀ, ਸਾਡਾ ਹੀ ਫਰਜ਼ ਬਣਦਾ ਸੀਗਾ, ਸਾਡਾ ਹੀ ਬਣਦਾ ਹੈ, ਤੇ 2022 ਤੋਂ ਬਾਅਦ ਵੀ ਸਾਡਾ ਹੀ ਫਰਜ਼ ਬਣੇਗਾ ਖਜ਼ਾਨੇ ਨੂੰ ਦੁਬਾਰਾ ਤੋਂ, ਸਰਕਾਰ ਨੂੰ ਦੁਬਾਰਾ ਤੋਂ ਚਲਾਉਣ ਦਾ। ਸੋ ਇਸ ਗੱਲ ਦੀ ਚਿੰਤਾ ਕੋਈ ਵੀ ਨਾ ਕਰੇ। ਕਾਂਗਰਸ ਹਮੇਸ਼ਾ ਤੋਂ ਹੀ ਡਿਵੈਲਪਮੈਂਟ ਦੀ ਰਾਜਨੀਤੀ ਕਰਦੀ ਆਈ ਹੈ, ਤੇ ਡਿਵੈਲਪਮੈਂਟ ਦੀ ਰਾਜਨੀਤੀ ਕਾਂਗਰਸ ਦਾ ਮੁੱਖ ਉਦੇਸ਼, ਮੁੱਖ ਟੀਚਾ ਰਿਹਾ ਹੈ ਜੀ। ਮਿਤੀ 14/10/2020 ਨੂੰ ਕੈਬਨਿਟ ਨੇ ਇੱਕ ਕੀਤਾ ਸੀਗਾ ਪਾਸ ਮਤਾ ਕਿ ਜਿਹਦੇ ਵਿੱਚ ਅਸੀਂ 1 ਲੱਖ ਸਰਕਾਰੀ ਰੋਜ਼ਗਾਰ ਦੇਣ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਬੱਚਿਆਂ ਨੂੰ ਦੇਣਾ। ਉਹਦੇ ਵਿੱਚੋਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ 35,553 ਜਿਹੜੇ ਨੇ ਪ੍ਰਕਾਸ਼ਿਤ ਹੋ ਚੁੱਕੇ ਨੇ, ਉਹਨਾਂ ਦੀ ਐਡਵਰਟਾਈਜ਼ਮੈਂਟ ਹੋ ਚੁੱਕੀ ਹੈ, ਤੇ 61,336 ਜਿਹੜੇ ਨੇ ਉਹ ਬਾਕੀ ਜੇ ਪੈਂਡਿੰਗ ਨੇ। ਸੋ ਅਸੀਂ ਆਪਣਾ ਹਰ ਕੀਤਾ ਹੋਇਆ ਵਾਅਦਾ, ਚਾਹੇ ਉਹ ਬੇਰੁਜ਼ਗਾਰੀ ਦਾ, ਘਰ ਘਰ ਰੋਜ਼ਗਾਰ ਦਾ ਹੋਵੇ, ਅਸੀਂ ਚਾਹੇ ਉਹ ਕਿਸਾਨਾਂ ਨੂੰ ਦੇ ਕਰਜ਼ਾ ਮਾਫੀ ਦੀ ਜਿਹੜੀ ਗੱਲ ਹੋਵੇ, ਉਹਦੇ ਵੱਲ ਵੀ ਅਸੀਂ ਜਿੰਨੇ ਕੁ ਸੀਮਤ ਸਾਧਨਾਂ ਦੇ ਨਾਲ ਅਸੀਂ ਜਿਹੜਾ ਕਰਜ਼ਾ ਵੀ ਮਾਫ ਕਰਾਂਗੇ। ਔਰ ਜਿਹੜੀ ਗੱਲ ਅਸੀਂ ਬਾਰ-ਬਾਰ ਕਰਦੇ ਹਾਂ, ਗੁਟਕਾ ਸਾਹਿਬ ਦੇ ਹੱਥ ਵਿੱਚ ਫੜ ਕੇ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜਿਹੜੀ ਸਹੁੰ ਚੁੱਕੀ ਹੈ, ਸੋ ਮੈਂ ਸਾਰੇ ਪੰਜਾਬ ਨੂੰ, ਸਾਰੇ ਜਿੰਨੇ ਵੀ ਤੁਹਾਡੇ ਸਰੋਤੇ ਨੇ, ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਆਪਣੇ ਹਰ ਕੀਤੇ ਹੋਏ ਵਾਅਦੇ ਨੂੰ ਪੂਰਾ ਕਰੇਗੀ,
ਨਾ ਤਾਂ ਅਸੀਂ ਕਦੀ ਜਿਹੜਾ ਹੈ ਇਸ ਚੀਜ਼ ਤੋਂ ਮੁਨਕਰ ਹੋਏ ਆ ਤੇ ਨਾ ਹੀ ਮੁਨਕਰ ਹੋਵਾਂਗੇ। ਹਾਂ, ਜਿਹੜੀ ਇੱਕ ਹੋਰ ਜਿਹੜੀ ਤੁਹਾਡੇ ਸਾਰਿਆਂ ਦੇ ਸਰੋਤਿਆਂ ਨੂੰ ਮੈਂ ਦੱਸ ਦਿਆਂ ਕਿ ਅਸੀਂ 1 ਲੱਖ ਜਿਹੜੀਆਂ ਇਹ ਜੌਬਸ ਦੇਣ ਦਾ ਜਿਹੜਾ ਕੰਮ ਜਿੱਥੇ ਕਿ ਕੇਂਦਰ ਜਿਹੜੀ ਗਵਰਨਮੈਂਟ ਸੈਕਟਰ ਦੇ ਵਿੱਚ ਕਰਾਂਗੇ, ਉਹਦੇ ਨਾਲ ਹੀ ਅਸੀਂ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂਟ ਐਂਡ ਜਿਹੜੀ ਐਕਸਚੇਂਜ ਜਿਹੜੀ ਬਣਾਈ ਹੈ, ਉਹਦੇ ਵਿੱਚ ਅਸੀਂ ਨਾ ਕਿ ਸਿਰਫ ਰੋਜ਼ਗਾਰ ਦੇਣ ਦੀ ਗੱਲ ਕੀਤੀ ਹੈ, ਉਹਦੇ ਵਿੱਚ ਬਲਕਿ ਅਸੀਂ ਰੋਜ਼ਗਾਰ ਜਨਰੇਟ ਕਰਨ ਦੀ ਵੀ ਗੱਲ ਕੀਤੀ ਹੈ। ਅਸੀਂ ਇੱਕ ਡਿਜੀਟਲ ਪਲੇਟਫਾਰਮ ਬਣਾਇਆ ਜਿਹਦੇ ਉੱਤੇ 10 ਲੱਖ ਦੇ ਆਸ-ਪਾਸ ਜਿਹੜੇ ਐਪਲੀਕੈਂਟਸ ਨੇ ਜਿਨ੍ਹਾਂ ਨੇ ਜੌਬਸ ਲਈ ਅਪਲਾਈ ਕੀਤਾ ਹੈ, ਉਹ ਸਾਡੇ ਨਾਲ ਜੁੜ ਚੁੱਕੇ ਨੇ। 8000 ਦੇ ਨੇੜੇ ਤੇੜੇ EMPLOYERS ਨੇ ਜਿਨ੍ਹਾਂ ਨੇ ਰੋਜ਼ਗਾਰ ਦੇਣਾ ਹੈ, ਉਹ ਸਾਡੇ ਨਾਲ ਉਸ ਪੋਰਟਲ ਦੇ ਉੱਤੇ ਜੁੜੇ ਨੇ। ਇਹ ਤੇ ਹੋ ਗਿਆ ਸਾਡਾ ਇੱਕ ਡਿਜੀਟਲ ਉਪਰਾਲਾ। ਇਹਦੇ ਨਾਲ ਹੀ ਮੈਂ ਤੁਹਾਡੀ ਜਾਣਕਾਰੀ ਲਈ ਇੱਕ ਹੋਰ ਦੇ ਦਿਆਂ ਕਿ ਇਹ ਜਿਹੜੀ ਸਾਰੀ ਅਸੀਂ ਇੰਪਲੋਇਮੈਂਟ ਦੀ ਗੱਲ ਕਰ ਰਹੇ ਹਾਂ, ਜਿੱਦਾਂ ਰਾਮਪੁਰ ਸਾਹਿਬ ਨੇ ਵੀ ਕੀਤੀ, ਪਲਾਈ ਸਾਹਿਬ ਨੇ ਵੀ ਕੀਤੀ, ਸੈਲਫ ਇੰਪਲੋਇਮੈਂਟ ਦੇ ਵਿੱਚ ਅਸੀਂ 9,97,000 ਨੌਕਰੀਆਂ ਦੇ ਚੁੱਕੇ ਹਾਂ ਤੇ ਅਸੀਂ ਭਵਿੱਖ ਦੇ ਵਿੱਚ ਵੀ ਜਿਹੜਾ ਹੈ ਉਹ ਸਾਡਾ ਪ੍ਰਾਇਮਰੀ ਫੋਕਸ, ਕਿਉਂਕਿ 55 ਲੱਖ ਜਿਹੜੇ ਹਾਊਸ ਹੋਲਡ ਨੇ, ਜਿਹੜੇ ਘਰ ਨੇ ਸਾਡੇ ਸੂਬੇ ਦੇ, ਉਹ 55 ਲੱਖ ਦੇ 55 ਲੱਖ ਨੂੰ ਸਰਕਾਰੀ ਨੌਕਰੀਆਂ ਦੇਣੀਆਂ ਜਿਹੜੀਆਂ ਉਹ ਮੁਨਾਸਿਬ ਨਹੀਂ ਹੈ। ਇਸ ਕਰਕੇ ਪ੍ਰਾਈਵੇਟ ਸੈਕਟਰ ਦਾ ਸਹਾਰਾ ਸਾਨੂੰ ਲੈਣਾ ਪਏਗਾ, ਸੈਲਫ ਇੰਪਲੋਇਮੈਂਟ ਦਾ ਸਹਾਰਾ ਸਾਨੂੰ ਲੈਣਾ ਪਏਗਾ, ਕਿਉਂਕਿ ਸੈਲਫ ਇੰਪਲੋਇਮੈਂਟ ਇੱਕ ਐਸਾ ਸੈਕਟਰ ਹੈ ਕਿ ਜਦੋਂ ਸੈਲਫ ਇੰਪਲੋਇਮੈਂਟ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤੇ ਉਹਦੇ ਨਾਲ ਅਸੀਂ ਸਿਰਫ ਆਪਣੇ ਲਈ ਰੋਜ਼ਗਾਰ ਪੈਦਾ ਨਹੀਂ ਕਰਦੇ, ਬਲਕਿ ਆਪਣੇ ਨਾਲ 3-4 ਹੋਰ ਜਿਹੜੇ ਆ ਹੱਥ, ਜਿਹੜੇ 3-4 ਹੋਰ ਲੋਕ ਨੇ, ਉਹਨਾਂ ਨੂੰ ਅਸੀਂ ਰੋਜ਼ਗਾਰ ਦੇਣ ਦਾ ਜਿਹੜਾ ਕੰਮ ਕਰਦੇ ਹਾਂ। ਸੋ ਸਰਕਾਰ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਸੁਹਿਰਦ ਹੈ ਕਿ ਅਸੀਂ ਰੋਜ਼ਗਾਰ ਦੇਵਾਂਗੇ, ਅਸੀਂ ਸੂਬੇ ਦੇ ਵਿੱਚ ਖੁਸ਼ਹਾਲੀ ਵਾਪਸ ਲੈ ਕੇ ਆਵਾਂਗੇ, ਅਸੀਂ ਸਟੇਟ ਦਾ ਰੈਵਨਿਊ ਜਿਹੜਾ ਹੈ ਉਹਨੂੰ ਵੀ ਉੱਚਾ ਚੁੱਕਾਂਗੇ, ਅਸੀਂ ਸਟੇਟ ਦਾ ਜਿਹੜਾ ਲਾਅ ਐਂਡ ਆਰਡਰ ਹੈ ਜਿਹੜਾ ਲਗਭਗ ਮੇਨਟੇਨਡ ਹੈ, ਕਿਤੇ ਇੱਕੋ ਦੁੱਕਾ ਕੋਈ ਘਟਨਾਵਾਂ ਹੋਈਆਂ ਨੇ ਉਹਦੇ ਉੱਤੇ ਵੀ ਸਰਕਾਰ ਨੇ ਬਹੁਤ ਜਿਹੜਾ ਕੜੇ ਤਰੀਕੇ ਦੇ ਨਾਲ ਜਿਹੜਾ ਉਹਦਾ ਨੋਟਿਸ ਲਿਆ। ਸੋ ਇਸ ਕਰਕੇ ਅਸੀਂ ਲੋਕਾਂ ਨੂੰ ਵਾਅਦਾ ਕਰਦੇ ਹਾਂ ਕਿ ਜੋ 17 ਚ ਵਾਅਦੇ ਕੀਤੇ ਸੀ ਉਹ 22 ਤੱਕ ਪੂਰੇ ਕਰਾਂਗੇ, ਔਰ ਜਿਹੜੇ 22 ਚ ਵਾਅਦੇ ਕਰਾਂਗੇ ਜਿਹਦੇ ਉੱਤੇ ਪੰਜਾਬ ਦੇ ਲੋਕ ਮੋਹਰ ਲਾਉਣਗੇ ਤੇ ਅਸੀਂ ਜਿਹੜਾ ਹੈ ਉਹਨੂੰ 27 ਤੱਕ ਜਾਂਦੇ ਹਰ ਵਾਅਦਾ ਜਿਹੜਾ ਆਪਣਾ। ਜੀ ਥੈਂਕ ਯੂ ਜੀ। ਹੁਣ ਮੈਂ ਪਲਾਹੀ ਜੀ ਨੂੰ ਪੁੱਛਾਂਗਾ ਕਿ ਪਲਾਹੀ ਜੀ, ਅਲੱਗ-ਅਲੱਗ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਆਪਣੀ ਪਾਰਟੀ ਦੀ ਗੱਲਾਂ ਕੀਤੀਆਂ ਗਈਆਂ ਨੇ, ਕੁਝ ਵਾਅਦੇ ਕੀਤੇ ਗਏ ਨੇ, ਕੁਝ ਐਲੀਗੇਸ਼ਨ ਦੂਸਰੀ ਪਾਰਟੀਆਂ ਤੇ ਲਗਾਏ ਗਏ ਨੇ, ਪਰ ਤੁਸੀਂ ਇਸ ਪੂਰੀ ਚਰਚਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਕਹਿਣਾ ਚਾਹੁੰਦੇ ਹੋ ਇਸ ਪੂਰੇ ਅੱਜ ਦੇ ਵਿਸ਼ੇ ਬਾਰੇ, ਅੱਜ ਦੀ ਪੂਰੀ ਡਿਬੇਟ ਦੇ ਬਾਰੇ? ਮੋਹਿਤ ਜੀ, ਬੜਾ ਅੱਛਾ ਅੱਜ ਮੌਕਾ ਹੈ ਕਿ ਤਿੰਨੇ ਸੁਹਿਰਦ ਸਾਡੇ ਜਿਹੜੇ ਵਕਤਾ ਸੀ ਉਹਨਾਂ ਨੇ ਆਪਣਾ ਪੱਖ ਆਪਣੀ ਪਾਰਟੀ ਵੱਲੋਂ ਰੱਖਿਆ ਹੈ। ਔਰ ਜਿਹੜੀ ਇੱਕ ਗੱਲ ਬਹੁਤ ਸਮਝ ਵਾਲੀ ਹੈ ਉਹ ਇਹ ਹੈ ਕਿ ਉਹ ਸਾਰੇ ਇਹ ਮਹਿਸੂਸ ਕਰਦੇ ਨੇ ਕਿ ਬੇਰੁਜ਼ਗਾਰੀ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਔਰ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੀ ਜ਼ਰੂਰਤ ਹੈ। ਚਾਹੇ ਉਹ ਸਰਕਾਰ ਅਕਾਲੀ ਦਲ ਦੀ ਆਉਂਦੀ ਹੈ, ਕਾਂਗਰਸ ਦੀ ਆਉਂਦੀ ਹੈ, ਆਮ ਆਦਮੀ ਪਾਰਟੀ ਦੀ ਆਉਂਦੀ ਹੈ, ਸਾਰੇ ਇਹ ਮਹਿਸੂਸ ਕਰਦੇ ਨੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਰੱਖਣ ਲਈ ਉਹਨਾਂ ਨੂੰ ਸੰਬੰਧਿਤ ਰੁਜ਼ਗਾਰ ਦੇਣ ਦੀ ਲੋੜ ਹੈ। ਦੂਜਾ ਪੱਖ ਇਹ ਹੈ ਕਿ ਪੰਜਾਬ ਦੇ ਵਿੱਚ ਸੈਲਫ ਇੰਪਲਾਇਮੈਂਟ ਦੀਆਂ ਸਕੀਮਾਂ ਜਿਹੜੀਆਂ ਨੇ ਜਾਂ ਪੰਜਾਬ ਦੇ ਵਿੱਚ ਸੈਲਫ ਇੰਪਲਾਇਮੈਂਟ ਜਿਹੜੀ ਹੈ ਉਹ ਪੰਜਾਬ ਦੀ ਬੇਰੁਜ਼ਗਾਰੀ ਦਾ ਸਹੀ ਮਾਇਨਿਆਂ ਦੇ ਵਿੱਚ ਹੱਲ ਹੈ, ਕਿਉਂਕਿ ਜੇ ਪੰਜਾਬ ਐਗਰੋ ਇੰਡਸਟਰੀ ਬੇਸ ਵੱਖੋ ਵੱਖਰੀਆਂ ਫੈਕਟਰੀਆਂ ਦੇ ਵਿੱਚ ਰੁਜ਼ਗਾਰ ਪੈਦਾ ਕਰਦਾ ਹੈ ਤੇ ਇਹ ਇੱਕ ਲਾਹੇਵੰਦ ਗੱਲ ਹੋਏਗੀ, ਜਿਹਦੇ ਨਾਲ ਪੰਜਾਬ ਜਿੱਥੇ ਬਹੁਤ ਵੱਡਾ ਰੈਵਨਿਊ ਕਮਾਏਗਾ ਉੱਥੇ ਨਾਲ ਦੀ ਨਾਲ ਨੌਜਵਾਨਾਂ ਨੂੰ ਜਿਹੜੇ ਵਿਦੇਸ਼ ਵਿੱਚ ਜਾਂਦੇ ਨੇ, ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹੋਇਆ ਕਾਲੂ ਸਾਹਿਬ ਦੀ ਨਾਲ ਵੀ ਬੜੇ ਲੰਮੇ ਸਮੇਂ ਤੋਂ ਤਾਂ ਪੰਜਾਬ ਦੇ ਲੋਕ ਜਿਹੜੇ ਨੇ ਵਿਦੇਸ਼ਾਂ ਵਿੱਚ ਜਾਂਦੇ ਨੇ, ਰੁਜ਼ਗਾਰ ਉੱਥੇ ਕਰਿਆ ਕਰਦੇ ਸੀ ਤੇ ਪੰਜਾਬ ਨੂੰ ਖੁਸ਼ਹਾਲ ਕਰਨ ਲਈ ਜਿਹੜਾ ਉਹਨਾਂ ਵੱਲੋਂ ਸਦਾ ਉਪਰਾਲਾ ਹੋਇਆ ਕਰਦਾ ਸੀ। ਬੜੀਆਂ ਜ਼ਮੀਨਾਂ ਉਹਨਾਂ ਨੇ ਖਰੀਦੀਆਂ, ਕਾਰੋਬਾਰ ਇੱਥੇ ਉਹਨਾਂ ਨੇ ਆਪਣੇ ਲਗਾਏ ਨੇ। ਪਰ ਹੁਣ ਜਿਹੜੀ ਗੱਲ ਬ੍ਰੇਨ ਡਰੇਨ ਵਾਲੀ ਲਗਾਤਾਰ ਮੇਰੇ ਦਿਮਾਗ ਦੇ ਵਿੱਚ ਖੜੀ ਹੁੰਦੀ ਹੈ ਔਰ ਹਰ ਪੰਜਾਬੀ ਦੇ ਮਨ ਵਿੱਚ ਹੈ ਕਿ ਹੁਣ ਇੱਥੇ ਪੰਜਾਬ ਦੇ ਲੋਕ ਆਪਣੇ ਕਾਰੋਬਾਰ ਸਥਾਪਿਤ ਕਰਨ ਲਈ ਉਨੀ ਸ਼ਿੱਦਤ ਦੇ ਨਾਲ ਕੰਮ ਨਹੀਂ ਕਰ ਰਹੇ ਜਿੰਨੀ ਸ਼ਿੱਦਤ ਨਾਲ ਪਹਿਲਾਂ ਕਰਿਆ ਕਰਦੇ ਸੀ, ਸਗੋਂ ਉਲਟਾ ਇੱਥੋਂ ਬਹੁਤ ਵੱਡੇ ਪੈਸੇ ਜਿਹੜੇ ਨੇ ਬਾਹਰਲੀਆਂ ਯੂਨੀਵਰਸਿਟੀਆਂ ਨੂੰ ਬੜੇ ਥਾਂ ਤੇ ਜਾ ਰਹੇ ਨੇ। ਇਹ ਗੱਲ ਅਸਲ ਮਾਇਨਿਆਂ ਵਿੱਚ ਰੋਕਣ ਦੀ ਲੋੜ ਹੈ। ਦੂਜੀ ਗੱਲ ਜਿਹੜੀ ਕਾਲੂ ਸਾਹਿਬ ਨੇ ਵੀ ਕੀਤੀ, ਬਾਕੀਆਂ ਨੇ ਵੀ ਕੀਤੀ ਕਿ ਭਾਜਪਾ ਨੇ ਵੱਡੇ ਰੁਜ਼ਗਾਰ ਦੇਣ ਦੀ ਗੱਲ ਜਿਹੜੀ ਹੈ ਪੂਰੇ ਦੇਸ਼ ਦੇ ਵਿੱਚ ਕੀਤੀ ਸੀ ਔਰ ਪੰਜਾਬ ਦੇ ਵਿੱਚ ਵੀ ਕੁਝ ਰੁਜ਼ਗਾਰ ਜਿਹੜੇ ਨੇ ਇਸ ਸੰਬੰਧ ਵਿੱਚ ਹੋਣੇ ਸੀ, ਪਰ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਜਿਹੜਾ ਹੈ
ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਅਸੀਂ ਕਿਸਾਨਾਂ ਦਾ ਰੁਜ਼ਗਾਰ ਦੇ ਮਾਮਲੇ ਤੇ ਹੋਰ ਸਕੀਮਾਂ ਦੇ ਵਿੱਚ RDF ਫੰਡ ਜਿਹੜਾ ਨਾ ਭੇਜਣਾ ਔਰ ਇਹ ਸਾਰੀਆਂ ਗੱਲਾਂ ਦੇ ਬਾਰੇ ਬੜੀ ਗੰਭੀਰ ਚਰਚਾ ਹੋਈ ਹੈ। ਉਹ ਮੈਂ ਸਮਝਦਾ ਕਿ ਸਾਡੇ ਵਕਤਾ ਜਿਹੜੇ ਨੇ ਇਸ ਅੱਜ ਦੀ ਇਸ ਜਿਹੜੀ ਬਹਿਸ ਹੋਈ ਹੈ, ਚਰਚਾ ਹੋਈ ਹੈ, ਉਹਦੇ ਵਿੱਚ ਬੜੇ ਕਾਮਯਾਬ ਰਹੇ ਨੇ। ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਆਸ ਕਰਦਾ ਕਿ ਪੰਜਾਬ ਨੂੰ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਇੱਕ ਉਹੋ ਜਿਹਾ ਖੁਸ਼ਹਾਲ ਪੰਜਾਬ ਬਣਾਉਣ ਲਈ ਯਤਨਸ਼ੀਲ ਹੋਣਗੀਆਂ ਜਿਹੋ ਜਿਹਾ ਪੰਜਾਬ ਕਦੇ ਕੁਝ ਸਮਾਂ ਪਹਿਲਾਂ ਹੋਇਆ ਕਰਦਾ ਸੀ। ਅੱਜ ਪੰਜਾਬ ਦੇ ਉੱਤੇ ਬੜੇ ਵੱਡੇ ਲਾਂਛਣ ਲੱਗੇ ਨੇ ਕਿ ਪੰਜਾਬ ਨਸ਼ਈ ਹੋ ਗਿਆ, ਪੰਜਾਬ ਦੇ ਲੋਕ ਬਾਹਰ ਜਾਣਾ ਚਾਹੁੰਦੇ ਨੇ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਫੇਲ ਹੋ ਰਹੀਆਂ ਨੇ। ਸੋ ਇਹ ਆਸ ਨਾਲ ਕਿ ਅੱਗੋਂ ਅਸੀਂ ਹੋਰ ਵਧੀਆ ਨਾਲ ਬਹਿਸਾਂ ਕਰਾਂਗੇ। ਅੱਜ ਬੇਰੁਜ਼ਗਾਰੀ ਦੇ ਮਾਮਲੇ ਦੇ ਉੱਤੇ ਬਹੁਤ ਸ਼ਿੱਦਤ ਨਾਲ ਸਾਰੇ ਲੋਕਾਂ ਨੇ ਜਿਹੜੇ ਇੱਥੇ ਸ਼ਾਮਲ ਹੋਏ ਨੇ ਬਹਿਸ ਕੀਤੀ ਹੈ, ਚਰਚਾ ਕੀਤੀ ਜੀ। ਸੋ ਮੈਂ ਇੱਕ ਵਾਰ ਫਿਰ ਸਾਰੇ ਹੀ ਪੈਨਲਿਸਟ ਦਾ ਬੜਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਦੀ ਇਸ ਡਿਬੇਟ ਦੇ ਵਿੱਚ ਸ਼ਾਮਲ ਹੋਏ, ਆਪਣਾ ਕੀਮਤੀ ਸਮਾਂ ਦਿੱਤਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।